In earlier video, I discussed the questions from 51 to 65. In this video, I'm going to discuss the further questions. 65 ਵਾਲੇ ਕੁਐਸਚਨ ਦਾ ਨਾ ਇੱਕ ਤੁਹਾਨੂੰ ਮੈਂ ਰੂਲ ਦੱਸਣਾ ਪਿੱਛੇ ਇੱਕ ਭੁੱਲ ਗਿਆ ਸੀ। ਇਹਦੇ ਵਿੱਚ ਮੈਂ ਕਿਹਾ ਸੀ ਕਿ ਪੋਟੈਂਸ਼ੀਅਲੀ ਆਨਸਰ ਕਿਵੇਂ ਆਏਗਾ, ਮੈਂ ਤੁਹਾਨੂੰ ਦੱਸਾਂਗਾ। ਪੋਟੈਂਸ਼ੀਅਲੀ ਆਨਸਰ ਇਸ ਤਰ੍ਹਾਂ ਆਏਗਾ ਕਿ ਇੱਥੇ ਨਾ ਬੈਕਟੀਰੀਅਮ ਇੱਕ ਚੀਜ਼ ਸੀ, ਇੱਕ ਨਾउन ਸੀ। ਨਾउन ਤੋਂ ਪਹਿਲਾਂ ਆਉਂਦਾ ਐਡਜੈਕਟਿਵ, ਪੋਇਜ਼ਨਸ ਬੈਕਟੀਰੀਅਮ ਹੈ। ਜਦੋਂ ਐਡਜੈਕਟਿਵ ਆਲਰੇਡੀ ਦਿੱਤਾ ਹੋਵੇ ਤੇ ਉਸ ਤੋਂ ਪਿੱਛੇ ਇੱਕ ਹੋਰ ਚੀਜ਼ ਮਿਸ ਹੋਵੇ, ਫਿਰ ਅਸੀਂ ਉੱਥੇ ਐਡਵਰਬ ਯੂਜ਼ ਕਰ ਸਕਦੇ ਹਾਂ, LY ਲਗਾ ਸਕਦੇ ਹਾਂ। ਸੋ ਮਤਲਬ ਐਡਵਰਬ, ਐਡਜੈਕਟਿਵ, ਨਾउन ਤਿੰਨ ਚੀਜ਼ਾਂ ਇਕੱਠੇ ਵੀ ਆ ਸਕਦੀਆਂ ਨੇ। ਤੇ 66 ਵਾਲਾ ਕੁਐਸਚਨ ਡਿਸਕਸ ਕਰਦੇ ਹਾਂ। ਕ੍ਰੀਏਟੀਵਿਟੀ ਇਜ਼ ਨਾਟ ਸਿੰਪਲੀ ਅ ਡੈਸ਼ ਆਫ ਲੈਟਿੰਗ ਗੋ। ਅ ਡੈਸ਼ ਆਫ ਏ ਤੋਂ ਬਾਅਦ ਇੱਕ ਆ ਸਕਦਾ ਹੈ ਨਾउन। ਇੱਥੇ ਆਨਸਰ ਹੈਗਾ ਮੈਟਰ, ਅ ਮੈਟਰ ਆਫ। ਇਟਸ ਅਗੇਨ ਅ ਕੋਲੋਕੇਸ਼ਨ ਐਜ਼ ਵੈਲ, ਅ ਮੈਟਰ ਆਫ। ਤੇ ਇੱਕ ਮੈਟਰ ਦਾ ਮਤਲਬ ਹੋ ਗਿਆ ਕਿ ਕੋਈ ਚੀਜ਼ ਦਾ ਕਹਿ ਸਕਦੇ ਆ ਕਿ ਕਾਰਨ ਕਹਿ ਸਕਦੇ ਹਾਂ, ਜਾਂ ਫਿਰ ਤੁਸੀਂ ਕਹਿ ਸਕਦੇ ਆ ਕਿ ਇਹਦਾ ਇੱਕ ਵਿਸ਼ਾ ਹੈਗਾ। ਸੀਰੀਅਸ ਕ੍ਰੀਏਟਿਵ ਅਚੀਵਮੈਂਟ ਡੈਸ਼ ਔਨ ਨੌਲੇਜ। ਕਹਿੰਦਾ ਜਿਹੜੀ ਸੀਰੀਅਸ ਕ੍ਰੀਏਟਿਵ ਅਚੀਵਮੈਂਟ ਹੁੰਦੀ ਹੈ ਉਹ ਨੌਲੇਜ ਦੇ ਉੱਪਰ ਡੈਸ਼ ਕਰਦੀ ਹੈ। ਹੁਣ ਇੱਥੇ ਸੀਰੀਅਸ ਅਚੀਵਮੈਂਟ ਮਤਲਬ ਇੱਕ ਚੀਜ਼ ਦੀ ਗੱਲ ਕਰ ਰਿਹਾ ਜਿਹਦੇ ਨਾਲ ਵਰਬ ਮੰਗ ਰਿਹਾ। ਇੱਕ ਚੀਜ਼ ਹੋਵੇ ਤੇ ਵਰਬ ਨਾਲ SES ਆਉਂਦਾ, ਸੋ ਇੱਥੇ ਆਨਸਰ ਆਏਗਾ ਰਿਲਾਈਜ਼, RELIES, ਰਿਲਾਈਜ਼। ਇੱਕ ਹੋਰ ਚੀਜ਼ ਆ ਗਈ ਰਿਲਾਈ ਔਨ ਦੀ ਕੋਲੋਕੇਸ਼ਨ ਵੀ ਹੁੰਦੀ, ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ। ਰਿਲਾਈ ਔਨ, RELY ਨਾ ਔਨ ਆਉਂਦਾ। ਡਿਪੈਂਡ ਔਨ ਦਾ ਸਿਨੋਨਿਮ ਹੁੰਦਾ ਕਿ ਚੀਜ਼ 'ਤੇ ਡਿਪੈਂਡ ਕਰਨਾ, ਤੇ ਅਸੀਂ ਰਿਲਾਈ ਨੂੰ ਰਿਲਾਈਜ਼ ਕਹਿ ਸਕਦੇ ਹਾਂ, RELIES। ਤਾਂ ਕਰਕੇ ਆਨਸਰ ਉਹਦਾ ਹੋਗਾ ਕੰਟਰੋਲ ਆਫ ਮਟੀਰੀਅਲਸ ਐਂਡ ਡੈਸ਼ ਆਫ ਆਈਡੀਆਜ਼। ਮਟੀਰੀਅਲਸ ਦਾ ਕੰਟਰੋਲ ਕਰਨਾ ਅਤੇ ਆਈਡੀਆਜ਼ ਨੂੰ ਡੈਸ਼ ਕਰਨਾ। ਵਟ ਸ਼ੁੱਡ ਬੀ ਦਾ ਆਨਸਰ? ਆਨਸਰ ਆਏਗਾ ਕਮਾਂਡ ਆਫ ਆਈਡੀਆਜ਼। ਕਮਾਂਡ ਆਫ ਹੀ ਚਾਹੀਦਾ, ਇੱਕ ਚੀਜ਼ ਚਾਹੀਦੀ ਉਹਨੂੰ, ਕਿਉਂਕਿ ਮਗਰ ਕੰਟਰੋਲ ਵੇਖੋ ਉਹਨੇ ਇੱਕ ਚੀਜ਼ ਕਹੀ ਸੀ ਤੇ ਐਂਡ ਤੋਂ ਬਾਅਦ ਵੀ ਇੱਕ ਸਿੰਗਲ ਚੀਜ਼ ਚਾਹੀਦੀ ਉਹਨੂੰ, ਕਮਾਂਡ ਆਫ ਆਈਡੀਆਜ਼। ਕ੍ਰੀਏਟਿਵ ਐਜੂਕੇਸ਼ਨ ਡੈਸ਼ ਏ ਬੈਲੈਂਸ ਬਿਟਵੀਨ। ਕ੍ਰੀਏਟਿਵ ਐਜੂਕੇਸ਼ਨ ਫਿਰ ਇੱਕ ਚੀਜ਼ ਹੈਗਾ ਤੇ ਉਹਦੇ 'ਚ ਵਰਬ ਨਾਲ SES ਆ ਸਕਦਾ, ਤੇ ਵਰਬ ਨਾਲ SES ਕਿੱਥੇ ਹੈਗਾ ਵਾ? ਇਨਵੋਲਵਸ ਆਨਸਰ ਆਏਗਾ ਕਿ ਕ੍ਰੀਏਟਿਵ ਬੈਲੈਂਸ ਐਜੂਕੇਸ਼ਨ ਦੇ ਵਿੱਚ ਕੀ ਇਨਵੋਲਵ ਹੁੰਦਾ? ਇੱਕ ਬੈਲੈਂਸ ਟੀਚਿੰਗ ਨੌਲੇਜ ਦੇ ਵਿੱਚ ਤੇ ਸਕਿੱਲਸ ਦੇ ਵਿੱਚ, ਐਨਕਰੇਜਿੰਗ ਇਨੋਵੇਸ਼ਨ ਦੇ ਵਿੱਚ। ਕੋਈ ਚੀਜ਼ ਦੇ ਵਿੱਚ ਕੋਈ ਚੀਜ਼ ਇਨਕਲੂਡ ਹੁੰਦੀ, ਉਹਨੂੰ ਕਹਿੰਦੇ ਆ ਇਹ 'ਚ ਕੀ ਚੀਜ਼ ਇਨਵੋਲਵ ਹੈਗੀ ਹੈ। ਜਿਵੇਂ ਕ੍ਰੀਏਟਿਵ ਐਜੂਕੇਸ਼ਨ 'ਚ ਕੀ ਕੀ ਚੀਜ਼ਾਂ ਹੈਗੀਆਂ? ਆਹ ਦੋ ਚੀਜ਼ਾਂ ਹੈਗੀਆਂ, ਤਾਂ ਉਹਨਾਂ ਨੇ ਇਨਵੋਲਵਸ ਆਨਸਰ ਲਾਤਾ। ਇਨ ਦੀਸ ਵੇਜ਼ ਕ੍ਰੀਏਟਿਵ ਡਿਵੈਲਪਮੈਂਟ ਇਜ਼ ਡੈਸ਼ ਰਿਲੇਟਿਡ ਟੂ। ਇਸ ਤੋਂ ਬਾਅਦ ਵਰਬ ਲੱਗਾ ਆ, ਜੇ ਵਰਬ ਲੱਗਾ ਹੋਵੇ ਤੇ ਕੀ ਚਾਹੀਦਾ? ਐਡਵਰਬ। ਐਡਵਰਬ ਹੁੰਦੇ LY ਵਾਲੇ, ਸੋ ਵਾਸਤੇ ਆਨਸਰ ਆ ਗਿਆ ਡਾਇਰੈਕਟਲੀ ਰਿਲੇਟਿਡ। ਨਾਲੇ ਕੋਲੋਕੇਸ਼ਨ ਵੀ ਹੁੰਦੀ ਨਾ, ਡਾਇਰੈਕਟਲੀ ਰਿਲੇਟਿਡ ਟੂ ਜਾਂ ਇਨਡਾਇਰੈਕਟਲੀ ਰਿਲੇਟਿਡ ਟੂ, ਤੇ ਰਿਲੇਟਿਡ ਟੂ ਦੀ ਵੀ ਕੋਲੋਕੇਸ਼ਨ ਹੈ ਵੀ ਯਾਦ ਕਰਨੀ, ਲਿਖ ਲੈਣੀ। 67 ਕ੍ਰੀਏਟੀਵਿਟੀ ਇਜ਼ ਪੋਸੀਬਲ ਇਨ ਆਲ ਡੈਸ਼ ਆਫ ਹਿਊਮਨ ਐਕਟੀਵਿਟੀ। ਇਨ ਆਲ ਤੋਂ ਬਾਅਦ ਆਉਂਦਾ ਪਲੂਰਲ ਨਾउन, ਆਲ ਬॉयਜ਼, ਆਲ ਗਰਲਸ। ਇੱਥੇ ਪਲੂਰਲ ਨਾउन ਹੈਗਾ ਏਰੀਆਜ਼, ਸੋ ਆਲ ਏਰੀਆਜ਼ ਆਫ ਆਨਸਰ ਹੈ। ਡੈਸ਼ ਦਾ ਆਰਟ ਸਾਇੰਸ, ਇੱਥੇ ਆਨਸਰ ਆਏਗਾ ਇੰਕਲੂਡਿੰਗ। ਇੰਕਲੂਡਿੰਗ ਆਨਸਰ ਕਿਉਂ ਆਏਗਾ ਇੱਥੇ? ਕਿਉਂਕਿ INCLUDING ਇੰਕਲੂਡਿੰਗ ਆਨਸਰ ਇਸ ਕਰਕੇ ਆਏਗਾ ਬਿਕੋਜ਼ ਇੰਕਲੂਡਿੰਗ ਤੋਂ ਬਾਅਦ ਕੀ ਹੁੰਦਾ? ਇੱਕ ਲਿਸਟ ਸਟਾਰਟ ਹੁੰਦੀ ਹੈ ਜਿਹਦੇ 'ਚ ਉਹਨਾਂ ਨੇ ਆਈਟਮ ਦੱਸੀਆਂ ਹੁੰਦੀਆਂ ਕਿ ਆਹ ਚੀਜ਼ਾਂ ਇਹ 'ਚ ਹੈਗੀਆਂ ਨੇ, ਜਿਵੇਂ ਇੰਕਲੂਡਿੰਗ ਆਰਟਸ, ਸਾਇੰਸ, ਵਰਕ ਐਟ ਪਲੇ, ਠੀਕ ਹੈ, ਸਾਰੀ ਚੀਜ਼ਾਂ ਹੈਗੀਆਂ ਨੇ, ਸੋ ਉਹਨੂੰ ਆਪਾਂ ਇੰਕਲੂਡਿੰਗ ਕਰ ਦਿੱਤਾ। ਆਲ ਪੀਪਲ ਹੈਵ ਕ੍ਰੀਏਟਿਵ ਐਬਿਲਿਟੀ। ਸਾਰੇ ਲੋਕਾਂ ਕੋਲ ਆਪਣੀ ਕ੍ਰੀਏਟਿਵ ਐਬਿਲਿਟੀ ਹੁੰਦੀ ਹੈ। ਐਂਡ ਵੀ ਆਲ ਹੈਵ ਦੈਮ ਡੈਸ਼, ਤੇ ਸਾਡੇ ਸਾਰਿਆਂ ਕੋਲ ਇਹ ਇਸ ਤਰੀਕੇ ਨਾਲ ਹੁੰਦੀ। ਇੱਥੇ ਆਉਂਦਾ ਡਿਫਰੈਂਟਲੀ ਆਨਸਰ ਆਣਾ। ਉਹਨੇ ਕਿਹਾ ਕਿ ਸਾਡੇ ਸਾਰਿਆਂ ਕੋਲ ਐਬਿਲਿਟੀ ਹੁੰਦੀ ਹੈ, ਸਾਡੇ ਸਾਰਿਆਂ ਕੋਲ ਜਿਹੜੀ ਐਬਿਲਿਟੀ ਹੈ ਉਹ ਡਿਫਰੈਂਟਲੀ ਹੈ, ਮਤਲਬ ਇੱਕ ਦੂਜੇ ਤੋਂ ਅਲੱਗ ਹੈ। ਵੈਨ ਇੰਡੀਵਿਜੂਅਲਸ ਫਾਈਂਡ ਦੇਅਰ ਕ੍ਰੀਏਟਿਵ ਸਟਰੈਂਥ, ਜਦੋਂ ਇੱਕ ਬੰਦਿਆਂ ਨੂੰ ਆਪਣੀ ਕ੍ਰੀਏਟਿਵ ਸਟਰੈਂਥ ਲੱਭ ਜਾਂਦੀ ਹੈ, ਇਟ ਕੈਨ ਹੈਵ ਐਂਡ ਡੈਸ਼ ਇੰਪੈਕਟ। ਇਹਦਾ ਇੱਕ ਐਸਾ ਇੰਪੈਕਟ ਪੈਂਦਾ। ਇੰਪੈਕਟ ਦਾ ਮਤਲਬ ਹੁੰਦਾ ਅਸਰ, ਇਹ ਅਸਰ ਦਾ ਸਿਨੋਨਿਮ ਹੁੰਦਾ ਜਿਹਨੂੰ ਅਫੈਕਟ ਵੀ ਕਹਿੰਦੇ ਆ, ਤੇ ਇਹੋ ਜਿਹਾ ਅਸਰ ਪੈਣਾ। ਹੁਣ ਇੱਥੇ ਕੀ ਹੈ? ਐਨ ਤੋਂ ਬਾਅਦ ਵੋਵਲ ਚਾਹੀਦਾ ਉਹਨੂੰ, ਮਤਲਬ ਐਨ ਤੋਂ ਬਾਅਦ ਵਰਡ ਇਹ ਵਾਲੇ ਆਉਂਦੇ AEIOU ਵਾਲੇ। ਹੁਣ ਇਹਨਾਂ ਵਿੱਚੋਂ ਦੇਖਿਆ ਜਾਵੇ ਕਿਹੜਾ ਆਨਸਰ ਆਏਗਾ। ਹੁਣ ਦੇਖੋਗੇ ਤੁਸੀਂ ਤਾਂ ਥੱਲੇ ਓਵਰਆਲ ਨਾਲ ਵੀ O ਹੈਗਾ ਤੇ ਇਨੋਰਮਸ ਨਾਲ ਵੀ A ਹੈਗਾ, E ਹੈਗਾ ਸੋਰੀ। ਸੋ ਦੋਨਾਂ ਵਿੱਚ ਇੱਕ ਆਨਸਰ ਹੈ, ਬਟ ਇੱਥੇ ਕਿਹੜਾ ਆਨਸਰ ਆਏਗਾ? ਇੱਥੇ ਉਹਨੇ ਕਿਹਾ ਇਹੋ ਜਿਹਾ ਇੰਪੈਕਟ ਪਏਗਾ, ਤੇ ਇੰਪੈਕਟ ਦਾ ਮਤਲਬ ਹੁੰਦਾ ਅਸਰ, ਤੇ ਵੱਡਾ ਅਸਰ। ਇੱਥੇ ਇਨੋਰਮਸ ਇੰਪੈਕਟ ਆਏਗਾ ਕਿ ਬੜਾ ਵੱਡਾ ਅਸਰ ਹੈਗਾ। ਇਨੋਰਮਸ ਦਾ ਮਤਲਬ ਕੀ ਹੁੰਦਾ? ਇਨੋਰਮਸ ਦਾ ਮਤਲਬ ਹੁੰਦਾ ਹੈ ਬਹੁਤ ਵੱਡਾ, ਵੈਰੀ ਗ੍ਰੇਟ ਇਨ ਸਾਈਜ਼, ਗ੍ਰੇਟ ਇਨ ਸਾਈਜ਼ ਜਾਂ ਐਕਸਟੈਂਟ ਆਪਾਂ ਹੱਦ ਨੂੰ ਕਹਿੰਦੇ ਹਾਂ, EXTENT, ਜਿਹਦੀ ਹੱਦ ਜਾਂ ਸਾਈਜ਼ ਕਾਫੀ ਵੱਡਾ ਹੋਵੇ।
ऑन कहता ਉਹਦਾ ਬੜਾ ਵੱਡਾ ਇੰਪੈਕਟ ਪੈਂਦਾ ਸੈਲਫ ਸਟੀਮ ਤੇ। ਜਿਨ੍ਹਾਂ ਨੂੰ ਨਹੀਂ ਪਤਾ ਸੈਲਫ ਸਟੀਮ ਕੀ ਹੈ, ਸੈਲਫ ਸਟੀਮ ਦਾ ਮਤਲਬ ਹੁੰਦਾ ਸੈਲਫ ਕੌਨਫੀਡੈਂਸ। ਸਪੈਲਿੰਗ ਲਰਨ ਹੋਣੇ ਚਾਹੀਦੇ ਆ ਤੇ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਕੀ ਹੈ, ਹਾਈਫਨ ਦੇ ਨਾਲ ਆਉਂਦਾ ਸੈਲਫ ਹਾਈਫਨ ESTEEM ਸੈਲਫ ਸਟੀਮ। ਐਂਡ ਔਨ ਡੈਸ਼ ਅਚੀਵਮੈਂਟ ਅਗੇਨ ਕੋਲੋਕੇਸ਼ਨ ਓਵਰਆਲ ਅਚੀਵਮੈਂਟ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਟੂਡੈਂਟ ਦੀ ਕਿਹੜੀ ਅਚੀਵਮੈਂਟ ਹੈਗੀ, ਓਵਰਆਲ ਅਚੀਵਮੈਂਟ ਕਿਸ ਤਰ੍ਹਾਂ ਦੀ ਓਵਰਆਲ ਬੈਂਡ ਸਕੋਰ ਜਿਵੇਂ ਆਪਾਂ ਕਹਿੰਦੇ ਹਾਂ ਓਵਰਆਲ ਅਚੀਵਮੈਂਟ ਉਹਨੂੰ ਕਹਿੰਦੇ ਹਾਂ। ਸੋ ਦੈਟਸ ਵਾਈ ਕੋਲੋਕੇਸ਼ਨ ਹੋ ਗਈ 68th। ਨਾਲ ਨੋਟ ਡਾਊਨ ਕਰੀਏ ਨਾ ਜੋ ਮੈਂ ਪਿੱਛੇ ਲਿਖਾਏ ਤੁਹਾਨੂੰ ਬਾਰ ਬਾਰ ਨਾ ਕਿਆ ਕਹਿਣ ਦੀ ਲੋੜ ਪਵੇ। ਮੇਕ ਸ਼ੋਰ ਯੂ ਨੋਟ ਡਾਊਨ ਈਚ ਐਂਡ ਐਵਰੀ ਵਰਡ ਜਿਹੜੇ ਤੁਹਾਨੂੰ ਦੱਸ ਰਿਹਾ ਵੋਕੈਬਲਰੀ ਪਲੱਸ ਕੋਲੋਕੇਸ਼ਨਸ। ਯੰਗ ਪੀਪਲ ਆਰ ਲਿਵਿੰਗ ਇਨ ਟਾਈਮਸ ਆਫ ਡੈਸ਼ ਕਲਚਰਲ ਐਕਸਚੇਂਜ। ਕਹਿੰਦਾ ਅੱਜ ਕੱਲ੍ਹ ਜਿਹੜੇ ਯੰਗ ਲੋਕ ਹੈਗੇ ਨੇ ਉਹ ਰਹਿ ਰਹੇ ਨੇ ਇਨ ਟਾਈਮਸ ਆਫ ਡੈਸ਼ ਕਲਚਰਲ ਐਕਸਚੇਂਜ। ਇਸ ਤਰ੍ਹਾਂ ਦਾ ਕਲਚਰਲ ਐਕਸਚੇਂਜ ਹੋ ਰਿਹਾ ਜਿਹੜਾ ਚੇਂਜ ਦਾ ਮਤਲਬ ਹੁੰਦਾ ਬਦਲਾਵ। ਤੇ ਬਦਲਾਵ ਹੌਲੀ ਹੁੰਦਾ ਹੈ ਜਾਂ ਤੇਜ਼ ਹੁੰਦਾ ਹੈ। ਤੇ ਤੇਜ਼ ਦੀ ਇੰਗਲਿਸ਼ ਹੁੰਦੀ ਹੈ ਫਾਸਟ, ਫਾਸਟ ਦਾ ਸਿਨੋਨਿਮ ਹੁੰਦਾ ਰੈਪਿਡ। ਇੱਥੇ ਆਨਸਰ ਹੈਗਾ ਰੈਪਿਡ। ਰੈਪਿਡ ਇਜ਼ ਦਾ ਸਿਨੋਨਿਮ ਆਫ ਫਾਸਟ, ਕਿ ਫਾਸਟ ਚੇਂਜ ਹੋ ਰਿਹਾ। ਤੇ ਉਹਦੇ ਵਿੱਚ ਕਹਿੰਦਾ ਕਲਚਰਲ ਡਾਇਵਰਸਿਟੀ ਇੰਕਰੀਜ਼ ਕਰ ਰਹੀ ਹੈ। ਡਾਇਵਰਸਿਟੀ ਕਿਹਨੂੰ ਕਹਿੰਦੇ ਆ, ਭਿੰਨਤਾ ਪੰਜਾਬੀ 'ਚ ਇਹਨੂੰ ਕਹਿੰਦੇ ਆ। ਲਾਈਕ ਅਲੱਗ ਅਲੱਗ ਲੋਕੀ ਜਾਂ ਡਿਫਰੈਂਸ ਹੁੰਦਾ ਨਾ, ਜਿਵੇਂ ਕੋਈ ਕਿਸ ਕਮਿਊਨਿਟੀ ਦਾ ਕੋਈ ਕਿਸ ਕਮਿਊਨਿਟੀ ਆ, ਉਹਨੂੰ ਕਹਿੰਦੇ ਡਾਇਵਰਸਿਟੀ। ਐਜੂਕੇਸ਼ਨ ਮਸਟ ਡੈਸ਼ ਦੈਮ। ਮੇਕ ਸ਼ੋਰ ਤੁਹਾਨੂੰ ਪਤਾ ਹੋਵੇ ਕੈਨ, ਸ਼ੁੱਡ, ਮੇਕ, ਮੇ, ਮਾਈਟ, ਮਸਟ ਇਹ ਸਾਰੇ ਆਪਣੇ ਨਾਲ ਫਸਟ ਵਰਬ ਲੈ ਕੇ ਆਉਂਦੇ ਨੇ। ਸੋ ਸਾਨੂੰ ਫਸਟ ਵਰਬ ਚਾਹੀਦਾ ਇਹਦੇ 'ਚ। ਇਨ ਦਿਸ ਵੀ ਨੀਡ ਫਸਟ ਵਰਬ। ਸੋ ਫਸਟ ਵਰਬ ਨੀਚੇ ਕਿਹੜੇ ਕਿਹੜੇ ਹੈਗੇ ਨੇ, ਇੱਕ ਹੈਗਾ ਇੰਜਨ। ਇੰਜਨ ਇੱਕ ਵਰਬ ਨਹੀਂ ਹੈ ਸ਼ਾਇਦ, ਇੰਜਨ ਹਾਂ ਨਾ ਵਰਬ ਨਹੀਂ ਗਾ, ING ਹੁੰਦਾ ਨਹੀਂ। ਇਨੇਬਲ ਇੱਕ ਵਰਬ ਹੈ ਤੇ ਰਿਸਪੈਕਟ ਇੱਕ ਵਰਬ ਹੈ। ਦੋਨਾਂ ਨਾਲ ਆਪਾਂ ਰਿਸਪੈਕਟਿਡ, ਰਿਸਪੈਕਟਿੰਗ, ਇਨੇਬਲਿੰਗ ਲਗਾ ਸਕਦੇ ਹਾਂ। ਆਨਸਰ ਇੱਥੇ ਕੀ ਆਏਗਾ, ਇਨੇਬਲ। ਇਹਦਾ ਇੱਕ ਹੋਰ ਰੀਜ਼ਨ ਹੈ ਇਨੇਬਲ ਕਿਉਂ ਆਇਆ, ਕਿਉਂਕਿ ਇਨੇਬਲ ਵਾਲੇ ਵਰਡ ਨਾਲ ਕੋਲੋਕੇਸ਼ਨ ਹੁੰਦੀ ਟੂ ਦੀ। ਸੋ ਇਨੇਬਲ ਟੂ, ਇੱਥੇ ਟੂ ਲੱਗਾ, ਦੈਟਸ ਵਾਈ। ਐਜੂਕੇਸ਼ਨ ਮਸਟ ਇਨੇਬਲ ਦੈਮ ਟੂ। ਉਹਨਾਂ ਨੂੰ ਇਨੇਬਲ ਦਾ ਮਤਲਬ ਨਾਲੇ ਹੁੰਦਾ ਕਿਸੇ ਨੂੰ ਕਿਸੇ ਜੋਗਾ ਬਣਾਉਣਾ, ਕਿ ਉਹਨਾਂ ਨੂੰ ਐਜੂਕੇਸ਼ਨ ਨੂੰ ਉਹਨਾਂ ਨੂੰ ਇਸ ਜੋਗਾ ਬਣਾਉਣਾ ਚਾਹੀਦਾ ਹੈ ਕਿ ਉਹ ਅੰਡਰਸਟੈਂਡ ਕਰਨ ਅਤੇ ਡੈਸ਼ ਕਰਨ ਕਲਚਰਲ ਵੈਲਿਊਜ਼ ਨੂੰ। ਇੱਕ ਤੇ ਉਹਨੇ ਕਿਹਾ ਅੰਡਰਸਟੈਂਡ ਕਰਨਾ ਅਤੇ ਫਿਰ ਡੈਸ਼ ਕਰਨਾ। ਇੱਥੇ ਵੇਖੋ ਆਨਸਰ ਕਿਵੇਂ ਲੱਭਣਾ, ਟੂ ਤੋਂ ਬਾਅਦ ਫਸਟ ਫਾਰਮ ਆਈ, ਐਂਡ ਤੋਂ ਬਾਅਦ ਫਿਰ ਉਹਨੇ ਫਸਟ ਫਾਰਮ ਮੰਗੀ। ਸੋ ਇੱਥੇ ਫਸਟ ਫਾਰਮ ਦੂਜੀ ਕਿਹੜੀ ਸਾਡੇ ਕੋਲ ਰਿਸਪੈਕਟ ਹੈਗੀ ਹੈ। ਨਾਲੇ ਲੈਣ ਦੀ ਸੈਂਸ ਬਣਦੀ ਹੈ ਕਿ ਅਲੱਗ ਅਲੱਗ ਕਲਚਰਲ ਵੈਲਿਊਜ਼ ਨੂੰ ਸਮਝਣਾ ਅਤੇ ਉਹਨਾਂ ਦੀ ਰਿਸਪੈਕਟ ਕਰਨਾ। ਐਂਡ ਟ੍ਰਡੀਸ਼ਨਸ ਐਂਡ ਦਾ ਡੈਸ਼ ਆਫ ਕਲਚਰਲ ਚੇਂਜ। ਦ ਤੋਂ ਬਾਅਦ ਨਾਊਨ ਆਉਂਦਾ, ਦ ਕਮਸ ਵਿਦ ਦ ਨਾਊਨ, ਠੀਕ ਹੈ। ਸੋ ਦ ਡੈਸ਼ ਆਫ ਕਲਚਰਲ ਚੇਂਜ ਕੀ ਆਏਗਾ, ਦਾ ਇੰਜਨ ਤੇ ਇੰਜਨ ਆਫ ਕਲਚਰਲ ਚੇਂਜ। ਇੰਜਨ ਦਾ ਇੱਥੇ ਮਤਲਬ ਆ ਗਿਆ ਕਿ ਲਾਈਕ ਤੁਸੀਂ ਕਹਿ ਦਿਓ ਕਿ ਉਹਦਾ ਪ੍ਰੋਸੈਸ, ਕਿ ਜਿਹੜਾ ਉਹਦਾ ਪ੍ਰੋਸੈਸ ਹੈ, ਪ੍ਰੋਸੈਸ ਨੂੰ ਆਪਾਂ ਇੰਜਨ ਵੀ ਕਹਿ ਸਕਦੇ ਹਾਂ ਕਿ ਉਹ ਕੰਮ ਕਿਵੇਂ ਚੱਲ ਰਿਹਾ। ਦ ਇੰਜਨ ਆਫ ਕਲਚਰਲ ਚੇਂਜ ਐਂਡ ਡਿਵੈਲਪਮੈਂਟ। The dash of cultural change is the human capacity for creative dash and action. The dash of creative thought, creative thinking ਹੁੰਦਾ ਹੈ, ਇਸ ਕਰਕੇ ਪਹਿਲਾਂ ਮੈਂ ਥੱਲੇ ਵਾਲਾ ਆਂਸਰ ਲੱਭਾਂਗਾ, ਥੋਟ ਆ ਜਾਏਗਾ, ਕਿਉਂਕਿ ਕ੍ਰੀਏਟਿਵ ਥਿੰਕਿੰਗ ਤੇ ਵੈਸੇ ਆਪਾਂ ਸੁਣਿਆ ਕ੍ਰੀਏਟਿਵ ਥੋਟ ਇੱਕ ਕੋਲੋਕੇਸ਼ਨ ਹੋ ਗਿਆ ਤੇ ਕ੍ਰੀਏਟਿਵ ਥਿੰਕਿੰਗ ਵੀ ਕੋਲੋਕੇਸ਼ਨ ਆ, ਥਿੰਕਿੰਗ ਨੂੰ ਥੋਟ ਵੀ ਕਹਿੰਦੇ ਆ। ਤੇ ਇੱਥੇ ਆਂਸਰ ਕੀ ਆ ਜਾਏਗਾ, ਦ ਪ੍ਰੋਸੈਸਿਸ ਆਫ, PROCESSES, ਇਸ ਤਰ੍ਹਾਂ ਆਏਗਾ। देखते हैं the rapid enable the processes of culture change is the human capacity the thought of creative processes। ਇੱਥੇ ਸ਼ਾਇਦ ਥੋਟ ਇੱਥੇ ਆ ਸਕਦਾ ਹੈ, the thought of cultural change, ਇੱਥੇ ਥੋਟ ਵੀ ਆ ਸਕਦਾ ਹੈ, ਥੱਲੇ ਪ੍ਰੋਸੈਸਿਸ ਚੱਲੇਗਾ ਸ਼ਾਇਦ। ਇੱਕ ਵਾਰੀ ਚੈੱਕ ਕਰ ਲੈਣੇ ਆਪਣੇ ਆਨਸਰਸ ਵੀ, PROSSES। ਲੈਟਸ ਫਾਈਂਡ ਆਊਟ, ਇੱਕ ਵਾਰੀ ਥੋੜਾ ਕਨਫਰਮ ਕਰ ਲਈਏ ਆਨਸਰ ਨੂੰ। आंसर 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 मिल नहीं रहे।
ਸ਼ਾਇਦ ਇੱਥੇ ਮਿਲ ਜਾਣ। ਅਸੀਂ ਕਰ ਰਹੇ ਸੀ ਕੁਐਸਚਨ ਨੰਬਰ ਇੰਜਨ thought engine of processes of cultural change and action. The engine of cultural change is the capacity and the processes of, ਨਹੀਂ ਦੇਖੋ ਸਾਡੇ ਇੱਥੇ ਰੋਂਗ ਹੈ। ਹੁਣ ਤੁਸੀਂ ਦੇਖੋ ਇੱਥੇ ਆਨਸਰ ਕਿਵੇਂ ਸਹੀ ਆਏਗਾ। ਬਿਫੋਰ ਸਬਮਿਟਿੰਗ ਸਾਡੇ ਇੱਥੇ ਰੋਂਗ ਹੋ ਗਿਆ। ਅਸੀਂ ਪਹਿਲਾਂ ਸਹੀ ਸੋਚਿਆ ਸੀ ਕ੍ਰੀਏਟਿਵ ਥੋਟ ਜਾਂ ਕ੍ਰੀਏਟਿਵ ਥਿੰਕਿੰਗ ਦੇ ਹਿਸਾਬ ਨਾਲ ਹੀ ਆਨਸਰ ਆਏਗਾ, ਠੀਕ ਹੈ। ਹੁਣ ਇੱਥੇ ਥੋੜਾ ਗਲਤ ਹੋਣਾ ਜੇ। ਇੱਥੇ ਮੈਂ ਕਿਉਂ ਲੱਭਦਾ ਪਿਆ ਆਨਸਰ ਕਿ ਪ੍ਰੋਸੈਸਿਸ ਨਹੀਂ ਆਏਗਾ, ਤਾਂ ਹੀ ਮੈਨੂੰ ਥੋੜਾ ਨਾ ਸ਼ੱਕ ਹੈਗਾ। ਦੇਖੋ ਇੱਥੇ ਮੈਂ ਪਹਿਲਾਂ ਲਾਇਆ ਸੀ ਪ੍ਰੋਸੈਸਿਸ ਮੈਂ ਕਿਉਂ ਆਪਣਾ ਆਨਸਰ ਡਿਲੀਟ ਕੀਤਾ ਕਿ ਕਿਉਂ ਮੈਨੂੰ ਸ਼ੱਕ ਹੋਇਆ, ਕਿਉਂਕਿ ਤੁਸੀਂ ਆਹ ਦੇਖੋ ਕਿ ਅੱਗੇ ਉਹਨੇ ਕੀ ਕਿਹਾ ਕਿ ਕਲਚਰਲ ਚੇਂਜ ਦਾ ਜਿਹੜਾ ਡੈਸ਼ ਹੈਗਾ ਤੇ ਅੱਗੇ ਉਹਨੇ ਜਿਹੜੀ ਹੈਲਪਿੰਗ ਵਰਬ ਲਾਇਆ ਨਾ ਇਜ਼ ਲਾਇਆ। ਇੱਥੇ ਨਾ ਇੱਕ ਰੂਲ ਸਿੱਖਣਾ, ਜਿਵੇਂ ਮੈਂ ਆਨਸਰ ਫਾਈਂਡ ਆਊਟ ਕੀਤਾ ਤੁਸੀਂ ਵੀ ਇਸ ਤਰ੍ਹਾਂ ਨਾ ਪੇਪਰ 'ਚ ਥੋੜਾ ਚੰਗੀ ਤਰ੍ਹਾਂ ਕਰ ਸਕਦੇ ਹੋ। ਜੇ ਇੱਥੇ ਜਦੋਂ ਇੱਥੇ ਇਹੋ ਜਿਹੀ ਲਾਈਨ ਹੋਵੇ ਨਾ, ਜਦੋਂ ਆਫ ਲੱਗਾ ਹੋਵੇ ਤੇ ਆਫ ਦੇ ਦੋਨੋਂ ਪਾਸੇ ਗੱਲਾਂ ਕੀਤੀਆਂ ਨਾਊਨਸ ਦੀਆਂ ਕਿ ਇੱਧਰ ਵੀ ਨਾਊਨ ਹੈ ਤੇ ਇੱਧਰ ਵੀ ਨਾਊਨ ਹੈ। ਇੱਥੇ ਕੀ ਹੁੰਦਾ ਹੈ, ਹੈਲਪਿੰਗ ਵਰਬ ਉਸ ਹਿਸਾਬ ਬਣਾਉਂਦਾ ਹੈ ਜਿਹੜਾ ਆਫ ਤੋਂ ਪਹਿਲਾਂ ਜਿਹੜਾ ਨਾਊਨ ਹੈ ਉਹ ਸਿੰਗਲ ਹੈ ਕਿ ਪਲੂਰਲ, ਉਹਦੇ ਬੇਸ ਤੇ। ਮਤਲਬ ਜੇ ਤੇ ਇਜ਼ ਲੱਗਾ ਤੇ ਇਹਦਾ ਮਤਲਬ ਹੈਗਾ ਕਿ ਜਿਹੜਾ ਇੱਥੇ ਚੀਜ਼ ਜਿਹੜੀ ਹੈਗੀ ਹੈ ਦਾ ਦੇ ਨਾਲ ਆਫ ਤੋਂ ਪਹਿਲਾਂ ਉਹ ਸਿੰਗਲ ਹੋਣੀ ਚਾਹੀਦੀ ਆ। ਇੱਥੇ ਹੈਗੇ ਪ੍ਰੋਸੈਸ ਜ਼ਿਆਦਾ। ਜਿੱਥੇ ਪ੍ਰੋਸੈਸਿਸ ਆਨਸਰ ਹੁੰਦਾ ਨਾ ਤੇ ਆਰ ਲੱਗਾ ਹੁੰਦਾ, ਮੈਂ ਤਾਂ ਹੀ ਤੇ ਕਨਫਿਊਜ਼ ਹੈਗਾ। ਸੋ ਇੱਥੇ ਜਿਹੜਾ ਆਨਸਰ ਹੈ ਨਾ ਉਹ ਐਗਜ਼ੈਕਟਲੀ ਉਹ ਇੰਜਨ ਕਹਿ ਰਿਹਾ, ਕਹਿੰਦੇ ਇੱਥੇ ਇੰਜਨ ਲਾਓ, ਦ ਇੰਜਨ ਆਫ ਕਲਚਰਲ ਚੇਂਜ ਤੇ ਉੱਪਰ ਪ੍ਰੋਸੈਸਿਸ ਲਾ ਦਿਓ। ਹੁਣ ਵੇਖੋ ਇੱਥੇ ਤੇ ਇੰਜਨ ਤਾਂ ਸੈੱਟ ਹੋਏਗਾ ਕਿਉਂਕਿ ਇਜ਼ ਲੱਗਾ ਤੇ ਇੱਕ ਚੀਜ਼ ਤੇ ਚੱਲ ਜਾਣੀ ਹੈ। ਮਤਲਬ ਇੱਥੇ ਇਜ਼ ਲੱਗਾ ਆ ਤੇ ਇੰਜਨ ਹੈਗਾ ਵੀ ਸਿੰਗਲ ਨਾਊਨ ਹੈ ਤੇ ਚੱਲ ਗਿਆ। ਹੁਣ ਇੱਥੇ ਪ੍ਰੋਸੈਸਿਸ ਆਏਗਾ, ਉਹਦਾ ਰੀਜ਼ਨ ਕੀ ਹੈ ਤੇ ਪਿੱਛੇ ਵੇਖੋ ਇੱਥੇ ਆਪਾਂ ਚੀਜ਼ ਦੇਖ ਨਹੀਂ ਪਾਏ ਗਲਤੀ ਨਾਲ ਕਿ ਇੱਥੇ ਵੈਲਿਊਜ਼ ਜ਼ਿਆਦਾ ਨੇ, ਅੱਗੇ ਟ੍ਰਡੀਸ਼ਨਸ ਹੈ ਤੇ ਐਂਡ ਤੋਂ ਬਾਅਦ ਜਿਹੜਾ ਫੇਰ ਨਾਊਨ ਮੰਗਿਆ ਉਹ ਫਿਰ ਐਸ ਨਾਲ ਹੈਗਾ ਪ੍ਰੋਸੈਸਿਸ, ਰਾਈਟ। ਸੋ ਇਸ ਕਰਕੇ ਹੈਗਾ ਤਿੰਨੋਂ ਪਲੂਰਲ ਨਾਊਨ ਚੱਲਦੇ ਪਏ। ਸੋ ਗ੍ਰਾਮਰ ਦੇ ਨਾਲ ਸਾਨੂੰ ਥੋੜਾ ਜ਼ਿਆਦਾ ਹੈਲਪ ਮਿਲ ਜੇਗੀ ਕਿ ਹਾਂ ਉੱਥੇ ਪ੍ਰੋਸੈਸਿਸ ਆਉਣਾ ਸੀ ਤੇ ਉੱਥੇ ਇੰਜਨ ਆਉਣਾ ਸੀ ਅਗਲੇ ਦੇ ਵਿੱਚ। ਸੋ ਇਹ ਸੀ ਇਹਦੇ ਰਾਈਟ ਆਨਸਰਸ। Let's talk about the next one, 69th. Creative and cultural education are not subjects in the dash. आंसर की हो सकता है कि creative and cultural education are not the subjects in the dash. आंसर ਉਹਦਾ ਹੋ ਜਾਏਗਾ, ਤੁਸੀਂ ਕਹਿ ਸਕਦੇ ਆ ਦਾ ਆਂਸਰ ਹੋ ਸਕਦਾ ਹੈ ਕਰਿਕਲਮ। ਇਹਦਾ ਆਂਸਰ ਹੈਗਾ CURRICULUM ਕਰਿਕਲਮ। ਕਰਿਕਲਮ ਦਾ ਮੀਨਿੰਗ ਕੀ ਹੁੰਦਾ? ਕਰਿਕਲਮ ਦਾ ਮੀਨਿੰਗ ਹੁੰਦਾ ਸਿਲੇਬਸ। ਆਪਾਂ ਸਿਲੇਬਸ ਨੂੰ ਕਹਿੰਦੇ ਆ, ਸਾਡਾ ਕੋਈ ਵੀ ਸਿਲੇਬਸ ਜਿਹੜਾ ਹੁੰਦਾ ਨਾ ਉਹਨੂੰ ਆਪਾਂ ਕਰਿਕਲਮ ਕਹਿੰਦੇ ਆ ਦੂਜੇ ਸ਼ਬਦਾਂ ਦੇ ਵਿੱਚ। ਸੋ ਕਹਿੰਦਾ ਕਿ ਕ੍ਰੀਏਟਿਵ ਤੇ ਕਲਚਰਲ ਐਜੂਕੇਸ਼ਨ ਸਬਜੈਕਟਸ ਨਹੀਂ ਗਏ, ਸਬਜੈਕਟਸ ਕਿਤੇ ਹੁੰਦੇ ਆ ਸਿਲੇਬਸ ਦੇ, ਇਸ ਕਰਕੇ ਆਨਸਰ ਇਹਦਾ ਸਿਲੇਬਸ ਦੀ ਜਗ੍ਹਾ ਕਰਿਕਲਮ ਆਏਗਾ। ਐਂਡ ਦੇ ਆਰ ਜਨਰਲ ਫੰਕਸ਼ਨਸ ਆਫ ਐਜੂਕੇਸ਼ਨ। ਉਹ ਕਹਿੰਦਾ ਵੈ ਇਹ ਕੀ ਹੁੰਦੇ ਨੇ, ਇੱਕ ਐਜੂਕੇਸ਼ਨ ਦੇ ਫੰਕਸ਼ਨਸ ਹੁੰਦੇ ਨੇ। ਡੈਸ਼ them effectively calls for a dash strategy. ਡੈਸ਼ them effectively, ਡੈਸ਼ ਕਰਨਾ ਇਹਨਾਂ ਨੂੰ ਇਫੈਕਟਿਵਲੀ। ਇੱਥੇ ਆਨਸਰ ਆ ਜਾਏਗਾ ਟ੍ਰੀਟਿੰਗ ਕੇ ਪ੍ਰਮੋਟਿੰਗ। ਪ੍ਰਮੋਟਿੰਗ ਕਹਿੰਦਾ ਇਹਨਾਂ ਨੂੰ ਡੈਸ਼ ਕਰਨਾ ਇੱਕ ਡੈਸ਼ ਸਟ੍ਰੈਟਜੀ ਹੁੰਦਾ। ਇੱਕ ਨਾ ਥੋੜਾ ਵੀ ਰੂਲ ਹੁੰਦਾ। ਹੁਣ ਇੱਥੇ ਮੈਂ ਇੱਕ ਹੋਰ ਰੂਲ ਦੱਸਦਾ ਕਿਵੇਂ ਮੈਨੂੰ ਪਤਾ ਲੱਗਾ ਕਿ ਆਈਐਨਜੀ ਵਾਲਾ ਆਏਗਾ। ਜਦੋਂ ਬਲੈਂਕ ਦੀ ਸਟਾਰਟਿੰਗ ਹੁੰਦੀ ਹੈ ਨਾ ਤੇ ਉੱਥੇ ਕੋਈ ਕੰਮ ਮੰਗਦੇ ਆ, ਕੋਈ ਕਿ ਇਹਨਾਂ ਨੂੰ ਇੰਜ ਕਰਨਾ। ਪਹਿਲਾ ਵਰਡ ਜੇ ਵਰਬ ਮੰਗ ਰਿਹਾ ਤਾਂ ਜਨਰਲ ਕੇਸਿਸ ਦੇ ਵਿੱਚ ਉਹ ਆਈਐਨਜੀ ਨਾਲ ਆਂਦਾ, ਵਰਬ ਪਲੱਸ ਆਈਐਨਜੀ। ਜੇ ਪਹਿਲੇ ਨੰਬਰ ਤੇ ਬਲੈਂਕ ਬਣੀ ਹੈ ਤੇ ਉੱਥੇ ਉਹ ਕੰਮ ਮੰਗ ਰਿਹਾ ਉਹਨੇ, ਕਿਉਂਕਿ ਗੱਲ ਹੀ ਉਹਨੇ ਇੰਜ ਕੀਤੀ ਹੈ। ਡੈਸ਼ them ਇਫੈਕਟਿਵਲੀ, ਡੈਸ਼ them ਕਰਨਾ ਮਤਲਬ ਕੀ ਕਰਨਾ? ਸੋ ਪ੍ਰਮੋਟ ਹੀ ਕਰਨਾ, ਕਿਉਂਕਿ ਐਜੂਕੇਸ਼ਨ ਦੇ ਵਿੱਚ ਇਹ ਦੋ ਚੀਜ਼ਾਂ ਹੈਗੀਆਂ ਕ੍ਰੀਏਟਿਵ ਤੇ ਕਲਚਰਲ ਐਜੂਕੇਸ਼ਨ, ਤੇ ਇਹਨਾਂ ਨੂੰ ਕੀ ਕਰਦੇ ਸਕੂਲਸ ਵਾਲੇ ਪ੍ਰਮੋਟ ਕਰਦੇ। ਸੋ ਆਨਸਰ ਇੱਥੇ ਲਗਾਵਾਂਗੇ ਪ੍ਰਮੋਟਿੰਗ them ਇਫੈਕਟਿਵਲੀ। ਡੈਸ਼ ਸਟ੍ਰੈਟਜੀ ਕਹਿੰਦਾ ਕਾਲਸ ਫॉर ਏ ਡੈਸ਼ ਸਟ੍ਰੈਟਜੀ। ਧਿਆਨ ਨਾਲ ਵੇਖਿਓ, ਉਹਨੇ ਕਿਹਾ ਏ ਸਟ੍ਰੈਟਜੀ ਇੱਕ ਚੀਜ਼ ਹੈਗੀ ਹੈ, ਉਹਨੇ ਕਿਹਾ ਇਸ ਤਰ੍ਹਾਂ ਦੀ ਸਟ੍ਰੈਟਜੀ ਚਾਹੀਦੀ ਹੈ। ਤੇ ਕਿਹੜੀ ਸਟ੍ਰੈਟਜੀ? ਹੁਣ ਇੱਥੇ ਸਾਨੂੰ ਚਾਹੀਦਾ ਵਾ ਐਡਜੈਕਟਿਵ। ਐਡਜੈਕਟਿਵ ਜਿਹਨੂੰ ਪਤਾ ਹੈ ਕਿ ਆਈਸੀ ਵਾਲੇ ਸਾਰੇ ਐਂਡ ਦੇ ਐਡਜੈਕਟਿਵ ਹੁੰਦੇ ਆ ਤੇ ਉਸ ਲਾਮ ਨਾਲ ਇੱਥੇ ਲਾਏਗਾ ਸਿਸਟਮੈਟਿਕ ਆਨਸਰ। ਯੂ ਸ਼ੁੱਡ ਨੋ ਕਿ ਆਈਸੀ ਵਾਲੇ ਸਾਰੇ ਐਂਡਿੰਗਸ ਜਿਹੜੇ ਹੁੰਦੇ ਨੇ ਉਹ ਐਡਜੈਕਟਿਵਸ ਹੁੰਦੇ ਨੇ, ਜਿਵੇਂ ਫੈਂਟੈਸਟਿਕ, ਪ੍ਰੋਬਲਮੈਟਿਕ, ਇਸ ਤਰ੍ਹਾਂ ਯਾਦ ਕਰੋ। I have given you the list. One that addresses ਕਹਿੰਦਾ ਇੱਕ ਸਟ੍ਰੈਟਜੀ ਜਿਹੜੀ ਐਡਰੈਸ ਕਰਦੀ ਹੈ ਬੈਲੈਂਸ ਆਫ ਸਕੂਲ ਕਰਿਕੂਲਮ ਨੂੰ, ਟੀਚਿੰਗ ਮੈਥਡਸ ਨੂੰ, ਅਸੈਸਮੈਂਟ ਨੂੰ, ਕੋਮਾ ਡੈਸ਼ ਸਕੂਲਸ ਕਨੈਕਟ ਵਿਦ ਅਦਰ ਪੀਪਲ।
ਡੈਸ਼ ਸਕੂਲਸ ਕਨੈਕਟ, ਹਾਊ ਸਕੂਲਸ ਕਨੈਕਟ ਵਿਦ ਅਦਰ, ਇੰਝ ਹੀ ਹੋਏਗਾ, ਲਾਈਨ ਸੈਂਸ ਬਣਦੀ ਨਾ ਕਿ ਕਿੱਦਾਂ ਨੂੰ ਕਿਵੇਂ ਨੂੰ ਆਪਾਂ ਕਹਿੰਦੇ ਆ ਹਾਊ ਕਿਵੇਂ ਸਕੂਲਸ ਕਨੈਕਟ ਕਰਦੇ ਨੇ ਦੂਜੇ ਲੋਕਾਂ ਨਾਲ, ਐਂਡ ਰਿਸੋਰਸਿਸ ਐਂਡ ਦ ਡੈਸ਼ ਐਂਡ ਡਿਵੈਲਪਮੈਂਟ ਆਫ ਟੀਚਰ, ਤੇ ਲਾਸਟ ਤੇ ਆ ਜਾਏਗਾ ਦ ਟ੍ਰੀਟਿੰਗ ਹੀ ਚੱਲੇਗਾ ਕਿ ਕਿੱਦਾਂ ਟੀਚਰਸ ਤੇ ਦੂਜਿਆਂ ਦੀ ਡਿਵੈਲਪਮੈਂਟ ਹੁੰਦੀ ਹੈ ਤੇ ਕਿਵੇਂ ਉਹਨਾਂ ਨਾਲ ਟਰੀਟ ਕੀਤਾ ਜਾਂਦਾ ਹੈ। ਇਹਦੇ ਆਂਸਰਸ ਹੋਣਗੇ। ਲੈਟ ਅਸ ਵੰਸ ਸੀ, ਯਹੀ ਹੈ। ਹਾਂ ਠੀਕ ਹੈ, ਇੱਥੇ ਉਹੀ ਗਲਤੀ, ਇੱਥੇ ਨਾ ਗਲਤੀ ਜੇ ਧਿਆਨ ਨਾਲ ਦੇਖਿਓ, ਇੱਥੇ ਨਾ ਆਂਸਰ ਟ੍ਰੇਨਿੰਗ ਆਣਾ, ਮੈਂ ਵੀ ਕਿਹਾ ਲਾਈਨ ਬੰਦੀ ਨਹੀਂ ਪਈ। ਬੇਸਿਕਲੀ ਨਾ ਇੱਥੇ ਜਿਹੜੀ ਥੱਲੇ ਲਿਖੀ ਹੈ ਨਾ, ਆਈ ਡੋਂਟ ਨੋ ਤੁਹਾਡੇ ਲਿਸਟ ਤੁਹਾਡੇ ਕੋਲ ਜਿਹੜੇ ਪ੍ਰਿੰਟ ਆਊਟਸ ਉਹ 'ਚ ਟ੍ਰੀਟਿੰਗ ਲਿਖਿਆ ਕਿ ਕੀ ਲਿਖਿਆ, ਇੱਥੇ ਨਾ ਐਕਚੁਅਲ 'ਚ ਆਪਸ਼ਨ ਹੈਗੀ ਟ੍ਰੇਨਿੰਗ, ਤੇ ਇੱਥੇ ਆਂਸਰ ਟ੍ਰੇਨਿੰਗ ਹੁੰਦਾ। ਤਾਂ ਟ੍ਰੇਨਿੰਗ ਕਰਨਾ ਤੇ ਡਿਵੈਲਪਮੈਂਟ ਕਰਨਾ, ਤਾਂ ਹੀ ਮੈਂ ਕਹਾਂ ਟ੍ਰੀਟਿੰਗ ਜੱਚਦਾ ਨਹੀਂ ਪਿਆ, ਪਰ ਬਚਦਾ ਸਾਡੇ ਕੋਲ ਹੀ ਹੈ। ਟ੍ਰੇਨਿੰਗ ਇਹਦਾ ਰਾਈਟ ਆਪਸ਼ਨ ਹੈਗੀ ਜੇ, ਜੇ ਤੁਹਾਡੇ ਗਲਤ ਲਿਖਿਆ ਤੁਸੀਂ ਇਹਨੂੰ ਸਹੀ ਕਰ ਲਿਓ, ਟ੍ਰੇਨਿੰਗ ਆਂਸਰ ਹੈਗਾ ਜੇ, ਪਰ ਸਟਿਲ ਤੁਸੀਂ ਪਿਛਲੇ ਲੱਭ ਸਕਦੇ ਸੀ ਅਕੋਰਡਿੰਗ ਟੂ ਸੈਂਸ। 70th, countries throughout the world are dash their education systems। ਕੰਟਰੀਜ਼ ਜਿਹੜੀਆਂ ਦੁਨੀਆ ਭਰ ਚ ਹੈਗੀਆਂ ਨੇ, ਥਰੂ ਆਊਟ ਦਾ ਵਰਲਡ, ਇੱਕ ਤੇ ਨਾ ਆਹ ਵਰਡ ਧਿਆਨ ਨਾਲ ਦੇਖਿਓ, ਇਹਨੂੰ ਕੀ ਬੋਲਦੇ ਆ, ਥਰੂ ਆਊਟ। ਥਰੂ ਆਊਟ ਵਾਲਾ ਵਰਡ ਜਿਹੜਾ ਹੁੰਦਾ ਵਾ ਉਹਦੇ ਨਾਲ ਜਨਰਲੀ ਆਉਂਦਾ ਥਰੂ ਆਊਟ ਦੇ ਨਾਲ ਜਾਂ ਤੇ ਕਿਸੇ ਇਲਾਕੇ ਦਾ ਨਾਮ ਆਉਂਦਾ ਕਿ ਜਿਵੇਂ ਥਰੂ ਆਊਟ ਦਾ ਵਰਲਡ, ਥਰੂ ਆਊਟ ਦਾ ਕੰਟਰੀ, ਥਰੂ ਆਊਟ ਇੰਡੀਆ, ਥਰੂ ਆਊਟ ਸਿਟੀ, ਹੈ ਨਾ, ਤੇ ਉਹਦਾ ਮਤਲਬ ਹੁੰਦਾ ਪੂਰੀ ਦੁਨੀਆ ਦੇ ਆਲੇ ਦੁਆਲੇ ਜਾਂ ਪੂਰੀ ਦੁਨੀਆ ਦੇ ਵਿੱਚ, ਜਾਂ ਤੇ ਇਹਦੇ ਨਾਲ ਵਰਡ ਆਉਂਦਾ ਥਰੂ ਆਊਟ ਦਾ ਹਿਸਟਰੀ, ਮਤਲਬ ਕਿਸੇ ਸਮੇਂ ਦਾ ਨਾਮ ਲੈਣਾ ਹੋਵੇ ਜਦੋਂ, ਕਿ ਇਸ ਸਮੇਂ ਦੌਰਾਨ, ਉਹਨੂੰ ਵੀ ਥਰੂ ਆਊਟ ਕਹਿੰਦੇ। ਸੋ ਕੰਟਰੀਜ਼ ਜਿਹੜੀਆਂ ਪੂਰੀ ਦੁਨੀਆ ਦੇ ਦੌਰਾਨ ਜਿਹੜੀ ਕੀ ਹੈ, ਆਰ ਡੈਸ਼ ਦੇਅਰ ਐਜੂਕੇਸ਼ਨ ਸਿਸਟਮ, ਆਰ ਤੋਂ ਬਾਅਦ ਵਰਬ ਨਾਲ ਆਈਐਨਜੀ ਆ ਸਕਦਾ ਕਿਉਂਕਿ ਕੀ ਕਹਿ ਰਿਹਾ, ਕੰਟਰੀਆਂ ਆ ਕਰ ਰਹੀਆਂ ਨੇ, ਵਰਬ ਨਾਲ ਆਈਐਨਜੀ ਇੱਥੇ ਹੈਗਾ ਵਾ ਰੀਆਰਗਨਾਈਜ਼ਿੰਗ, ਸੋ ਆਂਸਰ ਇਜ਼ ਰੀਆਰਗਨਾਈਜ਼ਿੰਗ। ਰੀਆਰਗਨਾਈਜ਼ਿੰਗ ਦਾ ਮਤਲਬ ਹੋ ਗਿਆ, ਆਰਗੇਨਾਈਜ਼ ਕਰਨਾ ਕੀ ਹੁੰਦਾ ਹੈ, ਕਿਸੇ ਚੀਜ਼ ਨੂੰ ਮੈਨੇਜ ਕਰਨਾ ਜਾਂ ਕਿਸੇ ਚੀਜ਼ ਨੂੰ ਇੱਕ ਚੰਗੀ ਤਰੀਕੇ ਨਾਲ ਰੱਖਣਾ। ਸੋ ਰੀਆਰਗਨਾਈਜ਼ਿੰਗ ਮਤਲਬ ਕੀ ਹੈ, ਦੁਬਾਰਾ ਚੰਗੀ ਤਰੀਕੇ ਨਾਲ ਆਪਣੇ ਚੀਜ਼ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ, ਦੁਬਾਰਾ ਉਹਨੂੰ ਮੇਨਟੇਨ ਕਰ ਰਹੇ ਨੇ ਆਪਣੇ ਐਜੂਕੇਸ਼ਨ ਸਿਸਟਮਸ ਨੂੰ। ਲਾਈਕ ਅਸ ਦੇ ਆਰ ਡੈਸ਼ ਇਨ ਰੈਪਿਡ ਇਕੋਨਮਿਕ ਐਂਡ ਸੋਸ਼ਲ ਚੇਂਜ, ਦੇ ਆਰ ਡੈਸ਼ ਇਨ, ਦੇ ਆਰ ਤੋਂ ਬਾਅਦ ਥਰਡ ਫਾਰਮ ਆ ਸਕਦੀ ਹੈ, ਦੇ ਆਰ ਡੈਸ਼ ਇਨ, ਤੇ ਇੱਕ ਵਰਡ, ਇੱਕ ਥਰਡ ਫਾਰਮ ਇੱਥੇ ਹੈਗੀ ਐਨਗਲਫਡ, ਤੇ ਇਹ ਵੀ ਯਾਦ ਕਰੋ ਕਿ ਐਨਗਲਫਡ ਦੇ ਨਾਲ ਇਨ ਵਾਲਾ ਵਰਡ ਦੀ ਕੋਲੋਕੇਸ਼ਨ ਵੀ ਹੈ, ਐਨਗਲਫਡ ਇਨ। ਇਹਦਾ ਥੋੜਾ ਮੀਨਿੰਗ ਆਪਾਂ ਦੇਖ ਸਕਦੇ ਹਾਂ। ਲੈਟ ਅਸ ਵੰਸ ਚੈੱਕ ਕਿ ਇਨਗਲਫ ਇਨ ਦਾ ਮਤਲਬ ਕੀ ਹੈ। ਇਨਗਲਫ ਇਨ ਮੀਨਿੰਗ, ਐਨਗਲਫ ਇਨ ਦਾ ਮੀਨਿੰਗ ਇੱਥੇ ਹੋ ਸਕਦਾ ਹੈ ਟੂ ਫਲੋ ਓਵਰ ਐਂਡ ਐਨਕਲੋਜ਼, ਕਿਸੇ ਦੇ ਨਾਲ ਅਟੈਚਡ ਹੋਣਾ। ਐਨਗਲਫ ਕੱਲਾ ਆਪਾਂ ਐਨਗਲਫ ਦਾ ਮੀਨਿੰਗ ਦੇਖਦੇ ਹਾਂ, ਐਨਗਲਫਡ। ਸੋ ਐਨਗਲਫ ਦਾ ਇੱਥੇ ਮੀਨਿੰਗ ਇੱਥੇ ਆ ਗਿਆ ਟੂ ਸਟਰੋਂਗਲੀ ਅਫੈਕਟ ਸਮਬਡੀ ਜਾਂ ਫਿਰ ਟੂ ਕਵਰ ਸਮਬਡੀ ਕੰਪਲੀਟਲੀ, ਐਨਗਲਫਡ ਇਨ ਰੈਪਿਡ। ਓਕੇ, ਐਨਗਲਫ ਦਾ ਮਤਲਬ ਇੱਥੇ ਇਹ ਹੈਗਾ ਟੂ ਕਿਸੇ ਨੂੰ ਆਲੇ ਦੁਆਲੇ ਚੰਗੀ ਤਰ੍ਹਾਂ ਘੇਰ ਲੈਣਾ, ਘੇਰਾ ਪਾਣਾ, ਠੀਕ ਹੈ। ਸੋ ਇੱਥੇ ਕੀ ਕਿਹਾ ਕਿ ਲਾਈਕ ਸਾਡੇ ਵਾਂਗ ਹੀ ਜਿਹੜੀਆਂ ਕੰਟਰੀਜ਼ ਹੈ ਐਜੂਕੇਸ਼ਨ ਸਿਸਟਮ, ਉਹਨਾਂ ਦੇ ਆਰ ਐਨਗਲਫਡ ਇਨ ਰੈਪਿਡ ਇਕੋਨਮੀ, ਜਿਹੜੀ ਕੰਟਰੀਜ਼ ਹੈਗੀਆਂ ਉਹ ਤੇਜ਼ੀ ਨਾਲ ਗਰੋਥ ਅਤੇ ਸੋਸ਼ਲ ਬਦਲਾਵ ਦੇ ਵਿੱਚ ਘਿਰੀਆਂ ਹੋਈਆਂ, ਮਤਲਬ ਇਹ ਦੋ ਪ੍ਰੋਸੈਸ ਹੈਗੇ ਆ, ਤੇ ਇਹ ਦੋ ਪ੍ਰੋਸੈਸਾਂ ਦੇ ਵਿੱਚ ਕੀ ਕਰਦੇ ਪਈਆਂ ਕੰਟਰੀਆਂ ਘਿਰੀਆਂ ਹੋਈਆਂ, ਉਹਨੂੰ ਕਹਿੰਦੇ ਆ ਐਨਗਲਫਡ ਹੈਗੀਆਂ। ਬਾਕੀ ਮੈਨੂੰ ਕੋਲੋਕੇਸ਼ਨ ਪਤਾ ਸੀ ਕਿ ਥਰਡ ਫਾਰਮ ਵੀ ਆਣੀ ਤੇ ਇੰਨਾ ਕੋਲੋਕੇਸ਼ਨ ਵੀ ਹੈ, ਤੇ ਆਪਾਂ ਆਂਸਰ ਉਹਨਾਂ ਵੀ ਲੱਭ ਸਕਦੇ ਹਾਂ। ਮੈਂ ਬਹੁਤ ਡੀਪਲੀ ਕਿਸੇ ਵਗੈਬ ਘੱਟ ਜਾਂਦਾ ਹੁੰਦਾ, ਮੈਂ ਗ੍ਰਾਮਰ ਨਾਲ ਹੀ ਆਂਸਰ ਕਰ ਲੈਣਾ, ਸੋ ਗ੍ਰਾਮਰ ਦੀ ਵੀ ਸਿੱਖੋ, ਉਹ ਜਲਦੀ ਆਂਸਰ ਦੇ ਦੇਗੀ ਤੁਹਾਨੂੰ। ਹੁਣ ਆ ਵੇਖੋ ਕਿ ਗ੍ਰਾਮਰ ਦਾ ਕਿਵੇਂ ਆਂਸਰ ਆਏਗਾ, ਬਲੈਂਕ ਤੋਂ ਬਾਅਦ ਕੋਮਾ। ਸੋ ਬਲੈਂਕ ਜਿਹੜੀ ਪਹਿਲੇ ਨੰਬਰ ਤੇ ਹੋਵੇ, ਅਗੇ ਕੋਮਾ ਲੱਗਾ ਹੋਵੇ, ਤੇ ਜਾਂ ਤੇ ਐਲਵਾਈ ਆਉਂਦੇ ਆ ਜਾਂ ਫਿਰ ਉੱਥੇ ਆਂਦਾ ਕੋਈ ਕਨੈਕਟ ਕਰਨ ਵਾਲਾ ਵਰਡ। ਇੱਥੇ ਮੇਰੇ ਖਿਆਲ ਨਾਲ ਆਂਸਰ ਆ ਸਕਦਾ ਹੈ ਅਲਾਈਕ ਜਾਂ ਐਵਰੀਵੇਅਰ। ਚਲੋ ਫਿਲਹਾਲ ਇੱਥੇ ਛੱਡਦੇ ਹਾਂ, ਅੱਗੇ ਚੱਲਦੇ ਹਾਂ। ਐਜੂਕੇਸ਼ਨ ਇਜ਼ ਸੀਨ ਐਜ਼ ਦਾ ਮੇਨ ਵੇ, ਐਜੂਕੇਸ਼ਨ ਇੱਕ ਐਸਾ ਰਸਤਾ ਹੈਗਾ ਜਿਸ ਤਰ੍ਹਾਂ ਆਪਾਂ ਇੰਡੀਵਿਜੂਅਲਸ ਨੂੰ ਇਨੇਬਲ ਕਰ ਸਕਦੇ ਹਾਂ। ਇਨੇਬਲ ਦਾ ਮਤਲਬ ਦੱਸਿਆ ਸੀ ਤੁਹਾਨੂੰ ਮੈਂ, ਕਿਸੇ ਕੰਮ ਜੋਗਾ ਬਣਾਉਣਾ ਜਾਂ ਕਿਸੇ ਕੰਮ ਦੇ ਲਈ ਉਹਨੂੰ ਠੀਕ ਕਰਨਾ, ਉਹਦੇ ਲਈ ਵਰਤੋਂ ਲਈ ਯੂਜ਼ਫੁਲ ਬਣਾਉਣਾ। ਸੋ ਕਹਿੰਦਾ ਐਜੂਕੇਸ਼ਨ ਐਸਾ ਰਸਤਾ ਹੈ ਜਿਹਦੇ ਨਾਲ ਆਪਾਂ ਇੰਡੀਵਿਜੂਅਲਸ ਨੂੰ ਇਸ ਤਰੀਕੇ ਨਾਲ ਯੂਜ਼ਫੁਲ ਬਣਾ ਸਕਦੇ ਹਾਂ ਕਿ ਨੇਸ਼ਨਸ ਨੂੰ ਤੇ ਇੰਡੀਵਿਜੂਅਲਸ ਨੂੰ ਇਨੇਬਲ ਕਰਨਾ ਕਿ ਉਹ ਡੈਸ਼ ਟੂ ਡੈਸ਼ ਦੀਸ ਚੇਂਜਿਸ, ਟੂ ਮੀਟ ਦੀਸ ਚੇਂਜਿਸ ਐਂਡ ਡੈਸ਼ ਟੂ ਅਲਾਈਕ। ਓਕੇ, ਇੱਥੇ ਜਿਹੜਾ ਆਂਸਰ ਹੈਗਾ ਲਾਸਟ ਤੇ ਪਹਿਲਾਂ ਮੈਨੂੰ ਲੱਭਿਆ ਮੀਟ,
ਇਹ ਨਾ ਕੋਲੋਕੇਸ਼ਨ ਹੈਗੀ ਹੈ, ਇਹ ਜਲਦੀ ਤਾਂ ਲੱਭਿਆ, ਇੱਕ ਤੇ ਦੂਜਾ ਦੋ ਰੀਜ਼ਨ ਹੈਗੇ ਆ। ਇੱਕ ਤੇ ਟੂ ਤੋਂ ਬਾਅਦ ਫਸਟ ਫਾਰਮ ਆਉਂਦੀ ਤੇ ਮੀਟ ਫਸਟ ਫਾਰਮ ਹੋ ਗਈ, ਮੀਟ ਮੈਟ ਮੈਟ। ਨੰਬਰ ਸੈਕਿੰਡ ਤੇ ਮੀਟ ਚੇਂਜਿਸ, ਜਦੋਂ ਮੀਟ ਚੇਂਜਿਸ ਦੀ ਕੋਲੋਕੇਸ਼ਨ ਵੀ ਹੈ, ਜਦੋਂ ਅਸੀਂ ਕਿਸੇ ਵੀ ਚੀਜ਼ ਵਿੱਚ ਬਦਲਾਵ ਲਿਆਂਦਾ ਹੈ ਅਤੇ ਉਸ ਬਦਲਾਵ ਦੇ ਸਾਰੇ ਹੀ ਨਿਯਮਾਂ ਦਾ ਪਾਲਣ ਕਰਦੇ ਪਏ ਆ, ਉਹਦੇ 'ਚ ਜੋ ਜੋ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਦਿੰਦੇ ਪਏ ਆ, ਐਟ ਮੀਨਸ ਹੈਗਾ ਕਿ ਅਸੀਂ ਉਹ ਚੇਂਜਿਸ ਨੂੰ ਮੀਟ ਕਰਦੇ ਪਏ ਆ। ਮਤਲਬ ਲੈਟ ਸਪੋਜ਼ ਜਿਵੇਂ ਕੋਵਿਡ ਤੋਂ ਬਾਅਦ ਕੀ ਹੋਇਆ ਕਿ ਮਾਸਕ ਪਾਉਣਾ ਜ਼ਰੂਰੀ ਸੀ, ਤਾਂ ਚੇਂਜਿਸ ਆਈਆਂ, ਤਾਂ ਸਮਾਜ ਦੀ ਚੇਂਜਿਸ ਨੂੰ ਮੀਟ ਕਰਨਾ ਪਿਆ, ਸਾਨੂੰ ਵੀ ਮਾਸਕ ਪਾ ਕੇ ਜਾਣਾ ਪਿਆ। ਸੋ ਅਸੀਂ ਕੀ ਕੀਤਾ, ਮੀਟ ਕੀਤਾ ਚੇਂਜਿਸ ਨੂੰ। ਇੱਥੇ ਆਨਸਰ ਇੰਝ ਹੀ, ਕੋਲੋਕੇਸ਼ਨ ਸਮਝ ਲੱਗੀ। ਇੱਥੇ ਆਨਸਰ ਕਿਉਂ ਆਏਗਾ, ਇਨੇਬਲ ਕਰਨਾ ਇੰਡੀਵਿਜੂਅਲਸ ਨੂੰ, ਤੇ ਇੱਥੇ ਆਨਸਰ ਜਿਹੜਾ ਹੈਗਾ ਅਲਾਈਕ ਜੇ ਤੇ ਉੱਪਰ ਐਵਰੀਵੇਅਰ ਆਏਗਾ। ਹੁਣ ਮੈਂ ਤੁਹਾਨੂੰ ਕਿਹਾ ਸੀ ਕਿ ਨਾ ਉੱਪਰ ਕਿ ਉੱਪਰ ਕਨੈਕਟਰ ਆਏਗਾ, ਤੇ ਐਵਰੀਵੇਅਰ ਕਨੈਕਟਰ ਦਾ ਕੰਮ ਵੀ ਕਰਦਾ ਜੇ, ਐਵਰੀਵੇਅਰ। ਤੇ ਐਵਰੀਵੇਅਰ ਇੱਕ ਜਿਹੜਾ ਹੈਗਾ ਵਾ ਐਡਵਰਬ ਦਾ ਕੰਮ ਵੀ ਕਰਦਾ। ਹੁਣ ਤੁਹਾਨੂੰ ਐਡਵਰਬ ਐਲਵਾਈ ਵਾਲੇ ਪਤਾ ਕਿ ਐਲਵਾਈ ਹੁੰਦੇ ਨੇ, ਐਲਵਾਈ ਤੋਂ ਬਿਨਾਂ ਵੀ ਹੁੰਦੇ ਜੇ। ਜਿਵੇਂ ਕੰਮ ਕਿਵੇਂ ਹੋ ਰਿਹਾ ਉਹ ਐਲਵਾਈ ਦੱਸਦਾ, ਅਤੇ ਕੰਮ ਕਿੱਥੇ ਹੋ ਰਿਹਾ ਕਿ ਐਵਰੀਵੇਅਰ ਹੋ ਰਿਹਾ, ਕਿ ਕਹਿ ਸਕਦੇ ਹਾਂ ਕਿ ਐਟ ਦੈਟ ਪਲੇਸ ਹੋ ਰਿਹਾ, ਇਨ ਦੈਟ ਪਲੇਸ ਹੋ ਰਿਹਾ, ਇਨ ਦਾ ਸਿਟੀ ਹੋ ਰਿਹਾ। ਸੋ ਉਹ ਕੰਮ ਕਿੱਥੇ ਹੋ ਰਿਹਾ, ਕਦੋਂ ਹੋ ਰਿਹਾ, ਕਿਵੇਂ ਹੋ ਰਿਹਾ, ਸਾਰੀ ਚੀਜ਼ਾਂ। ਸੋ ਐਵਰੀਵੇਅਰ ਹੋ ਰਿਹਾ ਤਾਂ ਕਰਕੇ। ਐਂਡ ਅਲਾਈਕ ਇੱਥੇ ਕਿਉਂ ਆਇਆ, ਆ ਚੀਜ਼ ਬੜੀ ਧਿਆਨ ਨਾਲ ਸਮਝਣੀ ਜੀ। ਅਲਾਈਕ ਵਾਲਾ ਵਰਡ ਬੜਾ ਨਾ ਇੱਕ ਵਧੀਆ ਕੰਸੈਪਟ ਹੈਗਾ। ਅਲਾਈਕ ਕਿਉਂ ਆਇਆ ਇੱਥੇ, ਅਲਾਈਕ ਐਸੇ ਕਰਕੇ ਆਇਆ, ਤੁਸੀਂ ਸਮਝੋ ਕਿ ਅਲਾਈਕ ਜਿਹੜਾ ਵਰਡ ਹੈ ਨਾ ਉਹ ਬੋਥ ਦਾ ਸਿਨੋਨਿਮ ਹੁੰਦਾ, ਪਰ ਇੰਝ ਜਾਂਦਾ ਜੇ ਆਪਾਂ ਲਿਖਦੇ ਆ ਨਾ ਬੋਥ, ਬੋਥ ਦਾ ਮੀਨਿੰਗ ਹੁੰਦਾ ਜਦੋਂ ਆਪਾਂ ਦੋ ਚੀਜ਼ਾਂ ਦੀ ਗੱਲ ਕਰਦੇ ਹਾਂ ਕਿ ਦੋਵਾਂ ਨੂੰ। ਲਾਈਕ ਇੱਥੇ ਮੈਂ ਕਹਾਂਗਾ ਕਿ I want both, I want both, ਜਾਂ ਫਿਰ I want to progress, ਮੈਂ progress ਕਰਨਾ ਚਾਹੁੰਦਾ, ਤਰੱਕੀ ਕਰਨਾ ਚਾਹੁੰਦਾ, like both my sister and brother, ਆਪਣੇ ਸਿਸਟਰ ਤੇ ਬ੍ਰਦਰ ਵਾਂਗ। ਤੇ ਜਿਹੜਾ ਅਲਾਈਕ ਹੈ ਨਾ ਉਹ ਬੋਥ ਦਾ ਕੰਮ ਕਿਸੇ ਵੇਲੇ ਕਰਦਾ ਕੁਝ ਸੈਂਟੈਂਸਿਸ ਦੇ ਵਿੱਚ, ਤੇ ਬਟ ਉਹ ਕੀ ਹੁੰਦਾ ਵਾ ਕਿ ਉਹ ਬਾਅਦ ਚੋਂ ਆਉਂਦਾ। ਮਤਲਬ ਜਿਵੇਂ ਬੋਥ ਇੱਥੇ ਆਇਆ ਤੇ ਅਲਾਈਕ ਤੁਹਾਡਾ ਇੱਥੇ ਆ ਸਕਦਾ ਕਿ ਆਈ ਵਾਂਟ ਟੂ ਪ੍ਰੋਗਰੈਸ ਲਾਈਕ, ਪਰ ਇੱਥੇ ਲਾਈਨ ਦੀ ਸੈਂਸ ਬੰਦੀ ਨਹੀਂ ਪਈ। ਹਾਊਐਵਰ ਉਹ ਨਾ ਕੁਝ ਅਲੱਗ ਤਰੀਕੇ ਦੀ ਲਾਈਨ ਹੁੰਦੀ, ਪਰ ਇੰਨਾ ਪਤਾ ਮੈਨੂੰ ਕਿ ਅਲਾਈਕ ਜਿਹੜਾ ਵਰਡ ਹੈ ਨਾ, ਤੁਸੀਂ ਮਤਲਬ ਇਹ ਚੀਜ਼ ਸਮਝ ਸਕਦੇ ਹੋ। ਦੇਖੋ ਲਾਈਕ ਆਉਂਦਾ ਕਦੋਂ, ਤੁਸੀਂ ਐਸ ਸਮਝਿਓ, ਦੋ ਨਾਊਨ ਹੋਣਗੇ ਇੰਜ, ਜਾਂ ਦੋ ਜਾਂ ਤਿੰਨ ਨਾਊਨ ਹੋਣਗੇ, ਜਨਰਲੀ ਦੋ ਨਾਊਨ ਹੁੰਦੇ ਆ। ਦੋ ਨਾਊਨਸ ਤੋਂ ਬਾਅਦ ਜੇ ਬਲੈਂਕ ਬਣੀ ਹੋਈ ਹੈ ਤਾਂ ਤੁਹਾਨੂੰ ਜੋ ਆਪਸ਼ਨ ਹੈਗੀ ਆ ਅਲਾਈਕ ਦੀ, ਤੇ ਉੱਥੇ ਅਲਾਈਕ ਦੀ ਆਪਸ਼ਨ ਆ ਸਕਦੀ ਹੈ। ਇਹ ਯਾਦ ਵੀ ਰੱਖ ਸਕਦੇ ਹੋ ਕੰਸੈਪਟ ਤੁਸੀਂ ਇਹਦੇ ਵੇਖੋ, ਇਨੇਬਲਿੰਗ ਇੰਡੀਵਿਜੂਅਲਸ, ਦੇਖੋ ਇਹਨਾਂ ਨੂੰ ਅਤੇ ਨੇਸ਼ਨਸ ਨੂੰ ਇੱਕ ਤਰੀਕੇ ਨਾਲ, ਮਤਲਬ ਦੋ ਨਾਊਨਸ ਆ ਗਏ ਤੇ ਦੋ ਨਾਊਨਸ ਦੇ ਨਾਲ ਫਿਰ ਸਾਡਾ ਵਰਡ ਆ ਗਿਆ ਅਲਾਈਕ। ਹੋਰ ਸਪਸ਼ਟਤਾ ਲਈ ਅਲਾਈਕ ਦਾ ਮੀਨਿੰਗ ਇੱਥੇ ਹੋ ਗਿਆ ਸਿਮਿਲਰ, ਹਾਂ ਲਾਈਕ ਮਤਲਬ ਠੀਕ ਹੈ, ਦੋ ਚੀਜ਼ਾਂ ਨੂੰ ਜਦੋਂ ਆਪਾਂ ਇੱਕ ਤਰੀਕੇ ਨਾਲ ਕੰਮ ਕਰਦੇ ਹਾਂ, ਸੇਮ ਤਰੀਕੇ ਨਾਲ ਕੰਮ ਕਰਦੇ ਹਾਂ, ਉਹਨੂੰ ਕਹਿੰਦੇ ਆ ਅਲਾਈਕ, ਕਿ ਇੱਕ ਤਰੀਕੇ ਵਾਂਗ ਕੰਮ ਕਰਨਾ। ਠੀਕ ਹੈ, ਬਾਕੀ ਇਹਨਾਂ ਮੈਂ ਕਿਤੇ ਪੜ੍ਹਿਆ ਸੀ, ਜਿਹੜਾ ਮੈਂ ਬੋਥ ਦਾ ਕੰਸੈਪਟ ਦੱਸਦਾ ਪਿਆ ਸੀ ਕਿ ਬੋਥ ਪਹਿਲਾਂ ਆਉਂਦਾ ਤੇ ਅਲਾਈਕ ਬਾਅਦ ਚ ਆਉਂਦਾ, ਮੈਂ ਉੱਥੇ ਇਹਨਾਂ ਪੜ੍ਹਿਆ ਸੀ। ਸੋ ਇਹ ਥੋੜਾ ਜਿਹਾ ਧਿਆਨ ਚ ਰੱਖਣਾ, ਕੱਲ ਨੂੰ ਵਰਡ ਕਿਤੇ ਆ ਜਾਏ ਤੇ ਇੱਥੇ ਪਾਣਾ ਜੇ ਨਾਊਨਸ ਤੋਂ ਬਾਅਦ, ਦੋ ਨਾਊਨਸ ਤੋਂ ਬਾਅਦ। ਲੈਟ ਅਸ ਟਾਕ ਅਬਾਊਟ 71st ਨੰਬਰ। ਸਕੂਲਸ ਹੈਵ ਅ ਕੰਪਲੈਕਸ ਟਾਸਕ, ਸਕੂਲ ਦਾ ਟਾਸਕ ਬਹੁਤ ਕੰਪਲੈਕਸ ਹੁੰਦਾ ਹੈ। ਵੀ ਐਕਸਪੈਕਟ ਐਜੂਕੇਸ਼ਨ ਟੂ, ਇੱਕ ਤੇ ਕੋਲੋਕੇਸ਼ਨ ਲਿਖੀਏ, ਇਹ ਐਜੂਕੇਸ਼ਨ ਨੂੰ ਜੇ ਆਪਾਂ ਕੱਟਾਣਾ ਤੇ ਐਕਸਪੈਕਟ ਟੂ ਦੀ ਕੋਲੋਕੇਸ਼ਨ ਜੇ। ਐਕਸਪੈਕਟ ਟੂ ਦਾ ਮਤਲਬ ਹੁੰਦਾ ਕਿਸੇ ਤੋਂ ਉਮੀਦ ਲਗਾਣੀ, ਤੇ ਜਿਹਦੇ ਤੋਂ ਆਪਾਂ ਉਮੀਦ ਲਗਾਉਂਦੇ ਆ, ਠੀਕ ਹੈ, ਹੋਪ ਲਗਾਉਂਦੇ ਆ, ਉਹ ਵਾਲਾ ਵਰਡ ਵਿੱਚ ਆ ਸਕਦਾ। ਕਿ ਆਪਾਂ ਐਜੂਕੇਸ਼ਨ ਤੋਂ ਉਮੀਦ ਲਗਾਈਏ ਤਾਂ ਆਪਾਂ ਵੀ ਐਕਸਪੈਕਟ ਐਜੂਕੇਸ਼ਨ ਟੂ। ਜੇ ਮੈਂ ਤੁਹਾਡੇ ਤੋਂ ਉਮੀਦ ਲਗਾਈ ਹੈ ਆਈ ਐਕਸਪੈਕਟ ਯੂ ਟੂ। ਜੇ ਮੈਂ ਰਾਹੁਲ ਤੋਂ ਉਮੀਦ ਲਈ ਹੈ ਆਈ ਐਕਸਪੈਕਟ ਰਾਹੁਲ ਟੂ। ਸੋ ਵਿਚਕਾਰ ਉਹਦਾ ਵਰਡ ਆਂਦਾ, ਪਰ ਉਹ ਤੇ ਜੇ ਟੂ ਲੱਗਾ ਤੇ ਕੱਲ ਨੂੰ ਇਹ ਬਲੈਂਕ ਮਿਸ ਹੁੰਦੀ ਹੈ ਤੇ ਐਕਸਪੈਕਟ ਵਾਲਾ ਵਰਡ ਆ ਸਕਦਾ ਹੈ। ਰਾਈਟ, ਵੀ ਐਕਸਪੈਕਟ ਐਜੂਕੇਸ਼ਨ ਤੋਂ, ਅਸੀਂ ਐਜੂਕੇਸ਼ਨ ਤੋਂ ਇਹ ਉਮੀਦ ਲਗਾਉਂਦੇ ਹਾਂ ਕਿ ਟੂ ਡੈਸ਼ ਯੰਗ ਪੀਪਲ ਫॉर ਦਾ ਵਰਲਡ, ਤਾਂ ਕਿ ਉਹ ਵਰਲਡ ਦੇ ਵਰਕ ਲਈ, ਵਰਲਡ ਦਾ ਵਰਕ ਲਈ ਅਤੇ ਡੈਸ਼ ਲਈ, ਡੈਸ਼ ਇੰਡੀਪੈਂਡੈਂਸ ਲਈ ਡੈਸ਼ ਹੋਣ। ਟੂ ਤੋਂ ਬਾਅਦ ਫਸਟ ਫਾਰਮ ਆਉਂਦੀ ਹੈ। ਫਸਟ ਫਾਰਮ ਇੱਥੇ ਕਿਹੜੀ ਕਿਹੜੀ ਹੈ, ਪ੍ਰੀਪੇਅਰ, ਪ੍ਰੀਪੇਅਰਡ, ਪ੍ਰੀਪੇਅਰਡ। ਪਰਪਸ ਇੱਕ ਵਰਬ ਨਹੀਂ ਹੁੰਦਾ, ਹੋਰ ਕੋਈ ਵਰਬ ਲੱਗਦੀ ਨਹੀਂ ਪਈ, ਐਲ ਵਾਈ ਵੈਸੇ ਵਰਬ ਨਹੀਂ ਹੈ। ਡਾਈਵਰਸ, ਡਾਈਵਰਸ ਇੱਕ ਐਡਜੈਕਟਿਵ ਹੈ। ਡਾਈਵਰਸ ਦਾ ਮਤਲਬ ਮੈਂ ਹੁਣੇ ਪਿੱਛੇ ਸ਼ਾਇਦ ਡਾਈਵਰਸਿਟੀ ਦੱਸਿਆ ਸੀ। ਡਾਈਵਰਸ ਦਾ ਮਤਲਬ ਹੁੰਦਾ ਅਲੱਗ ਅਲੱਗ। ਡਿਫਰੈਂਟ ਦਾ ਸੋਨਿਮ ਜੇ ਡਾਈਵਰਸ, ਡਿਫਰੈਂਟ ਦਾ ਇਹ ਐਡਜੈਕਟਿਵ ਹੈ। ਲਾਈਵਨੈਸ ਲੱਗਾ ਹੋਇਆ, ਇਕੋਨੋਮਿਕ, ਆਈਸੀ ਵਾਲੇ ਸਾਰੇ ਐਡਜੈਕਟਿਵ ਹੁੰਦੇ, ਮੈਨੂੰ ਉਹਨਾਂ ਵੀ ਪਤਾ। ਠੀਕ ਹੈ, ਉਹ ਦਿਮਾਗ 'ਚ ਹੋਣੇ ਚਾਹੀਦੇ ਆ, ਤੁਹਾਨੂੰ ਲਰਨ ਹੋਣੇ ਚਾਹੀਦੇ ਆ। ਇਸ ਕਰਕੇ ਤੁਸੀਂ ਫਟਾਫਟ ਆਂਸਰ ਲੱਭ ਸਕਦੇ ਹੋ ਕਿ ਆਂਸਰ ਪ੍ਰੀਪੇਅਰ ਹੀਗਾ, ਹੋਰ ਕੋਈ ਨਹੀਂਗਾ।
ਇੱਕ ਤੇ ਆਨਸਰ ਲੱਭਿਆ ਇੰਜ ਗ੍ਰਾਮਰ ਨਾਲ। ਹੁਣ ਦੂਜਾ ਤਰੀਕਾ ਲੱਭਣਾ ਕਿ ਮੈਂ ਮੇਕ ਸ਼ੋਰ ਕਿਵੇਂ ਕੀਤਾ ਕਿ ਪ੍ਰਿਪੇਅਰ ਹੀ ਆਨਸਰ ਆਊਗਾ ਇੱਥੇ। ਪ੍ਰਿਪੇਅਰ ਦੀ ਕੋਲੋਕੇਸ਼ਨ ਹੁੰਦੀ 4 ਨਾਲ, ਤੇ ਅੱਗੇ ਵੇਖੋ 4 ਲੱਗਾ ਵੀ ਹੈ, ਆਖੋ ਪ੍ਰਿਪੇਅਰ 4। ਇਹ ਵੀ ਤੁਹਾਨੂੰ ਲਰਨ ਕਰਨੀਆਂ ਪੈਂਦੀਆਂ ਚੀਜ਼ਾਂ। ਤੇ ਜਿਸ ਬੰਦੇ ਨੂੰ ਜਾਂ ਜਿਸ ਚੀਜ਼ ਨੂੰ ਪ੍ਰਿਪੇਅਰ ਕਰਨਾ ਹੈ ਉਹਦਾ ਨਾਮ ਵਿੱਚ ਜਾਂਦਾ। ਜਿਸ ਤਰ੍ਹਾਂ ਆਈ ਪ੍ਰਿਪੇਅਰ ਬ੍ਰੇਕਫਾਸਟ ਫॉर ਮਾਈ ਫੈਮਿਲੀ, ਸੋ ਪ੍ਰਿਪੇਅਰ ਯੋਰ ਯੰਗ ਪੀਪਲ ਫॉर ਦਾ ਵਰਲਡ, ਮਤਲਬ ਵਿਚਕਾਰ ਉਹਦਾ ਨਾਮ ਆ ਜਾਂਦਾ। ਸੋ ਪ੍ਰਿਪੇਅਰ 4 ਦੀ ਕੋਲੋਕੇਸ਼ਨ ਨੋਟ ਡਾਊਨ। ਸੋ ਵਰਲਡ ਆਫ ਵਰਕ ਐਂਡ ਫॉर ਡੈਸ਼ ਇੰਡੀਪੈਂਡੈਂਸ, ਇੱਥੇ ਆਨਸਰ ਮੈਂ ਇੰਝ ਲੱਭਾਂਗਾ ਕਿ ਆਹ ਵੇਖੋ ENC ਲੱਗਾ। ENC ਦਾ ਮਤਲਬ ਹੁੰਦਾ ਹੈ ਕਿ ਇਹ ਇੱਕ ਨਾਊਨ ਹੈਗਾ, ਤੇ ਨਾਊਨ ਤੋਂ ਪਹਿਲਾਂ ਬਲੈਂਕ ਮਿਸ ਹੋ ਜਾਏ ਤੇ ਜਨਰਲੀ ਕੀ ਆਉਂਦਾ ਐਡਜੈਕਟਿਵ। ਆਈ ਵਿਲ ਫਾਈਂਡ ਆਊਟ ਦਾ ਐਡਜੈਕਟਿਵ। ਐਡਜੈਕਟਿਵ ਮੈਨੂੰ ਵੀ ਪਤਾ ਕਿ IC ਵਾਲੇ ਸਾਰੇ ਐਡਜੈਕਟਿਵ ਹੁੰਦੇ ਨੇ, ਤੇ ਇੱਕ ਡਾਈਵਰਸ ਐਡਜੈਕਟਿਵ ਹੈ। ਪਰ ਮੈਨੂੰ ਇੱਕ ਕੋਲੋਕੇਸ਼ਨ ਵੀ ਦਿਮਾਗ 'ਚ ਆ ਰਹੀ ਹੈ ਕਿ ਇਕੋਨੋਮਿਕ ਇੰਡੀਪੈਂਡੈਂਸ ਕੋਲੋਕੇਸ਼ਨ ਵੀ ਹੈ, ਅਤੇ ਸੁਣਿਆ ਸੁਣਿਆ ਵਰਡ ਲੱਗਦਾ ਇਕੋਨੋਮਿਕ ਇੰਡੀਪੈਂਡੈਂਸ। ਇਕੋਨੋਮਿਕ ਇੰਡੀਪੈਂਡੈਂਸ ਦਾ ਮਤਲਬ ਕੀ ਹੁੰਦਾ ਇਹ ਵੀ ਤੁਸੀਂ ਨੋਟ ਡਾਊਨ ਕਰ ਲਓ। ਇਕੋਨੋਮਿਕ ਇੰਡੀਪੈਂਡੈਂਸ ਦੀ ਤੇ ਕੋਲੋਕੇਸ਼ਨ ਆ ਗਈ। ਇਹਦਾ ਮਤਲਬ ਹੁੰਦਾ ਹੈ ਅਸੀਂ ਕਿਸੇ ਦੇ ਉੱਪਰ ਪੈਸੇ ਦੇ ਲਈ ਨਿਰਭਰ ਨਹੀਂ ਕਰਦੇ, ਅਸੀਂ ਆਪਣਾ ਪੈਸਾ ਆਪ ਕਮਾ ਰਹੇ ਹਾਂ, ਆਹੀ ਕਿਤੇ ਨਿਰਭਰ ਨਹੀਂ ਕਰ ਰਹੇ। ਸੋ ਉਹਨੂੰ ਕਹਿੰਦੇ ਆ ਸਾਡੇ ਕੋਲ ਜਿਹੜੀ ਇਕੋਨੋਮਿਕ ਜਾਂ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈਗੀ ਹੈ, ਠੀਕ ਹੈ, ਇਸ ਤਰ੍ਹਾਂ ਕਰਦੇ ਹਾਂ। ਸੋ ਕਹਿੰਦਾ ਯੰਗ ਲੋਕਾਂ ਨੂੰ ਤਿਆਰ ਕਰਨਾ ਕਿ ਉਹ ਕੰਮ ਕਰਨ ਅਤੇ ਆਪਣੀ ਇਕੋਨੋਮਿਕ ਇੰਡੀਪੈਂਡੈਂਸ ਅਚੀਵ ਕਰਨ। ਟੂ ਅਨੇਬਲ them to live dash in responsible communities। ਹੁਣ ਇੱਥੇ ਆਨਸਰ ਐਵੇਂ ਲੱਭਾਂਗਾ ਕਿ ਟੂ ਤੋਂ ਬਾਅਦ ਵਰਬ ਲੱਗੀ ਹੈ, ਤੇ ਵਰਬ ਲੱਗੀ ਹੋਵੇ ਤੇ ਨਾਲ ਕੀ ਹੁੰਦਾ ਹੈ, ਸਾਨੂੰ ਇੰਨਾ ਰੂਲ ਪਤਾ ਨਾ, ਜਿਹਨਾਂ ਨੂੰ ਨਹੀਂ ਪਤਾ ਤੇ ਉਹ ਸਿੱਖ ਲੈਣ, ਵੀਡੀਓਜ਼ ਮੇਰੀ ਵੇਖਣ। ਵਰਬ ਕਮਸ ਵਿਦ ਐਨ ਐਡਵਰਬ, ਸੋ ਐਡਵਰਬ ਹੁੰਦੇ LY ਵਾਲੇ, ਸੋ ਓਬਵੀਅਸਲੀ ਕੰਸਟਰਕਟਿਵਲੀ ਦਾ ਆਨਸਰ ਹੈ। ਮੈਨੂੰ ਜੇ ਮੀਨਿੰਗ ਨਹੀਂ ਵੀ ਪਤਾ, ਤੁਹਾਨੂੰ ਜੇ ਮੀਨਿੰਗ ਨਹੀਂ ਪਤਾ ਕਿ ਕੰਸਟਰਕਟਿਵਲੀ ਦਾ ਮੀਨਿੰਗ ਕੀ ਹੈ, ਛੱਡੋ ਪਰੇ ਨਹੀਂ ਪਤਾ ਤੇ, ਪਰ ਰੂਲ ਜੇ ਪਤਾ ਹੈ ਤੇ ਰੂਲ ਦੇ ਨਾਲ ਤੁਸੀਂ ਆਨਸਰ ਲੱਭਣ ਦੇ ਕਰੀਬ ਕਾਫੀ ਪਹੁੰਚ ਸਕਦੇ ਹੋ ਕਿ ਲਿਵ ਕੀਤਾ ਉਹਨੇ, ਤੇ ਲਿਵ ਕਿਵੇਂ ਕੀਤਾ, ਕੰਸਟਰਕਟਿਵਲੀ ਵੀ ਲਿਵ ਕੀਤਾ। ਜੇ ਤੁਸੀਂ ਦਾ ਮੀਨਿੰਗ ਜਾਣਨਾ ਹੈ ਤੇ ਮੀਨਿੰਗ ਕੰਸਟਰਕਟਿਵਲੀ ਦਾ ਮਤਲਬ ਹੁੰਦਾ ਹੈ ਕਿ ਇਹ ਪੋਜ਼ਿਟਿਵ ਵਰਡ ਹੈਗਾ। ਇਹਦਾ ਮਤਲਬ ਹੈਗਾ ਕਿ ਉਹਨਾਂ ਨੇ ਯੂਜ਼ਫੁਲੀ, ਬੈਨੀਫੀਸ਼ੀਅਲੀ, ਹੈਲਪਫੁਲੀ, ਮਤਲਬ ਇੱਕ ਪੋਜ਼ਿਟਿਵ ਤਰੀਕੇ ਨਾਲ ਆਪਣੀ ਜ਼ਿੰਦਗੀ ਜਿੰਦੇ ਪਏ ਨੇ ਰਿਸਪੌਂਸਿਬਲ ਕਮਿਊਨਿਟੀਜ਼ ਦੇ ਵਿੱਚ। enable them to live in a tolerant, culturally dash and rapidly changing society। ਇੱਥੇ ਆਨਸਰ ਇੱਕ ਹੈਗੀ ਹੈ ਕੋਲੋਕੇਸ਼ਨ, ਪਿਛਲੇ ਬਲੈਂਕ 'ਚ ਵੀ ਆਈ ਸੀ, ਤੁਹਾਨੂੰ ਮੈਂ ਹੁਣ ਦਿਖਾਣਾ। ਇੱਥੇ ਆਨਸਰ ਹੈਗਾ ਡਾਈਵਰਸ, ਕਲਚਰਲੀ ਡਾਈਵਰਸ। ਕਲਚਰ ਦੇ ਨਾਲ ਡਾਈਵਰਸ ਦਾ ਜਾਂ ਡਾਈਵਰਸਿਟੀ ਦਾ ਕਾਫੀ ਵਰਡ ਆਉਂਦਾ ਹੈ। ਹੁਣ ਇਹੋ ਕਲਚਰਲੀ ਡਾਈਵਰਸ ਹੈ। ਆਪਾਂ ਪਿਛਲੇ ਬਲੈਂਕ 'ਚ ਜਾਂਦੇ ਹਾਂ, ਇੱਕ ਅੱਧੀ ਮੈਂ ਤੁਹਾਨੂੰ ਸ਼ਾਇਦ ਦੱਸੀ ਸੀ, ਡਾਈਵਰਸਿਟੀ ਦਾ ਮੀਨਿੰਗ ਦੱਸਿਆ ਸੀ, ਕਲਚਰਲ ਡਾਈਵਰਸਿਟੀ। ਜੇ ਲੱਭ ਜਾਵੇ ਤੇ ਆਹ ਦੇਖੋ ਕਲਚਰਲ ਡਾਈਵਰਸਿਟੀ, ਰਾਈਟ। ਸੋ ਕਲਚਰਲ ਡਾਈਵਰਸਿਟੀ ਦਾ ਮਤਲਬ ਹੈਗਾ ਸਾਡੇ ਸਮਾਜ ਦੇ ਵਿੱਚ ਕਲਚਰ ਦੇ ਵਿੱਚ ਸਾਡੇ ਟ੍ਰੈਡੀਸ਼ਨ ਜਿਹੜੇ ਚੱਲਦੇ ਪਏ ਉਹ 'ਚ ਕਿੰਨੇ ਕੁ ਫਰਕ ਹੈਗਾ ਲੋਕਾਂ 'ਚ, ਤੇ ਕਿੰਨਾ ਕੁ ਡਿਫਰੈਂਸ ਹੈਗਾ। ਕਲਚਰਲੀ ਡਾਈਵਰਸ ਵੀ ਇੱਕ ਤੁਹਾਡਾ ਕੋਲੋਕੇਸ਼ਨ ਹੈ। ਉਹ ਰੂਲ ਅਲੱਗ-ਅਲੱਗ ਹੈ। ਇਹ ਐਡਵਰਬ ਦੇ ਨਾਲ ਐਡਜੈਕਟਿਵ ਆਇਆ ਵਾ, ਉਹ ਐਡਜੈਕਟਿਵ ਪਲੱਸ ਨਾਊਨ ਸੀ। ਸੋ ਇਹਦੇ ਨਾਲ ਇੰਝ ਆ ਸਕਦਾ, ਠੀਕ ਹੈ, ਤੁਸੀਂ ਮਤਲਬ ਯਾਦ ਕਰ ਲਓ। ਤੇ ਅੱਗੇ ਪਰਹੈਪਸ ਅਬਵ ਆਲ, ਪਰਹੈਪਸ ਦਾ ਮਤਲਬ ਹੁੰਦਾ ਸ਼ਾਇਦ, ਜਿਹਨਾਂ ਨੂੰ ਨਹੀਂ ਪਤਾ। ਕੱਲ ਨੂੰ ਇਹ ਵੀ ਬਲੈਂਕ ਬਣ ਸਕਦੀ ਹੈ। ਸਟਾਰਟਿੰਗ ਤੇ ਆਉਂਦਾ ਕਾਫੀ ਵਰਡ ਹੈ ਵਾਲਾ, ਮਤਲਬ ਲਾਈਨ ਦੀ ਸਟਾਰਟਿੰਗ ਤੇ ਹੀ ਆ ਜਾਂਦਾ। ਪਰਹੈਪਸ ਦਾ ਮਤਲਬ ਸ਼ਾਇਦ, ਕਹਿੰਦਾ ਅਬਵ ਆਲ ਸਾਰਿਆਂ ਦੇ ਉੱਪਰ, ਵੀ ਐਕਸਪੈਕਟ ਐਜੂਕੇਸ਼ਨ ਟੂ ਹੈਲਪ ਯੰਗ ਪੀਪਲ, ਅਸੀਂ ਸਾਰਿਆਂ ਤੋਂ ਉੱਪਰ ਐਜੂਕੇਸ਼ਨ ਤੋਂ ਇਹ ਉਮੀਦ ਲਗਾਉਂਦੇ ਹਾਂ ਕਿ ਯੰਗ ਲੋਕਾਂ ਦੀ ਹੈਲਪ ਕਰੇ ਬਿਲਡ ਕਰਨ 'ਚ ਡੈਸ਼ ਨੂੰ। ਇਹ ਕੀ ਬਿਲਡ ਕਰਨਾ ਉਹਨਾਂ ਨੇ, ਇੱਥੇ ਆਏਗਾ ਲਾਈਵਸ। ਇਹ ਕੋਲੋਕੇਸ਼ਨ ਹੈ ਜੀ, ਬਿਲਡ ਲਾਈਫ। ਜਦੋਂ ਆਪਾਂ ਜ਼ਿੰਦਗੀ ਬਣਾਉਂਦੇ ਹਾਂ, ਲਾਈਫ ਬਣਾਉਂਦੇ ਹਾਂ, ਤੇ ਲਾਈਫ ਨੂੰ ਬਿਲਡ ਕੀਤਾ ਜਾਂਦਾ। ਇੱਕ ਲਾਈਫ ਨਾਲ ਬਿਲਡ ਆਉਂਦਾ ਵਰਡ, ਇੱਕ ਕਰੀਅਰ ਦੇ ਨਾਲ ਵੀ ਬਿਲਡ ਆ ਸਕਦਾ। ਕਰੀਅਰ ਤੇ ਲਾਈਫ ਦੋਵੇਂ ਬਿਲਡ ਹੁੰਦੇ ਨੇ। ਸੋ ਕੋਲੋਕੇਸ਼ਨ ਜੇ ਕੋਲੋਕੇਸ਼ਨਾਂ ਯਾਦ ਕਰਨੀਆਂ, ਲਿਖੀ ਜਾਓ ਤੇ ਯਾਦ ਕਰੀ ਚਲੋ, ਬਾਰ-ਬਾਰ ਨਾ ਕਹਿਣਾ ਪਵੇ। ਯੂ ਆਰ ਵੈਰੀ ਮੈਚਿਓਰ ਨਾਓ, ਤੇ ਤੁਸੀਂ ਇਹਨਾਂ ਨੂੰ ਸਿੱਖਣਾ। ਐਂਡ ਹੈਵ ਮੀਨਿੰਗ ਐਂਡ ਡੈਸ਼ ਇਨ ਫਿਊਚਰ, ਤੇ ਕਹਿੰਦਾ ਐਸੀ ਲਾਈਫ ਬਣਾਉਣੀ ਜਿਹਦਾ ਕਿ ਕੋਈ ਮੀਨਿੰਗ ਨਿਕਲਦਾ ਤੇ ਕੋਈ ਡੈਸ਼ ਹੈਗਾ। ਇੱਥੇ ਆਨਸਰ ਹੈਗਾ ਪਰਪਸ। ਇਹ ਵੀ ਕੋਲੋਕੇਸ਼ਨ ਜੇ, ਮੀਨਿੰਗ ਐਂਡ ਪਰਪਸ ਇਕੱਠਾ ਹੁੰਦਾ। ਜਦੋਂ ਸਾਡੀ ਲਾਈਫ ਦੇ ਵਿੱਚ ਕਿਸੇ ਚੀਜ਼ ਦਾ ਮਤਲਬ ਹੋਵੇ, ਕਿਸੇ ਚੀਜ਼ ਦੀ ਵੈਲਿਊ ਹੋਵੇ, ਉਹਨੂੰ ਕਹਿੰਦੇ ਆ ਸਾਡੇ ਲਈ ਇਹਦਾ ਮੀਨਿੰਗ ਤੇ ਪਰਪਸ ਕੀ ਹੈ ਫਿਊਚਰ ਲਈ। ਵੀ ਕੈਨ ਸਕਾਰਸਲੀ ਪ੍ਰਿਡਿਕਟ, ਵੇਖੋ ਮੈਂ ਕਿਵੇਂ ਪ੍ਰੋਨਾਂਸ ਕੀਤਾ, ਸਕਾਰਸਲੀ ਪ੍ਰਿਡਿਕਟ। ਸਕਾਰਸਲੀ ਦਾ ਮਤਲਬ ਹੁੰਦਾ ਹੈ ਸੰਭਾਵਨਾਵਾਂ ਜਿਹਦੀ ਬੜੀ ਘੱਟ ਹੁੰਦੀ ਹੈ, ਸ਼ੋਰਟ ਅਮਾਊਂਟ ਹੈ। ਪ੍ਰਿਡਿਕਟ ਦਾ ਮਤਲਬ ਹੁੰਦਾ ਅਨੁਮਾਨ ਲਗਾਉਣਾ, ਸੋ ਜਿਹਦਾ ਆਪਾਂ ਹਾਰਡਲੀ ਬੜਾ ਮੁਸ਼ਕਿਲ ਨਾਲ ਅਨੁਮਾਨ ਲਗਾ ਸਕਦੇ ਹਾਂ। ਐਕਸਟਰਾ ਵੋਕੈਬ ਨਾਲ ਲਿਖੋ ਜਿਹੜੀ ਮੈਂ ਬੋਲਦਾ ਪਿਆ। 72 ਨੰਬਰ,
Surprisingly high amounts of microplastic are raining down on a remote and seemingly dash part of France। ਕਹਿੰਦਾ ਵਾ ਕਿ ਬੜੀ ਸਰਪ੍ਰਾਈਜ਼ ਇਹ ਮਿਲਿਆ ਕਿ ਬੜੇ ਇਹੋ ਜਿਹੇ ਮਾਈਕਰੋਪਲਾਸਟਿਕ ਦੇ ਟੁਕੜੇ ਆ ਜਿਹੜੇ ਰੇਨਿੰਗ ਡਾਊਨ ਦਾ ਮਤਲਬ ਇਹੀ ਹੋ ਸਕਦਾ ਹੈ ਕਿ ਮੀਂਹ ਬਾਰਿਸ਼ ਦੀ ਫਾਰਮ ਦੇ ਵਿੱਚ ਡਿੱਗਦੇ ਪਏ ਨੇ। ਕਿੱਥੇ ਡਿੱਗਦੇ ਪਏ ਨੇ? ਇਹੋ ਜਿਹਾ ਪਾਰਟ ਹੈਗਾ ਫਰਾਂਸ ਦਾ ਜਿਹੜਾ ਬੜਾ ਰਿਮੋਟ ਹੈਗਾ, ਰਿਮੋਟ ਪਾਰਟ। ਕੱਲ ਨੂੰ ਰਿਮੋਟ ਵਾਲਾ ਵਰਡ ਵੀ ਬਲੈਂਕ ਬਣ ਸਕਦਾ ਸੀ। ਰਿਮੋਟ ਦਾ ਪਾਰਟ ਵਾਲਾ ਵਰਡ ਆ ਸਕਦਾ ਹੈ ਕੋਲੋਕੇਸ਼ਨ ਦੇ ਹਿਸਾਬ ਨਾਲ। ਰਿਮੋਟ ਹੁੰਦਾ ਦੂਰ ਦਾ, ਕਾਫੀ ਫਾਰ। ਜਿਹੜੀ ਚੀਜ਼ ਬੜੀ ਦੂਰ ਹੋਵੇ ਨਾ ਉਹਨੂੰ ਕਹਿੰਦੇ ਰਿਮੋਟ। ਇੱਕ ਟੀਵੀ ਰਿਮੋਟ ਹੁੰਦਾ ਉਹਨੂੰ ਵੀ ਇਹੀ ਕਹਿੰਦੇ ਆ। ਤੇ ਇੱਕ ਐਡਜੈਕਟਿਵ ਬਣ ਜਾਂਦਾ ਮਤਲਬ ਹੁੰਦਾ ਦੂਰ। ਤੇ ਸੀਮਿੰਗਲੀ ਡੈਸ਼ ਪਾਰਟ ਆਫ, ਤੇ ਇਹੋ ਜਿਹਾ ਪਾਰਟ ਹੈਗਾ ਵਾ ਫਰਾਂਸ ਦੇ ਮਾਊਂਟੇਨਸ ਦਾ। ਕਿਹੜਾ ਪਾਰਟ ਹੈਗਾ ਇੱਥੇ? ਕੀ ਆਂਸਰ ਆ ਸਕਦਾ ਹੈ? ਸੀਮਿੰਗਲੀ ਡੈਸ਼ ਪਾਰਟ ਆਫ ਪ੍ਰਿਸਟੀਨ ਬ੍ਰੋਕਨ ਪਾਰਟ ਆਫ। ਪਾਰਟ ਨੂੰ ਬ੍ਰੇਕ ਹੀ ਕਰਦੇ ਆ, ਕੋਈ ਪਾਰਟ ਹੈਗਾ ਉਹਨੂੰ ਤੋੜਿਆ, ਬ੍ਰੋਕਨ ਪਾਰਟ ਆ ਸਕਦਾ ਮੇਬੀ ਇੱਥੇ ਕਿ ਐਸਾ ਪਾਰਟ ਮਾਊਂਟੇਨਸ ਦਾ ਜਿਹੜਾ ਟੁੱਟਿਆ ਹੋਇਆ ਅਲੱਗ ਹੈਗਾ ਹਨਾ। ਅਲੱਗ ਨੂੰ ਆਪਾਂ ਬ੍ਰੋਕਨ ਪਾਰਟ ਕਹਿ ਸਕਦੇ ਹਾਂ। ਫਿਲਹਾਲ ਮੈਂ ਲਗਾਨਾ, ਬਾਕੀ ਅੱਗੇ ਪਹਿਲਾਂ ਲੱਭ ਲੈਣੇ ਆ ਫਿਰ ਆਪਾਂ ਕਨਫਰਮ ਹੋਵਾਂਗੇ। ਤੁਸੀਂ ਥੋੜਾ ਜਿਹਾ ਜੇ ਕਨਫਰਮ ਨਹੀਂ ਕੀਤੇ ਤੁਸੀਂ ਪਹਿਲਾਂ ਅਗਲੀ ਸੋਲਵ ਕਰ ਲਓ। ਅਕੋਰਡਿੰਗ ਟੂ ਸਾਇੰਟਿਸਟ ਹੂ ਸੇ ਸੱਚ ਡੈਸ਼ ਕੁਡ ਪੋਟੈਂਸ਼ੀਅਲੀ ਬੀ ਡੈਸ਼ ਐਵਰੀਵੇਅਰ। ਕਹਿੰਦਾ ਇਹੋ ਜਿਹਾ ਡੈਸ਼, ਇਹੋ ਜਿਹਾ ਕਿਉਂ ਕਿਹਾ ਮੈਂ? ਇਹੋ ਜਿਹਾ ਦੀ ਇੰਗਲਿਸ਼ ਹੁੰਦੀ ਸੱਚ। ਇਹੋ ਜਿਹਾ ਜਿਹੜਾ ਡੈਸ਼ ਹੈ ਕੀ ਹੈ? ਇਹੋ ਜਿਹੇ ਪਾਰਟੀਕਲਸ ਆ ਸਕਦਾ। PARTICLES, ਇਹੋ ਜਿਹੇ ਪਾਰਟੀਕਲਸ ਨੇ। ਪਾਰਟੀਕਲ ਸੱਚ, ਦੇਖੋ ਜਿਹੜਾ ਸੱਚ ਵਾਲਾ ਵਰਡ ਹੈ ਨਾ ਉਹ ਜਦੋਂ ਆਵੇ ਨਾ ਤੇ ਮਤਲਬ ਹੁੰਦਾ ਹੈ ਕਿ ਇਹੋ ਜਿਹੇ, ਮਤਲਬ ਇਹਨੇ ਸੱਚ ਕਿਹਨੂੰ ਕਿਹਾ? ਜਿਹੜੀ ਪਿੱਛੇ ਗੱਲ ਕਰਕੇ ਉਹਨੂੰ ਸੱਚ ਕਿਹਾ। ਤੇ ਪਿੱਛੇ ਗੱਲ ਕਰਦਾ ਪਿਆ ਸੀ ਮਾਈਕਰੋਪਲਾਸਟਿਕ ਨੂੰ, ਤੇ ਉਹਨਾਂ ਨੇ ਕਿਹਾ ਸੀ ਆਰ, ਤੇ ਉਹਦੀ ਕਾਫੀ ਜ਼ਿਆਦਾ ਅਮਾਊਂਟ ਗਈਆਂ ਨੇ। ਜੇ ਮਾਈਕਰੋਪਲਾਸਟਿਕ ਪਿੱਛੇ ਜ਼ਿਆਦਾ ਸੀ ਤੇ ਇਹਦਾ ਮਤਲਬ ਹੈਗਾ ਕਿ ਜੇ ਉਹਨੂੰ ਸੱਚ ਕਹਿ ਰਿਹਾ ਤੇ ਮਤਲਬ ਉਹਨਾਂ ਨੇ ਪਾਰਟੀਕਲਸ ਕਿਹਾ ਕਿ ਆਹ ਵਾਲੇ ਜਿਹੜੇ ਪਾਰਟੀਕਲਸ ਹੈਗੇ ਨੇ। ਤਾਂ ਕਰਕੇ ਇੱਥੇ ਆਂਸਰ ਮੈਂ ਲਾਇਆ। ਜੇ ਵੇਖੋ ਕਿਵੇਂ ਆਂਸਰ ਲੱਭਦੇ, ਇੰਨੀ ਦੂਰ ਤੱਕ ਵੀ ਇਹ ਨਾ ਬੰਦਾ। ਕੁਡ ਪੋਟੈਂਸ਼ਲੀ ਬੀ ਡੈਸ਼ ਐਵਰੀਵੇਅਰ। ਕਹਿੰਦਾ ਵੈ ਇਹ ਸਾਰੇ ਕਿਤੇ ਹੈਗੇ ਨੇ। ਇੱਥੇ ਆਂਸਰ ਆਏਗਾ ਫਲੋਟਿੰਗ, FLOATING। ਸਟੂਡੈਂਟਸ ਦੇ ਨਾ ਮਾਈਂਡ 'ਚ ਹੁਣ ਇੱਥੇ ਗੱਲ ਆਊਗੀ, ਜਿਹੜਾ BE ਵਰਡ ਹੁੰਦਾ ਨਾ ਉਸ ਤੋਂ ਬਾਅਦ ਥਰਡ ਫਾਰਮ ਆਉਂਦੀ ਹੈ, ਪਰ ਹਮੇਸ਼ਾ ਨਹੀਂ ਆਉਂਦੀ। ING ਵੀ ਆ ਜਾਂਦਾ ਜੇ। ਸੋ ING ਦਾ ਵੀ ਰੂਲ ਹੁੰਦਾ ਜੇ। ਐਡਜੈਕਟਿਵ ਵੀ ਆ ਸਕਦਾ ਕਿਸੇ ਵੇਲੇ। ਸੋ ਤਿੰਨ ਰੂਲ ਹੁੰਦੇ ਆ, BE ਤੋਂ ਬਾਅਦ ਥਰਡ ਫਾਰਮ, ING ਜਾਂ ਐਡਜੈਕਟਿਵ। ਇੱਥੇ ING ਆਇਆ। ਬਾਕੀ ਫਲੋਟਿੰਗ ਕਿਉਂ ਆਇਆ? ਕਿਉਂਕਿ ਕਹਿੰਦਾ ਰੇਨ ਪੈ ਰਹੀ ਹੈ ਤੇ ਇਹੋ ਜਿਹੇ ਪਲਾਸਟਿਕ ਜਿਹੜੇ ਹੈਗੇ ਆ ਉਹ ਫਲੋਟ ਕਰ ਸਕਦੇ ਨੇ ਸਾਰੇ ਕਿਤੇ। ਫਲੋਟ ਦਾ ਮਤਲਬ ਹੁੰਦਾ ਤੈਰਨਾ, ਤੋਂ ਪਾਣੀ ਦੇ ਉੱਪਰ ਤੈਰ ਸਕਦੇ ਆ। ਉਹ ਪਾਣੀ ਇਕੱਠਾ ਹੋ ਜਾਏਗਾ ਤੇ ਪਲਾਸਟਿਕ ਤੈਰੇਗਾ ਉੱਪਰ। ਉਹਨੇ ਕਿਹਾ ਮਾਈਕਰੋਪਲਾਸਟਿਕ ਫ੍ਰੈਗਮੈਂਟਸ ਦਾ ਮਤਲਬ ਇੱਥੇ ਕੀ ਹੈਗਾ? ਫਿਰ ਫ੍ਰੈਗਮੈਂਟਸ ਪਾਰਟੀਕਲਸ ਨੂੰ ਕਹਿੰਦੇ ਆ ਜਾਂ ਫਿਰ ਟੁਕੜਿਆਂ ਨੂੰ ਕਹਿੰਦੇ ਆ, ਛੋਟੇ ਛੋਟੇ ਟੁਕੜੇ ਜਿਹੜੇ ਹੁੰਦੇ ਆ। ਸੋ ਪੀਸਿਸ ਨੂੰ ਵੀ ਕਹਿ ਸਕਦੇ ਆ। ਕਹਿੰਦਾ ਛੋਟੇ ਛੋਟੇ ਜਿਹੜੇ ਪੀਸਿਸ ਹੈਗੇ ਨੇ ਮਾਈਕਰੋਪਲਾਸਟਿਕ ਦੇ, ਸਮੋਲਰ ਦੈਨ 1/5 ਆਫ ਐਨ ਇੰਚ, ਮਤਲਬ 1 ਇੰਚ ਤੋਂ ਵੀ ਘੱਟ, ਬੜੇ ਛੋਟੇ ਛੋਟੇ ਸੂਖਸ਼ਮ, ਮਤਲਬ ਬਹੁਤ ਟਾਈਨੀ ਪੀਸਿਸ ਹੈਗੇ ਨੇ। ਦੈਟ ਹੈਵ ਡੈਸ਼ ਡਾਊਨ ਫਰੋਮ ਲਾਰਜ ਡੈਸ਼ ਆਫ ਪਲਾਸਟਿਕ। ਹੁਣ ਇੱਥੇ ਹੈਵ ਤੋਂ ਬਾਅਦ ਥਰਡ ਫਾਰਮ ਆਉਂਦੀ ਵੀ ਹੈ। ਮੈਨੂੰ ਇੱਥੇ ਲੱਗਦਾ ਇੱਥੇ ਥਰਡ ਫਾਰਮ ਆਣੀ ਹੈ। ਸੋ ਜਿੱਥੇ ਥਰਡ ਫਾਰਮ ਆਏਗੀ ਤੇ ਬ੍ਰੋਕਨ ਸਾਡੀ ਵਰਬ ਥਰਡ ਫਾਰਮ 'ਚ ਹੈਗੀ ਹੈ। ਇੱਥੇ ਆਪਸ਼ਨਸ ਕਿੰਨੀਆਂ ਹੈਗੀਆਂ? 1 2 3 4 5 1 2 3 4 5 from dash larger dash of seemingly dash part of। ਫਿਰ ਇੱਥੇ ਆਂਸਰ ਪਤਾ ਕੀ ਆਏਗਾ? ਹੁਣ ਇੱਥੇ ਵੇਖੋ, ਮੈਂ ਤੁਹਾਨੂੰ ਕਿਹਾ ਸੀ ਨਾ ਫਰਸਟ ਵਾਲੇ 'ਚ ਮੈਂ ਕਨਫਿਊਜ਼ਡ ਹੈਗਾ। ਸੋ ਇਸ ਕਰਕੇ ਇੱਥੇ ਮੈਂ ਸ਼ੋਰ ਹੋ ਗਿਆ ਕਿ ਇੱਥੇ ਬ੍ਰੋਕਨ ਹੀ ਆਊਗਾ। ਕਿਉਂਕਿ ਵੇਖੋ ਇੱਕ ਤੇ ਹੈਵ ਤੋਂ ਬਾਅਦ ਥਰਡ ਫਾਰਮ ਆ ਗਈ, ਬ੍ਰੋਕਨ ਨੰਬਰ 1, ਤੇ ਥੱਲੇ ਥਰਡ ਫਾਰਮ ਇੱਕ ਹੈਗੀ ਸੀ ਇਸ ਟਾਈਮ। ਨੰਬਰ ਦੂਜੀ ਗੱਲ ਕੋਲੋਕੇਸ਼ਨ, ਬ੍ਰੇਕ ਡਾਊਨ। ਜਦੋਂ ਕੋਈ ਚੀਜ਼ ਟੁੱਟਦੀ ਆ ਉਹਨੂੰ ਕਹਿੰਦੇ ਆ ਬ੍ਰੇਕ ਡਾਊਨ ਹੋ ਗਈ ਹੈ। ਸੋ ਆਪਾਂ ਉਹਨੂੰ ਬ੍ਰੇਕ ਡਾਊਨ ਦੀ ਕੋਲੋਕੇਸ਼ਨ ਆ ਵੀ ਮੇਕ ਸ਼ੋਰ ਹੋ ਗਏ ਕਿ ਇਹੀ ਆਣਾ। ਤੇ ਫਿਰ ਅੱਗੇ ਆ ਗਿਆ ਫਰੋਮ ਲਾਰਜਰ ਡੈਸ਼ ਆਫ ਪਲਾਸਟਿਕ, ਪਲਾਸਟਿਕ ਦੇ ਵੱਡੇ ਡੈਸ਼। ਤੇ ਪਲਾਸਟਿਕ ਦੇ ਕੀ ਹੁੰਦੇ? ਟੁਕੜੇ। ਟੁਕੜੇ ਨੂੰ ਆਪਾਂ ਕੀ ਕਹਿੰਦੇ ਆ? ਪੀਸਿਸ। ਠੀਕ ਹੈ, ਪੀਸਿਸ ਟੁਕੜੇ ਦੇ। ਤੇ ਉੱਪਰ ਜਿਹੜਾ ਫਿਰ ਬ੍ਰੋਕਨ ਆ ਉਹਨੂੰ ਕੱਟ ਕੇ ਆਪਾਂ ਪ੍ਰਿਸਟੀਨ ਲਗਾ ਦਾਂਗੇ। ਪ੍ਰਿਸਟੀਨ ਪਾਰਟ, ਹਾਂ ਹੁਣ ਜੱਚਿਆ ਪ੍ਰਿਸਟੀਨ ਪਾਰਟ। ਪ੍ਰਿਸਟੀਨ ਦਾ ਮਤਲਬ ਕੀ ਹੁੰਦਾ? ਵੇਖੋ ਨਹੀਂ ਪਤਾ ਲੱਗੇਗਾ ਫਿਰ ਵੀ ਤੁਸੀਂ ਚਲੋ ਬਾਕੀ ਤੇ ਲੱਭ ਲਿਆ, ਉਹ ਤੁਹਾਨੂੰ ਆਂਸਰ ਲੱਭ ਹੀ ਜਾਏਗਾ ਐਂਡ ਤੇ। ਬ੍ਰੇਕ ਡਾਊਨ ਦੀ ਤੁਹਾਨੂੰ ਪਤਾ ਕੋਲੋਕੇਸ਼ਨ ਹੈਗੀ ਸੀ। ਪ੍ਰਿਸਟੀਨ ਹੁੰਦਾ ਬੜਾ ਨਾ, ਜਿਹਨੂੰ ਆਪਾਂ ਕਹਿੰਦੇ ਆ ਪਿਓਰ, PURE ਪਿਓਰ, ਜਿਹੜਾ ਬੜਾ ਨਾ ਪਵਿੱਤਰ ਹੁੰਦਾ ਹੈ, ਜਾਂ ਫਿਰ ਬੜਾ ਨਾ ਤੁਸੀਂ ਕਹਿ ਦਿਓ ਕਿ ਕਲੀਨ ਹੁੰਦਾ। ਕਲੀਨ ਐਂਡ ਪਿਓਰ, ਜੇ ਪਿਓਰ ਐਂਡ ਕਲੀਨ, ਜਿਹੜੀ ਚੀਜ਼ ਬੜੀ ਸਾਫ਼ ਸੁਥਰੀ ਹੁੰਦੀ ਹੈ, ਜਿਸ 'ਚ ਗੰਦ ਨਹੀਂ ਹੁੰਦਾ, ਉਹਨੂੰ ਕਹਿੰਦੇ ਆ ਪ੍ਰਿਸਟੀਨ। ਆ ਵੇਖੋ ਉਹਦਾ ਉਹੀ ਆ ਨਾ, ਅਨਸਪੋਇਲਡ, ਓਰੀਜਨਲ, ਜਿਹਨੂੰ ਕਦੀ ਖਰਾਬ ਨਹੀਂ। ਮਤਲਬ ਜਿਹੜੀ ਇਹੋ ਜਿਹਾ ਮੀਂਹ ਪਿਆ ਵਾ ਉਹ ਫਰਾਂਸ ਦਾ ਵਾਲਾ ਮਾਊਂਟਨ ਹੈਗਾ ਜਿਹਦਾ ਇਹੋ ਜਿਹਾ ਪਾਰਟ ਹੈਗਾ ਪ੍ਰਿਸਟੀਨ ਪਾਰਟ, ਕੀ ਬੜਾ ਇਹੋ ਜਿਹਾ ਪਾਰਟ ਸੀ, ਹਿੱਸਾ ਸੀ ਜਿਹੜਾ ਬੜਾ ਨਾ ਪਿਓਰ ਤੇ ਕਲੀਨ ਹੈ, ਓਰੀਜਨਲ ਹੈ, ਉੱਥੇ ਪਿਆ। 73
Let's see what are the answers. At one time or another, ਕਹਿੰਦਾ ਇੱਕ ਟਾਈਮ ਤੇ ਜਾਂ ਦੋ ਟਾਈਮ ਤੇ we all have been dashed by trying to set a password. We all have been ਕਹਿੰਦਾ ਸਾਨੂੰ ਸਾਰਿਆਂ ਨੂੰ ਇੱਕ ਪਾਸਵਰਡ ਸੈੱਟ ਕਰਨ ਦੇ ਵਿੱਚ ਕੰਪਿਊਟਰ ਨੇ ਡੈਸ਼ ਕੀਤਾ ਹੋਏਗਾ। ਅਸੀਂ ਕੀ ਕਰਦੇ ਹਾਂ, ਸਾਨੂੰ ਰਿਜੈਕਟ ਕੀਤਾ ਗਿਆ ਕਿਉਂਕਿ ਅਸੀਂ ਕੇਵਲ ਇੱਕ ਪਾਸਵਰਡ ਸੈੱਟ ਕਰਦੇ ਹਾਂ ਤੇ ਕੰਪਿਊਟਰ ਰਿਜੈਕਟ ਕਰ ਦਿੰਦਾ ਕਿ ਇਹ ਪਾਸਵਰਡ ਸਹੀ ਨਹੀਂ ਗਾ, ਬਦਲੋ ਇਹਨੂੰ। ਰਿਜੈਕਟਡ ਆਂਸਰ ਹੈਗਾ। ਤੇ ਹੈਵ ਬੀਨ ਤੋਂ ਬਾਅਦ ਥਰਡ ਫਾਰਮ ਵੀ ਆਉਂਦੀ, ਥਰਡ ਫਾਰਮ ਇੱਥੇ ਲੱਗ ਵੀ ਗਈ। ਦੋ ਹੋ ਗਈਆਂ ਸੀ। ਫਰਸਟ੍ਰੇਟਡ ਹੁੰਦਾ ਤੰਗ ਹੋ ਜਾਣਾ, ਰਿਜੈਕਟ ਹੁੰਦਾ ਮਨਾ ਕਰਨਾ। ਸਾਨੂੰ ਮਨਾ ਕੀਤਾ ਗਿਆ ਪਾਸਵਰਡ ਸੈੱਟ ਕਰਨ ਤੋਂ। ਓਨਲੀ ਟੂ ਹੈਵ ਇਟ ਡੈਸ਼ ਟੂ ਵੀਕ ਕਹਿੰਦਾ ਓਨਲੀ ਟੂ ਹੈਵ ਇਟ ਡੈਸ਼ ਐਜ਼ ਕਿਉਂਕਿ ਇਹਨੂੰ ਡੈਸ਼ ਕੀਤਾ ਗਿਆ ਵਾ ਕਿਉਂਕਿ ਇਹ ਬੜਾ ਹੀ ਵੀਕ ਹੈ। ਫਰਸਟ੍ਰੇਟਡ ਬਾਈ ਟਰਾਈਂਗ ਟੂ ਸੈਟ ਅਪ ਓਨਲੀ ਟੂ ਡੈਸ਼ ਇਟ। ਮੈਨੂੰ ਲੱਗਦਾ ਇੱਥੇ ਰਿਜੈਕਟਡ ਆਉਣਾ ਚਾਹੀਦਾ। ਮੈਂ ਰਿਜੈਕਟਡ ਇੱਥੇ ਲਿਖਾਂਗਾ ਕਿਉਂਕਿ ਸੈਂਸ ਇੱਥੇ ਜ਼ਿਆਦਾ ਬਣਦੀ ਪਈ ਹੈ। ਫਿਰ ਮੈਂ ਉੱਪਰ ਰਿਜੈਕਟਡ ਕਰਕੇ ਉੱਤੇ ਫਰਸਟ੍ਰੇਟਡ ਲਗਾਉਣਾ ਫਿਲਹਾਲ। ਫਿਰ ਤੁਹਾਨੂੰ ਉਹਦਾ ਮੀਨਿੰਗ ਐਂਡ ਤੇ ਵੇਖਦੇ ਹਾਂ। ਠੀਕ ਹੈ, ਮੈਂ ਲਾਈਵ ਸੋਲਵ ਕਰਦਾ ਪਿਆ ਵਾਂ। frustrated by we all have been frustrated by trying to set a new password to have it rejected as too weak। ਮੇਰੇ ਖਿਆਲ ਨਾਲ ਰਿਜੈਕਟਡ ਤਾਂ ਆਏਗਾ ਕਿਉਂਕਿ ਉਹਨੇ ਕੀ ਕਿਹਾ ਹੈਵ ਇਟ ਡੈਸ਼, ਹੈਵ ਤੋਂ ਬਾਅਦ ਥਰਡ ਫਾਰਮ ਆਉਂਦੀ ਹੈ ਨਾ, ਤੇ ਕਹਿੰਦਾ ਉਹਨੂੰ ਡੈਸ਼ ਕੀਤਾ ਗਿਆ ਕਿਉਂਕਿ ਉਹ ਬੜਾ ਵੀਕ ਹੈਗਾ ਸੀ। ਤੇ ਪਾਸਵਰਡ ਜੇ ਵੀਕ ਹੈਗਾ ਤੇ ਤਾਂ ਉਹਨੂੰ ਰਿਜੈਕਟ ਕੀਤਾ ਗਿਆ, ਤਾਂ ਰਿਜੈਕਟ ਇੱਥੇ ਬਣ ਗਿਆ। ਫਿਰ ਇੱਥੇ ਆ ਜਾਏਗਾ ਫਰਸਟ੍ਰੇਟਡ ਉੱਪਰ, ਵੀ ਆਲ ਹੈਵ ਬੀਨ ਫਰਸਟ੍ਰੇਟਡ ਕਿ ਅਸੀਂ ਸਾਰੇ ਕਦੀ ਨਾ ਕਦੀ ਆਪਣੇ ਲਾਈਫ ਦੇ ਵਿੱਚ ਬੜੇ ਤੰਗ ਹੋ ਗਏ ਹੋਵਾਂਗੇ। ਤੰਗ ਉਹਨਾਂ ਨੂੰ ਕਹਿੰਦੇ ਫਰਸਟ੍ਰੇਟਡ, ਕਿ ਬੜੇ ਤੰਗ ਹੋ ਗਏ ਹੋਵਾਂਗੇ ਪਾਸਵਰਡ ਸੈੱਟ ਕਰਨ ਦੇ ਚੱਕਰ ਦੇ ਵਿੱਚ ਕਿਉਂਕਿ ਉਹ ਵੀਕ ਪਾਸਵਰਡ ਹੋਣ ਦੇ ਨਾਲ ਕਰਕੇ ਉਹਨੂੰ ਕੰਪਿਊਟਰ ਰਿਜੈਕਟ ਕਰ ਦਿੰਦਾ। ਵੀ ਆਰ ਆਲਸੋ ਟੋਲਡ ਟੂ ਚੇਂਜ ਅਵਰ ਡੈਸ਼ ਰੈਗੂਲਰਲੀ ਸਾਨੂੰ ਹਮੇਸ਼ਾ ਕਿਹਾ ਜਾਂਦਾ ਵਾ ਕਿ ਸਾਡੀਆਂ ਆਹ ਵਾਲੀ ਚੀਜ਼ਾਂ ਨੂੰ ਰੈਗੂਲਰ ਬੇਸਿਸ ਤੇ ਚੇਂਜ ਕਰੋ। ਕੀ ਕਿਹਨੂੰ ਚੇਂਜ ਕਰੋ, ਚੋਇਸਿਸ ਨੂੰ। ਮਤਲਬ ਜਿਹੜੇ ਆਪਾਂ ਪਾਸਵਰਡ ਦੀ ਚੋਇਸ ਰੱਖਦੇ ਨਾ ਕਿ ਇਹ ਰੱਖ ਲਿਆ, ਇਹ ਕੰਬੀਨੇਸ਼ਨ ਰੱਖ ਲਿਆ, ਸਾਨੂੰ ਹਮੇਸ਼ਾ ਕਿਹਾ ਜਾਂਦਾ ਕਿ ਆਪਣੀ ਚੋਇਸ ਬਦਲੋ। ਠੀਕ ਹੈ, ਓਬਵੀਅਸਲੀ ਕਹਿੰਦਾ ਬੇਸ਼ੱਕ, ਓਬਵੀਅਸਲੀ ਤੇ ਸਪੈਲਿੰਗ ਵੇਖ ਲਓ, ਇਹ ਪੇਪਰ 'ਚ ਵਰਡ ਕਾਫੀ ਆ ਜਾਂਦਾ। OBVIOUSLY ਇਹਦਾ ਮਤਲਬ ਹੁੰਦਾ ਬੇਸ਼ੱਕ, ਜਿਸ ਗੱਲ 'ਚ ਕੋਈ ਡਾਊਟ ਨਾ ਹੋਵੇ, ਸ਼ੱਕ ਨਾ ਹੋਵੇ, ਮਤਲਬ ਵਿਦਾਊਟ ਡਾਊਟ, ਵਿਦਾਊਟ ਐਨੀ DOUBT ਡਾਊਟ। ਸੋ ਬਿਨਾਂ ਕਿਸੇ ਸ਼ੱਕ ਦੇ ਆਹ ਵਾਲੇ ਜਿਹੜੇ ਮੈਜਰਸ ਹੈਗੇ ਨੇ ਡੈਸ਼ ਕਰਦੇ ਨੇ ਸੇਫਟੀ, ਬਟ ਹਾਊ ਐਗਜ਼ੈਕਟਲੀ ਇੱਥੇ ਆਂਸਰ ਆਏਗਾ ਐਡ। ਐਡ ਆਂਸਰ ਕਿਉਂ ਸਪਸ਼ਟ ਹੁੰਦਾ ਸਾਨੂੰ, ਧਿਆਨ ਨਾਲ ਸੁਣਿਓ। ਮੈਜਰਸ ਹੈਗੇ ਨੇ ਜ਼ਿਆਦਾ, ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਲੱਗ ਗਿਆ। ਜੇ ਜ਼ਿਆਦਾ ਚੀਜ਼ਾਂ ਦੀ ਗੱਲ ਹੋ ਰਹੀ ਹੈ ਤੇ ਅੱਗੇ ਵਰਬ ਨਾਲ SES ਨਹੀਂ ਆਏਗਾ, ਤਾਂ ਕਰਕੇ ਐਡ ਲਾਸਾ ਵਰਬ ਹੈਗਾ ਜਿਹਨਾਂ SES ਹੈਗਾ ਹੀ ਨਹੀਂ ਹੈ। ਤੇ ਓਬਵੀਅਸਲੀ ਇਹਨੇ ਗੱਲ ਇੰਝ ਕੀਤੀ ਹੈ ਕਿ ਮੈਜਰਸ ਦਾ ਮਤਲਬ ਕੀ ਹੁੰਦਾ, ਮੈਜਰਸ ਦਾ ਮਤਲਬ ਹੁੰਦਾ ਇੰਪਰੂਵਮੈਂਟਸ, ਸੁਧਾਰ। ਕਹਿੰਦਾ ਆ ਜਿਹੜੇ ਸੁਧਾਰ ਕੀਤੇ ਜਾਂਦੇ ਨੇ ਇਹ ਸਾਡੀ ਸੇਫਟੀ 'ਚ ਹੀ ਐਡ ਕਰਦੇ ਨੇ, ਮਤਲਬ ਸਾਨੂੰ ਸੇਫ ਹੀ ਬਣਾਉਂਦੇ ਨੇ, ਪਰ ਕਿਵੇਂ ਬਣਾਉਂਦੇ ਨੇ ਉਹ ਨਹੀਂ ਪਤਾ। ਆ ਲਿਖਿਆ ਨੰਬਰ 74। Every 174 seconds the ground in the southern California। ਇਹ 'ਚ ਥੋੜੇ ਵਰਡਸ ਹੋ ਸਕਦੇ ਆ, ਉਸ ਤਰ੍ਹਾਂ ਦੇ ਥੋੜਾ ਧਿਆਨ ਨਾਲ ਸਮਝਣਾ। ਅਗਲੇ ਇੱਕ ਦੋ ਸ਼ਾਇਦ ਇਸ ਤਰ੍ਹਾਂ ਦੇ ਆਣੇ ਆ। ਇਹ ਹੈਗਾ ਰਿਲੇਟਿਡ ਟੂ ਅਰਥਕੁਏਕ। ਠੀਕ ਹੈ, ਕਹਿੰਦਾ ਹਰ ਇੱਕ ਇੰਨੇ ਸੈਕਿੰਡਸ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਗਰਾਊਂਡ ਹੈ ਉਹ ਡੈਸ਼ ਕਰਦੀ ਹੈ ਐਜ਼, ਕਿਉਂਕਿ ਉੱਥੇ ਅਰਥ ਦੀ ਟੈਕਟੋਨਿਕ ਪਲੇਟਸ ਹੈਗੀਆਂ ਉਹ ਇੱਕ ਦੂਜੇ ਨਾਲ ਸ਼ਟਰ ਕਰਦੀਆਂ ਨੇ। ਸੋ ਆਨਸਰ ਕਿਵੇਂ ਬਣੇਗਾ ਇਹਦਾ। ਸੋ ਗਰਾਊਂਡਸ ਸਦਰਨ ਕੈਲੀਫੋਰਨੀਆ 'ਚ ਡੈਸ਼ ਕਰਦੀ ਹੈ। ਹੁਣ ਤੁਸੀਂ ਵੇਖੋ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਗਰਾਊਂਡ ਹੈਗੀ ਹੈ, ਮਤਲਬ ਇਹ ਇੱਕ ਨਾਊਨ ਹੈਗਾ। ਜਦ ਨਾਊਨ ਇੱਕ ਹੋਵੇ ਤੇ ਵਰਬ ਨਾਲ SES ਆ ਸਕਦਾ ਕਿ ਗਰਾਊਂਡ ਕੀ ਕਰਦੀ ਹੈ। ਹੁਣ ਥੱਲੇ ਵਰਬ ਨਾਲ SES ਕਿਹੜੇ ਹੈਗੇ ਆ, ਇੱਕ ਟ੍ਰੈਂਬਲ ਹੈਗਾ। ਹੁਣ ਟ੍ਰੈਂਬਲ ਕਿਵੇਂ ਵਰਬ ਹੈਗਾ, ਕਿਉਂਕਿ ਟ੍ਰੈਂਬਲਡ ਵੀ ਹੋ ਸਕਦਾ, ਟ੍ਰੈਂਬਲਿੰਗ ਵੀ ਹੋ ਸਕਦਾ। ਐਨਾਲਿਸਿਸ ਜਿਹੜਾ ਹੈਗਾ ਨਾ ਉਹ ਇੱਕ ਵਰਬ ਨਹੀਂ ਗਾ। ਠੀਕ ਹੈ, ਐਨਾਲਿਸਿਸ ਦਾ ਮਤਲਬ ਹੁੰਦਾ ਹੈ ਇੱਕ, ਤੁਸੀਂ ਕਹਿ ਸਕਦੇ ਆ ਕਿ ਰਿਸਰਚ ਨੂੰ ਕਹਿ ਸਕਦੇ ਆ। ਠੀਕ ਹੈ, ਐਨਾਲਾਈਜ਼ ਇੱਕ ਵਰਬ ਹੁੰਦਾ, ਜੇ ਇੱਥੇ ਲਿਖਿਆ ਹੁੰਦਾ ਨਾ SE, ਕਿਉਂਕਿ ਐਨਾਲਾਈਜ਼ਡ ਆਪਾਂ ਇੱਕ ਵਰਬ ਬਣਾ ਸਕਦੇ ਆ, ਐਨਾਲਾਈਜ਼ਿੰਗ ਬਣਾ ਸਕਦੇ ਆ, ਜਾਂ ਕਿਸੇ ਵੇਲੇ S ਦੀ ਜਗ੍ਹਾ ਲੋਕੀ Z ਵੀ ਪਾ ਦਿੰਦੇ ਨੇ। ਸੋ ਐਨਾਲਾਈਜ਼ ਇੱਕ ਵਰਬ ਹੈ, ਇੱਥੋਂ ਸਿੱਖੀ ਜਾਓ, ਵੋਕੈਬ ਆਪਣੀ ਬਣਾਓ, ਦਿਮਾਗ ਵਧਾਓ ਆਪਣਾ ਵੋਕੈਬ ਦਾ। ਐਨਾਲਿਸਿਸ ਇੱਕ ਨਾਊਨ ਹੈਗਾ। ਆਈਸੋਲੇਟਡ ਥਰਡ ਫਾਰਮ 'ਚ ਹੈ। ਟ੍ਰੈਂਬਲਸ ਸੈਕਿੰਡ ਫਾਰਮ ਸੋਰੀ ਵੀ ਕਹਿ ਸਕਦੇ ਆ। ਸੈਕਿੰਡ ਫਾਰਮ ਤਾਂ ਆਏਗੀ ਜੇ ਇਹਨੇ ਗੱਲ ਕੀਤੀ ਹੋਏਗੀ ਪਿਛਲੇ ਜ਼ਮਾਨੇ ਦੀ। ਟ੍ਰੈਂਬਲਸ ਵਰਬ ਹੈ। ਫੇਮਸ ਐਸਾ ਲੱਗਾ, ਪਰ ਫੇਮਸ ਦਾ ਮਤਲਬ ਹੁੰਦਾ ਹੈ ਜਿਹੜਾ ਬੰਦਾ ਬੜਾ ਮਸ਼ਹੂਰ ਹੁੰਦਾ, ਤਾਂ ਮਸ਼ਹੂਰ ਦੀ ਗੱਲ ਨਹੀਂ ਹੋ ਰਹੀ। ਟ੍ਰੈਮਰਸ ਮੈਨੂੰ ਲੱਗਦਾ ਪਿਆ ਟ੍ਰੈਮਰਡ ਕੋਈ ਵਰਡ ਨਹੀਂ ਹੁੰਦਾ, ਇਹ ਨਾਊਨ ਲੱਗਣ ਦਿਆ। ਫਿਲਹਾਲ ਇੱਥੇ ਮੈਂ ਟ੍ਰੈਂਬਲਸ ਲਗਾਵਾਂਗੇ। ਬਾਕੀ ਟ੍ਰੈਂਬਲ ਦਾ ਮੀਨਿੰਗ ਤੁਹਾਨੂੰ ਦੱਸ ਦਿੰਦਾ। ਟ੍ਰੈਂਬਲ ਦਾ ਮਤਲਬ ਹੁੰਦਾ ਹੈ ਹਿਲਣਾ, ਸ਼ੇਕ ਕਰਨਾ। SHAKES ਮਤਲਬ ਜ਼ੋਰ ਦੀ ਹਿਲਣਾ। ਸੋ ਗਰਾਊਂਡ ਜਿਹੜੀ ਉੱਥੇ ਟ੍ਰੈਂਬਲ ਕਰਦੀ ਹੈ, ਮਤਲਬ ਹਿਲਦੀ ਹੈ। ਮਿਲ ਜਾਏ ਜਿਵੇਂ ਅਰਥਕੁਏਕ ਆਉਂਦਾ ਉਹਦੀ ਗੱਲ ਹੁੰਦੀ, ਕਿਉਂਕਿ ਉਹਨੇ ਕਿਹਾ ਅਰਥ ਦੀਆਂ ਜਿਹੜੀਆਂ ਅੰਦਰਲੀਆਂ ਪਲੇਟਸ ਹੈਗੀਆਂ ਨੇ ਜਿੱਥੇ ਸਾਡੀ ਪ੍ਰਿਥਵੀ ਟਿਕਦੀ ਹੈ ਉਹ ਇੱਕ ਦੂਜੇ ਨਾਲ ਸ਼ਟਰ ਕਰਦੀਆਂ, ਮਤਲਬ
ਹੋ ਸਕਦਾ, ਸ਼ਟਰ ਦਾ ਮਤਲਬ ਹੋ ਸਕਦਾ ਇੱਕ ਦੂਜੇ ਨਾਲ ਟਕਰਾਉਂਦੀਆਂ। ਦ ਅਮਾਊਂਟਸ ਆਫ 494 ਅਰਥਕੁਏਕਸ ਐਵਰੀ ਡੇ, ਕਹਿੰਦਾ ਇੰਨੇ ਅਰਥਕੁਏਕ ਇੱਕ ਦਿਨ ਦੇ ਉੱਤੇ ਛੋਟੇ ਛੋਟੇ ਆਉਂਦੇ ਨੇ 495 ਅਕੋਰਡਿੰਗ ਟੂ ਅ ਨਿਊ ਡੈਸ਼ ਆਫ ਸੈਸਮਿਕ ਡਾਟਾ। ਕਿਉਂਕਿ ਇਹ ਕਿੱਥੋਂ ਉਹਨਾਂ ਨੇ ਕੱਢਿਆ, ਇੱਕ ਡਾਟਾ ਹੈਗਾ ਸੀ ਉਹਨਾਂ ਦਾ, ਉਹਨਾਂ ਨੇ ਇੱਕ ਨਵਾਂ ਐਨਾਲਿਸਿਸ ਵੇਖਿਆ। ਇੱਥੇ ਆਨਸਰ ਆਣਾ ਐਨਾਲਿਸਿਸ। ਐਨਾਲਿਸਿਸ ਮੈਂ ਤੁਹਾਨੂੰ ਫੇਰ ਦੱਸਿਆ, ਐਨਾਲਿਸਿਸ ਦਾ ਮਤਲਬ ਹੁੰਦਾ ਰਿਸਰਚ, ਠੀਕ ਹੈ, ਕੋਈ ਰਿਸਰਚ ਦਾ ਰਿਜ਼ਲਟ, ਕਿਸੇ ਰਿਸਰਚ ਦਾ ਰਿਜ਼ਲਟ। ਇੱਥੇ ਆਨਸਰ ਕਿਵੇਂ ਲੱਭਿਆ ਮੈਂ, ਏ ਲੱਗਾ ਸੀ, ਏ ਮਤਲਬ ਇੱਕ ਚੀਜ਼ ਦਾ ਨਾਮ ਮੰਗਿਆ ਤੇ ਚੀਜ਼ ਅੱਗੇ ਇੱਕ ਆ ਗਈ, ਐਨਾਲਿਸਿਸ ਇੱਕ ਚੀਜ਼ ਹੈ, ਤੇ ਇੱਥੇ ਨਿਊ ਲੱਗਾ ਮਤਲਬ ਐਡਜੈਕਟਿਵ ਲੱਗਾ, ਐਡਜੈਕਟਿਵ ਤੋਂ ਬਾਅਦ ਨਾउन ਆਉਂਦਾ, ਮੈਂ ਇਸ ਕਰਕੇ ਨਾउन ਲੱਭ ਲਿਆ। ਜੇ ਰਿਸਰਚ ਜ਼ਿਆਦਾ ਹੋਵੇ ਤੇ ਮੈਨੂੰ ਲੱਗਦਾ ਉੱਥੇ ਵਰਡ ਆਉਂਦਾ ਐਨਾਲਿਸਿਸ। ਦੇਖੋ SES ਲੱਗ ਜਾਏਗਾ ਤੇ ਇਹ ਹੋ ਗਿਆ ਪਲੂਰਲ ਨਾउन, ਤੇ SIS ਲੱਗਾ ਇਹ ਹੁੰਦਾ ਸਿੰਗਲ ਨਾउन, तो ਇਹ ਵੀ ਥੋੜਾ ਯਾਦ ਰੱਖਿਓ। ਸੈਸਮਿਕ ਡਾਟਾ that dash the very weakest measurable, ਕਹਿੰਦਾ ਐਸਾ ਡੇਟਾ ਜਿਹਨੇ ਡੈਸ਼ ਕੀਤਾ weakest measurable ਡੈਸ਼ ਕੀਤਾ in region dash 4, ਇੱਥੇ ਤੇ ਆਏਗਾ famous for ਲਾਸਟ ਵਾਲੇ ਚ, ਕਿਉਂਕਿ responsible for, famous for, he is very famous for this, ਕੋਲੋਕੇਸ਼ਨ ਆ ਗਈ ਫੇਮਸ ਫੋਰ, ਜਾਂ ਫੇਮਸ ਇਨ ਵੀ ਹੁੰਦਾ, ਕਿਸੇ ਇਲਾਕੇ 'ਚ ਫੇਮਸ ਹੋਵੇ ਕਵਾਂਗੇ ਹੀ ਇਜ਼ ਫੇਮਸ ਇਨ ਦਿਸ ਏਰੀਆ, ਫੇਮਸ ਫੋਰ ਹੁੰਦਾ ਕਿਸ ਚੀਜ਼ ਲਈ ਫੇਮਸ ਹੈ। ਤੋ ਇੱਥੇ ਤੇ ਇਹ ਲੱਭ ਗਿਆ ਇਹ ਵਾਲਾ ਮੈਨੂੰ ਆਨਸਰ ਕੋਲੋਕੇਸ਼ਨ ਦੇ ਹਿਸਾਬ ਨਾਲ ਕਿ ਇਲਾਕਾ ਇਸ ਚੀਜ਼ ਲਈ ਫੇਮਸ ਹੈ। ਫਿਰ ਉਹਨੇ ਕਿਹਾ ਐਸਾ ਡੇਟਾ, ਹੁਣ ਇੱਥੇ ਆਨਸਰ ਕਿਵੇਂ ਲੱਭਾਂਗਾ, ਥੋੜਾ ਦਿਮਾਗ ਲਾ ਲਿਓ, ਮੈਂ ਕਿਵੇਂ ਗੱਲ ਸਮਝਾਉਣ ਲੱਗਾ, ਧਿਆਨ ਨਾਲ ਸਮਝਿਓ। ਗੱਲ ਇੰਝ ਕੀ ਹੈ, ਮੈਂ ਤੁਹਾਨੂੰ ਪਿਛਲੇ ਨਾ ਇੱਕ ਵੀਡੀਓ 'ਚ, ਸ਼ਾਇਦ ਇਸ ਤੋਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਦੈਟ ਵਾਲਾ ਵਰਡ ਜਿਹੜਾ ਹੋਵੇ ਉਸ ਤੋਂ ਬਾਅਦ ਬਲੈਂਕ ਹੋਵੇ ਤੇ ਮੰਗਦਾ ਹੋਵੇ ਵਰਬ, ਕਿ ਕੰਮ ਕੀ ਹੋਇਆ। ਹੁਣ ਤੇ ਕੰਮ ਵੇਖੋ ਉਹਨੇ ਕੀ ਕਿਹਾ, ਇੱਕ ਨਵਾਂ ਐਨਾਲਿਸਿਸ ਆਇਆ, ਇੱਕ ਨਵਾਂ ਡਾਟਾ ਆਇਆ ਜਿਨੇ ਵੀਕੈਸਟ ਮੈਜਰੇਬਲ ਡੈਸ਼ ਨੂੰ ਐਕਟ ਕੀਤਾ, ਕੋਈ ਕੰਮ ਕੀਤਾ ਉਹਨੇ, ਵਰਬ ਕੋਈ ਐਕਸ਼ਨ ਕੀਤਾ, ਠੀਕ ਹੈ। ਹੁਣ ਡਾਟਾ ਮਗਰ ਇੱਕ ਚੀਜ਼ ਵੀ ਹੋ ਸਕਦਾ, ਜ਼ਿਆਦਾ ਵੀ ਹੋ ਸਕਦਾ, ਡਾਟਾ ਜਿਹੜਾ ਹੈਗਾ ਬੇਸਿਕਲੀ ਡਾਟਾ ਸਿੰਗਲ ਵੀ ਹੈ ਤੇ ਪਲੂਰਲ ਵੀ ਹੈ। ਹੁਣ ਇੱਥੇ ਮੈਨੂੰ ਵਰਬ ਚਾਹੀਦਾ, ਮੈਂ ਥੱਲੇ ਵੇਖਿਆ ਕਿ ਵਰਬ ਮੈਨੂੰ ਜਿਹੜਾ ਹੈਗਾ ਟ੍ਰੈਂਬਲਸ ਮੈਂ ਲਾ ਚੁੱਕਾ ਵਾ, ਹੋਰ ਮੈਨੂੰ ਵਰਬ ਲੱਭਦਾ ਨਹੀਂ ਪਿਆ, ਤੇ ਇੱਕੋ ਵਰਬ ਲੱਭਦਾ ਪਿਆ ਆਈਸੋਲੇਟਿਡ, ਰਾਈਟ। ਆਈਸੋਲੇਟਿਡ ਦਾ ਇੱਕ ਵਰਬ ਹੈ, ਉਹ ਭਾਵੇਂ ਉਹਨਾਂ ਈਡੀ ਲੱਗਾ ਹੈ। ਸੋ ਇੱਥੇ ਜੇ ਮੈਨੂੰ ਵਰਬ ਨਾਲ SCS ਵਾਲਾ ਨਹੀਂ ਲੱਭਾ ਤੇ ਮੈਂ ਫਿਰ ਅਲਟਰਨੇਟਿਵਲੀ ਮੈਂ ਸੈਕਿੰਡ ਵਰਬ ਵੀ ਲਗਾ ਸਕਦਾ, ਤੇ ਪਾਸ ਦੀ ਗੱਲ ਵੀ ਬਣ ਸਕਦੀ ਹੈ, ਤੇ ਓਬਵੀਅਸਲੀ ਫਿਰ ਇਹ ਪਾਸ ਦੀ ਗੱਲ ਹੋ ਰਹੀ ਥੋੜੀ ਜਿਹੀ ਇੱਥੇ ਆ ਕੇ, ਕਿ ਇੰਨੇ ਅਮਾਊਂਟ ਹੋਏ, ਇੱਕ ਨਵਾਂ ਰਿਸਰਚ ਨੇ ਇਹ ਫਾਈਂਡ ਕੀਤਾ ਜਾਂ ਕੀਤਾ ਕਿ ਇਹ ਡਾਟਾ ਨੇ ਇਹ ਫਾਈਂਡ ਕੀਤਾ ਕਿ, ਜਾਂ ਡਾਟਾ ਨੇ ਇਹ ਕੰਮ ਕੀਤਾ ਕਿ ਉਹਨਾਂ ਨੇ ਆਈਸੋਲੇਟ ਕਰ ਦਿੱਤਾ। ਆਈਸੋਲੇਟ ਦਾ ਮਤਲਬ ਅਲੱਗ-ਅਲੱਗ ਕਰਨਾ, ਆਈਸੋਲੇਟਿਡ ਕੀਤਾ ਉਹਨਾਂ ਨੇ, ਅਲੱਗ-ਅਲੱਗ ਕੀਤਾ, ਜਿਹੜੇ ਵੀਕੈਸਟ ਜਿਹੜੇ ਮੈਜਰੇਬਲ ਡੈਸ਼ ਹੈਗੇ ਸੀ ਉਹਨਾਂ ਨੂੰ ਅਲੱਗ ਕੀਤਾ ਲਿਸਟ ਵਿੱਚ ਸੈਸਮਿਕ ਜਿਟਰਸ ਦੇ ਲਈ ਜਿਹੜੇ ਫੇਮਸ ਨੇ। ਮਤਲਬ ਇੱਥੇ ਆਈਸੋਲੇਟਿਡ ਮੈਂ ਲਾਤਾ ਵਰਬ, ਇਹ ਵੇਖ ਕੇ ਦੈਟ ਤੋਂ ਬਾਅਦ ਵਰਬ ਚਾਹੀਦੀ, ਵਰਬ ਲਾਤੀ, ਤੇ ਇੱਥੇ ਆਨਸਰ ਕੀ ਆਏਗਾ, ਇੱਥੇ ਆਣਾ ਜੇ ਟ੍ਰੈਮਰਸ। ਹੁਣ ਇੱਥੇ ਵੀ ਦੋ ਤਰੀਕਿਆਂ ਨਾਲ ਆਨਸਰ ਹੈ, ਯਾਦ ਕਰਨਾ। ਵੇਖੋ ਮੈਂ ਆਨਸਰ ਕਿਵੇਂ ਲੱਭਿਆ ਟ੍ਰੈਮਰਸ, ਕਿ ਦ ਤੋਂ ਬਾਅਦ ਆਂਦਾ ਨਾउन, ਤੇ ਮੈਨੂੰ ਉੱਥੇ ਚਾਹੀਦਾ ਸੀ ਨਾउन, ਫੇਰ ਹੈਨਾ ਨਾउन ਚਾਹੀਦਾ ਸੀ, ਤੇ ਉੱਪਰਲਾ ਮੈਂ ਨਾउन ਤੇ ਐਨਾਲਿਸਿਸ ਹੀ ਵੀ ਲੱਭਿਆ ਸੀ ਕਿ ਐਨਾਲਿਸਿਸ ਨਾਲ ਆਫ ਆਉਂਦਾ, ਠੀਕ ਹੈ। ਦ ਤੋਂ ਬਾਅਦ ਨਾउन ਚਾਹੀਦਾ ਸੀ, ਤੇ ਜਿਹੜੇ ਮੈਂ ਵੇਖੇ ਕਿ ਪਿੱਛੇ ਕੀ ਲੱਗਾ ਇਹਦੇ, ਇਹ ਲੱਗਾ ਐਡਜੈਕਟਿਵ, ਏਬਲ ਵਾਲੇ ਸਾਰੇ ਐਡਜੈਕਟਿਵ ਹੁੰਦੇ ਆ, ਜੇ ਤੁਸੀਂ ਲਿਸਟ ਧਿਆਨ ਨਾਲ ਵੇਖੋ ਤੇ ਮੈਜਰੇਬਲ, ਅਚੀਵੇਬਲ, ਅਨਕੰਫਰਟੇਬਲ, ਇਹ ਵੀ ਐਡਜੈਕਟਿਵ ਹੈ, ਵੀਕੈਸਟ। ਸੋ ਜੇ ਦੋ ਐਡਜੈਕਟਿਵ ਲੱਗੇ ਤੇ ਅੱਗੇ ਨਾउन ਥੱਲੇ ਰਹਿੰਦਾ, ਸੋ ਨਾउन ਜਿਹੜਾ ਹੈਗਾ ਫਿਰ ਮੈਨੂੰ ਲੱਗਿਆ ਫੇਮਸ ਹੈ ਨਾउन ਹੁੰਦਾ, ਟ੍ਰੈਮਰਸ ਨਾउन ਹੋ ਸਕਦਾ, ਟ੍ਰੈਮਰਸ ਮੇਰਾ ਆਨਸਰ ਹੈਗਾ, ਇਸ ਕਰਕੇ ਆਨਸਰ ਹੈ। ਅਤੇ ਟ੍ਰੈਮਰਸ ਦਾ ਮਤਲਬ ਹੁੰਦਾ ਹੈ ਅਰਥਕੁਏਕ, ਭੂਚਾਲ ਨੂੰ ਵੀ ਆਪਾਂ ਟ੍ਰੈਮਰਸ ਕਹਿ ਸਕਦੇ ਹਾਂ, ਅਰਥਕੁਏਕ। ਤੋਂ ਉਹਨੇ ਇਹੀ ਕਿਹਾ ਕਿ ਉਹਨਾਂ ਨੇ ਕੀ ਕੀਤਾ, ਜਿਹੜੇ ਛੋਟੇ ਛੋਟੇ ਵੈਰੀ ਵੀਕ ਉਹਨਾਂ ਨੇ ਡਾਟਾ ਕੱਢਿਆ ਤੇ ਡਾਟਾ ਵਿੱਚ ਆਈਸੋਲੇਟ ਕਰਤਾ, ਅਲੱਗ ਕਰ ਦਿੱਤੇ। ਕੀ ਅਲੱਗ ਕੀਤੇ, ਛੋਟੇ ਛੋਟੇ ਜਿਹੜੇ ਬੜੇ ਵੀਕ ਅਰਥਕੁਏਕ ਆਏ ਸੀ, ਬੜੇ ਛੋਟੇ ਛੋਟੇ ਝਟਕੇ ਆਏ ਸੀ, ਉਹਨਾਂ ਨੂੰ ਅਲੱਗ ਕਰ ਦਿੱਤਾ। ਕਿੱਥੇ ਆਏ ਸੀ, ਉਸ ਇਲਾਕੇ 'ਚ ਜਿਹੜਾ ਇਲਾਕਾ ਸਾਇਸਮਿਕ ਜਿਟਰਸ ਲਈ ਮਸ਼ਹੂਰ ਹੈਗਾ। ਇਹ ਲਾਈਨ ਇੰਜ ਬਣੀ ਹੈ, ਇਹ ਪੈਰਾ ਇੰਜ ਬਣਿਆ ਅਜੇ, ਇਹ ਹੈਗੇ ਦੇ ਆਨਸਰਸ। ਆਈ ਹੋਪ ਯੂ ਅੰਡਰਸਟੈਂਡ, ਤੇ ਨਹੀਂ ਪਤਾ ਲੱਗੇਗਾ ਫਿਰ ਵੀ ਤੇ ਤੁਸੀਂ ਮੈਨੂੰ ਕਲਾਸ 'ਚ ਦੁਬਾਰਾ ਪੁੱਛ ਸਕਦੇ ਹੋ। 75th ਨੰਬਰ, ਸਾਇੰਟਿਸਟ ਹੈਵ ਲੌਂਗ ਡੈਸ਼ ਦੈਟ, ਹੈਵ ਤੋਂ ਬਾਅਦ ਥਰਡ ਫਾਰਮ ਬਣਦੀ ਹੈ, ਲੌਂਗ ਵਿੱਚ ਆ ਸਕਦਾ, ਕੋਈ ਗੱਲ ਨਹੀਂ। ਇਹ ਹੁੰਦਾ ਕੰਮ ਕਦੋਂ ਆਇਆ, ਕਿਵੇਂ, ਕਿੰਨੀ ਤਰੀਕੇ ਨਾਲ ਆਇਆ। ਥਰਡ ਫਾਰਮ ਕੋਸਟ ਵੀ ਗਈ, ਥਰਡ ਫਾਰਮ ਇੱਥੇ ਲੋਕਾਂ ਨੇ ਕਈਆਂ ਨੇ ਇੱਥੇ ਕੋਸਟ ਲਾ ਦੇਣਾ, ਪਰ ਕੋਸਟ ਹੁੰਦਾ ਪ੍ਰੋਬਲਮ ਹੋਣੀ, ਤੇ ਇੱਥੇ ਥਰਡ ਫਾਰਮ ਇੱਕ ਹੋਰ ਹੈਗੀ ਜੇ, ਉਹ ਕਿਹੜੀ ਹੈਗੀ ਹੈ, ਅੰਡਰਸਟੈਂਡ, ਅੰਡਰਸਟੂਡ, ਅੰਡਰਸਟੂਡ, ਥਰਡ ਫਾਰਮ ਅੰਡਰਸਟੂਡ ਵੀ ਗਈ, ਹਿਡਨ ਵੀ ਮੇ ਵੀ ਹੋ ਸਕਦੀ ਆ,
पर अंडरस्टूड मैनू यही लगता पाया साइंटिस्ट ने की किया अंडरस्टूड किया साइंटिस्ट ने अंडरस्टैंडिंग कर ली तो लैन जचदी भी ना साइंटिस्ट ने बड़े चेर तो समझ लिया कि अर्थक्वेक इंक्रीज होंदे ने नंबर दे विच उदों इंक्रीज होंदे ने जदों ਉਹ ਆਪਣੇ ਡੈਸ਼ ਵਿੱਚ ਡਿਕਰੀਜ਼ ਹੁੰਦੇ ਨੇ ਸੋ ਮਤਲਬ ਅਰਥਕਵੇਕ ਦਾ ਨੰਬਰ ਇੰਕਰੀਜ਼ ਹੋ ਰਿਹਾ ਪਰ ਉਹਨਾਂ ਦਾ ਡੈਸ਼ ਜਿਹੜਾ ਡਿਕਰੀਜ਼ ਹੋ ਰਿਹਾ ਇੱਥੇ ਆਣਾ ਸਟਰੈਂਥ ਨੰਬਰ ਵੱਧ ਰਿਹਾ ਪਰ ਉਹਨਾਂ ਦੀ ਸਟਰੈਂਥ ਘਟ ਰਹੀ ਹੈ ਸਟਰੈਂਥ ਮਤਲਬ ਉਹਨਾਂ ਦੇ ਅਸਰ ਘਟ ਰਿਹਾ बट कैटालॉगिंग करना कैटालॉगिंग द स्पैलिंग CATALOGUING कैटालॉगिंग का मतलब होंगे एक डाटा बनाना एक लिस्ट बनानी ठीक है लिस्टिंग करना कहता कैटालॉगिंग करना इन्ना ट्रैम्बलर्स ट्रैमर्स जो पिछले क्या मैं भूचाल वो सिनोनिम है ट्रैमर का ही इन्ना ट्रैम्बलर्स डैश करना इज डैश बड़ा डैश है इतने आंसर है चैलेंजिंग द सिनोनियम ट्रिकी ट्रिकी का मतलब होंगे मुश्किल जिन्हों आप चैलेंजिंग भी कहने डिफिकल्ट भी कहते हैं कहता इन्हों मैजर करना लिखना या लिस्ट बनाना बड़ा मुश्किल है मुश्किल उपर ट्रिकी कहने देयर डैश आर ऑफ्टन हिडन इन्हों के जो डैश है ऑफ्टन हिडन होंगे ने इन्हों के की इन्हों के सिगनल्स क्योंकि ओबवियसली अगे एस लगा हुआ वा सिगनल एस लगा है ठीक है ज़्यादा जाने है तो आर लगा है तो ज़्यादा जाने तो तुहानूं पता आना ही है विद इन द जनरल नॉइज दैट साइसोमीटर्स पिक अप करते हैं इंक्लूडिंग द शेकिंग डैश बाय कंस्ट्रक्शन शेकिंग कहता शेकिंग जी कंस्ट्रक्शन करके होंगी है तो बाय तो पहला थर्ड फॉर्म आती है याद कर लो पैसिव वॉइस का रूल है बाय तो बाद थर्ड फॉर्म आ सकती है थर्ड फॉर्म थले की कॉज्ड तो कॉज्ड उदों आता है जो आप कोई गलत चीज़ होंगी ना वापरती है सो कहता कंस्ट्रक्शन करके वो चीज़ हिलती है ठीक है कॉज्ड आ गया ट्रेन लंघदी ਉਹਦੇ ਕੋਲੋਂ ਜਾਂ ट्रैफिक लंघदी है दैट मीनस मेजोरिटी ਜਿਹੜੇ ਅਰਥਕੁਇਕਸ ਹੈਗੇ हैव लॉन्ग बीन डैश फ्रॉम साइंस ਜਿਹੜੇ ਜ਼ਿਆਦਾਤਰ ਹੈਗੇ ਨੇ ਉਹ ਸਾਇੰਸ ਤੋਂ ਡੈਸ਼ ਹੈਗੇ ਨੇ ਇੱਥੇ ਆਣਾ ਹਿਡਨ 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 ਨਾਲ ਵੇਖੋ ਦੇ ਵੇਖੋ ਹਿਡਨ ਵਾਲੇ ਵਰਡ ਨਾਲ ਕਿਹੜੇ ਕਿਹੜੇ ਵਰਡ ਆ ਰਹੇ ਆ ਹਿਡਨ ਵਿਦਿਨ ਵੀ ਆ ਸਕਦਾ ਜਦੋਂ ਕੋਈ ਚੀਜ਼ ਕਿਸੇ ਦੇ ਅੰਦਰ ਲੁਕੀ ਆ ਉਹਨੂੰ ਕਹਿੰਦੇ ਹਿਡਨ ਵਿਦਿਨ ਕਿ ਉਹ ਬਾਕਸ ਦੇ ਵਿਦਿਨ ਅੰਦਰ ਹੈ ਠੀਕ ਹੈ ਹਿਡਨ ਫਰੋਮ ਵੀ ਹੁੰਦਾ ਜੇ ਕਿਸੇ ਤੋਂ ਲੁਕਣਾ ਕਿਸੇ ਦੇ ਵਿੱਚ ਲੱਗਣਾ ਹਿਡਨ ਇਨ ਵੀ ਆਂਦਾ ਕਿਸੇ ਦੇ ਮਗਰ ਲੁਕਣਾ ਹਿਡਨ ਬਿਹਾਈਂਡ ਆਂਦਾ ਸੋ मतलब हिडन ਦੇ ਨਾਲ ਇਹ ਵਾਲੇ ਵਰਡ ਆ ਸਕਦੇ ਬਿਹਾਈਂਡ ਫਰੋਮ ਵਿਦਿਨ ਇਨ ਠੀਕ ਹੈ ਇਹ ਯਾਦ ਕਰ ਲਓ 76 ਨੰਬਰ द फोनोग्राफ इज एन इंस्ट्रूमेंट फॉर डैश साउंड्स कहता फोनोग्राफ एक ऐसा इंस्ट्रूमेंट होंदा है जिहदे च आपां डैश साउंड्स होंदे ने बाय डैश ऑफ वाइब्रेशन ऑफ ए स्टाइलस और नीडल ਇਹੋ ਜਿਹਾ ਸਾਊਂਡ ਹੁੰਦਾ ਹੈ ਫॉर डैश साउंड्स इंस्ट्रूमेंट है ਇਹ ਵਾਲੇ ਸਾਊਂਡਸ ਲਈ रिप्रोड्यूसिंग आएगा आंसर दो तरीके आंसर है जी साउंड ਜਿਹੜਾ ਹੁੰਦਾ ਪ੍ਰੋਡਿਊਸ ਕੀਤਾ ਜਾਂਦਾ ਹੈ ਕੋਲੋਕੇਸ਼ਨ ਹੁੰਦੀ ਹੈ ਪ੍ਰੋਡਿਊਸ ਦਾ ਸਾਊਂਡ ਬਣਾਉਣ ਨੂੰ ਆਪਾਂ ਪ੍ਰੋਡਿਊਸ ਕਹਿੰਦੇ ਆ ਤੇ ਰੀਪਰੋਡਿਊਸ ਵੀ ਹੁੰਦਾ ਹੈ ਦੁਬਾਰਾ ਬਣਾਉਣਾ ਸਾਊਂਡਸ ਨੂੰ ਕੋਲੋਕੇਸ਼ਨ ਸੀ ਬਾय ਡੈਸ਼ ਆਫ ਵਾਈਬ੍ਰੇਸ਼ਨਲ ਇੱਥੇ ਆਏਗਾ ਬਾय ਮੀਨਸ ਆਫ ਹੁਣ ਲੋਕੀ ਇੱਥੇ ਕਹਿਣਗੇ ਜੀ ਬਾय ਤੋਂ ਬਾਅਦ ਆਈਐਨਜੀ ਆਂਦਾ ਹੈ ਜੀ ਬਾय ਤੋਂ ਬਾਅਦ ਆਈਐਨਜੀ ਆਂਦਾ ਹੈ ਬਟ ਇੰਗਲਿਸ਼ 'ਚ ਕੋਈ ਚੀਜ਼ ਫਿਕਸ ਨਹੀਂ ਹੈਗੀ 90% ਕੇਸ ਹੈਗੇ ਨੇ ਆਂਦਾ ਹੈ हर वारी नहीं आंदा क्योंकि सेंस भी बनानी जरूरी है लाइन की सेंस नहीं बनती जो रोटेटिंग ला दोगे लाइन की कोई सेंस ही नहीं बननी बाय मीनस ऑफ दा मतलब की है भी कोलोकेशन जे मीनस नाल ऑफ आंदा जे मीनस ऑफ दा मतलब होंदा है कि किस तरीके नाल काम होना या किस सोर्स नाल काम होना लाइक तुसीं इहनूं कह दिया बाय सोर्स ऑफ कि किस सोर्स नाल हुंदा काम किस माध्यम राही काम हुंदा है इहनूं आपां मीडियम ऑफ भी कहने आ बाय मीडियम ऑफ कि किस तरीके नाल काम हुंदा है सो उन्हें क्या साउंड बनांदी है ध्यान नाल समझो फोनोग्राफ एक ऐसा यंत्र है जेड़ा साउंड बना रहा है किदे हैल्प नाल किदे सोर्स नाल बना रहा है एक स्टाइलस नाल स्टाइलस उत्थे एक चीज़ हैगी है जिन्होंने नीडल भी कहने सूई भी कहने और सूई उत्थे वाइब्रेशन करती है हिलदी है फॉलोइंग ऑन ए ग्रूव ते ਉਹ ਇੱਕ ग्रूव एक कोई लहर हैगी ਉਹਨੂੰ फॉलो करती है ऑन ए डैश डिस्क ਜਿਹੜੀ ਡਿਸਕ ਹੁੰਦੀ ਹੈ ਡਿਸਕ ਹੁੰਦੀ ਸੀਡੀ ਜੀ ਸੀਡੀ ਡੀਵੀਡੀ ਦੇਖੀ ਹੋਏਗੀ ਗੋਲ ਜੀ ਹੁੰਦੀ ਹੈ ਤੇ ਗੋਲ ਨੂੰ ਜਿਹੜੀ ਉਹ ਸੀਡੀ ਘੁੰਮਦੀ ਹੈ ਉਹਨੂੰ ਆਪਾਂ ਕਹਿੰਦੇ ਆ ਰੋਟੇਟਿੰਗ ਸੋ ਰੋਟੇਟਿੰਗ ਡਿਸਕ ਦਾ ਤੇ ਮਤਲਬ ਹੋਇਆ ਘੁੰਮਣ ਵਾਲੀ ਸੀਡੀ ਉਹ ਸੀਡੀ ਘੁੰਮਦੀ ਹੈ ਉੱਤੇ ਨੀਡਲ ਰੱਖ ਦਿੰਦੇ ਆ ਉਹ ਇੰਸਟਰੂਮੈਂਟ ਦੇਖਿਆ ਹੋਏਗਾ ਉੱਤੇ ਨਾਲ 뮤직 ਵੱਜਦਾ ਪੁਰਾਣਾ ਇੱਕ ਉਹਨੂੰ ਹੈਗਾ ਸੀ ਇੰਸਟਰੂਮੈਂਟ ਉਹਨੂੰ ਫੋਨੋਗ੍ਰਾਫ ਕਹਿੰਦੇ ਸੀ ਅਮਰੀਕਨ ਇਨਵੈਂਟਰ ਥਾਮਸ ਐਡੀਸਨ ਹੈਜ਼ ਬੀਨ ਗਿਵਨ ਦ ਡੈਸ਼ ਇਟਸ ਅ ਸਿੰਪਲ ਕੋਲੋਕੇਸ਼ਨ ਕ੍ਰੈਡਿਟ ਅਸੀਂ ਜਦੋਂ ਕਿਸੇ ਨੂੰ ਕਿਸੇ ਚੀਜ਼ ਦਾ ਨਾਮ ਦਿੰਦੇ ਆ ਕਿ ਇਹ ਕੰਮ ਬੰਦੇ ਕਰਕੇ ਕੰਮ ਹੋਇਆ ਜਿਹਨੇ ਕੰਮ ਕੀਤਾ ਉਹਨੂੰ ਅਸੀਂ ਕ੍ਰੈਡਿਟ ਦਿੰਦੇ ਆ ਤੇ ਕੋਲੋਕੇਸ਼ਨ ਹੁੰਦੀ ਹੈ ਗਿਵ ਕ੍ਰੈਡਿਟ
ਸੋ ਉਹਨੂੰ ਉਹਦਾ ਕ੍ਰੈਡਿਟ ਦਿੱਤਾ ਜਾਂਦਾ ਇਹਦੀ ਕ੍ਰੀਏਸ਼ਨ ਦਾ। ਐਡੀਸਨਸ ਦਾ ਫੋਨੋਗ੍ਰਾਫ ਨੇ ਵਿੱਚ ਫੀਚਰਡ ਹੈਗਾ ਇੱਕ ਸਿਲੰਡਰ ਡੈਸ਼ ਇਨ ਟਿਨ ਫੋਇਲ, ਇੱਕ ਐਸਾ ਸਿਲੰਡਰ ਜਿਹੜਾ ਇੱਕ ਟਿਨ ਫੋਇਲ ਦੇ ਵਿੱਚ ਕੀ ਹੋਇਆ ਹੈ, ਇੱਥੇ ਆਣਾ WRAPPED ਰੈਪਡ। ਰੈਪ ਨਾਲੇ ਵਰਡ ਆਉਂਦਾ ਇਨ, ਰੈਪ ਇਨ। ਰੈਪ ਦਾ ਮਤਲਬ ਹੁੰਦਾ ਲਪੇਟਣਾ। ਇੱਕ ਐਸਾ ਸਿਲੰਡਰ ਜਿਹੜਾ ਇੱਕ ਫੋਇਲ ਵਿੱਚ, ਫੋਇਲ ਦਾ ਮਤਲਬ ਕੀ ਹੁੰਦਾ, ਟਿਨ ਫੋਇਲ ਹੁੰਦੀ ਹੈ ਉਹ ਜਿਹੜੇ ਐਲੂਮੀਨੀਅਮ ਫੋਇਲ ਹੁੰਦਾ ਮਤਲਬ ਜਿਹੜਾ ਆਉਂਦਾ ਨਾ ਸਿਲਵਰ ਕਲਰ ਦਾ, ਉਹਦੇ ਚ ਉਹਨੂੰ ਲਪੇਟਿਆ, ਲਪੇਟਣ ਨੂੰ ਆਪਾਂ ਰੈਪਡ ਕਰਨੇ ਆ। ਤਾਂ ਆਂਸਰ ਇਹਦੇ ਹੈਗੇ ਜੀ 77 ਨੰਬਰ। ਜਾਂ ਯੂਜ਼ ਆਫ ਹਰਬਸ ਐਂਡ ਸਪਾਈਸਿਸ ਕੈਨ ਬੀ ਫਾਊਂਡ, ਆਈ ਗੈਸ ਇਹ ਵਾਲਾ ਰਿਪੀਟ ਹੋ ਰਿਹਾ, ਮੈਂ ਪਿਛਲੀ ਵੀਡੀਓ 'ਚ ਸ਼ਾਇਦ ਦੱਸਿਆ ਸੀ। ਇਹ ਵਾਲਾ ਕੁਐਸਚਨ ਤੁਹਾਡੇ ਰਿਪੀਟ ਲੱਗਦਾ ਮੈਨੂੰ ਹੋਇਆ। ਐਸ ਫਾਰ ਬੈਕ ਐਸ, ਆਪਾਂ ਇੱਥੇ ਆਂਸਰ ਕਿਹਾ ਸੀ ਤੁਹਾਨੂੰ, ਐਸ ਫਾਰ ਬੈਕ ਐਸ ਆਣਾ, ਕੋਲੋਕੇਸ਼ਨ ਹੈਗੀ ਹੈ। ਇੱਥੇ ਆਂਸਰ ਹੈਗਾ ਸੀ ਐਸ ਡੈਸ਼ ਫਾਰਮਸ ਆਫ ਕਰੰਸੀ, ਇੱਥੇ ਆਣਾ ਸੀ ਐਸ ਵੈਲਿਊਏਬਲ ਫਾਰਮਸ ਆਫ ਕਰੰਸੀ, ਵੀ ਕਰੰਸੀ ਬੜੀ ਵੈਲਿਊਏਬਲ ਹੁੰਦੀ ਹੈ ਤਾਂ ਕਰਕੇ। ਫਿਰ ਇੱਥੇ ਮੈਂ ਕਿਹਾ ਸੀ ਮੈਡੀਕਲ ਪ੍ਰੋਪਰਟੀਜ਼, ਕਿ ਮੈਡੀਕਲ ਪ੍ਰੋਪਰਟੀਜ਼ ਕੋਲੋਕੇਸ਼ਨ ਹੈ, ਜਾਂ ਮੈਡੀਸਿਨਲ ਪ੍ਰੋਪਰਟੀਜ਼ ਵੀ ਬੋਲ ਸਕਦੇ ਉਹਨੂੰ, ਦੈਟਸ ਵਾਈ ਦਾ ਆਂਸਰ ਹੈ ਸੀ। ਰਿਪੀਟ ਹੈਗਾ ਤੁਹਾਡੀ ਲਿਸਟ 'ਚ ਵੀ ਸ਼ਾਇਦ ਹੋਏਗਾ, ਨਹੀਂ ਹੈਗਾ ਤੇ ਹੋਰ ਕੋਈ ਹੈਗਾ ਤੇ ਮੇਰੇ ਕੋਲ ਕਲਾਸ 'ਚ ਪੁੱਛ ਲੈਣਾ। ਇੱਥੇ ਮੇਰੇ ਕੋਲ ਤੇ ਰਿਪੀਟ ਆ ਰਿਹਾ। ਫੂਡ ਸਟੋਰੇਜ ਮੈਂ ਕਿਹਾ ਸੀ ਇੱਥੇ ਆਣਾ ਕਿ ਫੂਡ ਸਟੋਰ ਹੁੰਦਾ, ਤੇ ਲਾਸਟ ਤੇ ਆ ਸੀ ਥਵਾਟ, ਥਵਾਟ ਦਾ ਮਤਲਬ ਸੀ ਰੋਕਣਾ, ਬੈਕਟੀਰੀਆ ਦੀ ਗਰੋਥ ਨੂੰ ਰੋਕਦਾ। ਨੰਬਰ 78, ਦ ਡਿਸਟ੍ਰੀਬਿਊਸ਼ਨ ਆਫ ਸਕੰਕਸ ਇਜ਼ ਡੈਸ਼ ਅਕ੍ਰੋਸ ਨਾਰਥ ਅਮਰੀਕਾ। ਕਹਿੰਦਾ ਜਿਹੜੀ ਇਹਦੀ ਡਿਸਟ੍ਰੀਬਿਊਸ਼ਨ ਹੈਗੀ ਹੈ, ਜਿਹੜਾ ਇਹਦਾ ਵੰਡਿਆ ਹੋਇਆ ਸਕੰਕਸ, ਉਹ ਪੂਰੀ ਨਾਰਥ ਅਮਰੀਕਾ ਦੇ ਵਿੱਚ ਡੈਸ਼ ਹੈਗਾ, ਇਸ ਡੈਸ਼ ਅਕ੍ਰੋਸ। ਇਹਦਾ ਆਂਸਰ ਆਏਗਾ ਇਜ਼ ਵਾਈਡ ਸਪਰੈਡ। ਵਾਈਡ ਸਪਰੈਡ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼, ਇੱਥੇ ਮੈਂ ਲਿਖਣ ਲੱਗਾ commonly found everywhere, ਜਿਹੜੀ ਚੀਜ਼ ਦੁਨੀਆ ਵਿੱਚ ਜਾਂ ਕਿਸੇ ਇੱਕ ਇਲਾਕੇ ਦੇ ਵਿੱਚ ਬੜੀ ਕਾਮਨਲੀ ਫਾਊਂਡ ਕੀਤੀ ਜਾਂਦੀ ਹੈ, ਲੱਭ ਜਾਂਦੀ ਹੈ, ਉਹਨੂੰ ਕਹਿੰਦੇ ਆ ਵਾਈਡ ਸਪਰੈਡ ਹੈਗੀ ਹੈ। ਜਿਵੇਂ ਮੈਂ ਕਹਿ ਸਕਦਾ ਕਿ ਡੋਮੀਨੋਜ਼ ਦੇ ਜਿਹੜੇ ਪੀਜ਼ਾ ਸੈਂਟਰ ਹੈਗੇ ਨੇ ਜਾਂ ਪੀਜ਼ਾ ਸ਼ੋਰੂਮ ਆਊਟਲੈਟ ਹੈਗੇ ਨੇ, ਉਹ ਵਾਈਡ ਸਪਰੈਡ ਹੈਗੇ ਆ, ਮਤਲਬ ਬੜੀ ਜਗ੍ਹਾ ਫੈਲੇ ਨੇ, ਅੰਮ੍ਰਿਤਸਰ 'ਚ ਬੜੇ ਲੱਭ ਜਾਂਦੇ ਆ, ਹੋਰ ਸ਼ਹਿਰਾਂ 'ਚ ਵੀ ਲੱਭ ਜਾਂਦੇ, ਸੋ ਇਸ ਕਰਕੇ ਉਹਨੂੰ ਵਾਈਡ ਸਪਰੈਡ ਕਹਾਂਗੇ। ਸੋ ਕਹਿੰਦਾ ਇਹ ਜਿਹੜੀ ਫੈਲੀ ਹੋਈ ਹੈ ਨਾਰਥ ਅਮਰੀਕਾ 'ਚ, ਐਂਡ ਡੈਸ਼ ਇਨਵੋਲਵਿੰਗ ਦੈਮ ਆਰ ਔਨ ਦਾ ਇੰਕਰੀਜ਼। ਇੱਥੇ ਲੱਗਾ ਆਰ, ਤੇ ਡੈਸ਼ ਕਰਨਾ ਉਹਨਾਂ ਨੂੰ ਵੱਧ ਰਿਹਾ। ਆਰ ਲੱਗਾ ਤੇ ਮਤਲਬ ਪਿੱਛੇ ਜਿਹੜਾ ਨਾਊਨ ਆਏਗਾ ਉਹ ਨਾਲ ਐਸ ਆਏਗਾ, ਤੇ ਉਹਦੇ ਨਾਲ ਦਾ ਇੱਕ ਵਰਡ ਹੈਗਾ ਐਨਕਾਊਂਟਰਸ। ਦੇਖਿਆ ਮੈਂ ਆਂਸਰ ਕਿਵੇਂ ਲੱਭਿਆ, ਆਂਸਰ ਇੰਝ ਲੱਭਣੇ ਆ, ਗ੍ਰਾਮਰ ਨਾਲ ਆਂਸਰ ਝੱਟ ਲੱਭ ਜਾਂਦੇ ਆ, ਗ੍ਰਾਮਰ ਨਾਲ ਥੋੜਾ ਮਤਲਬ ਤੁਸੀਂ ਕਾਫੀ ਹੈਲਪ ਹੋ ਜਾਂਦੀ। ਐਨਕਾਊਂਟਰਸ ਇਨਵੋਲਵਿੰਗ ਦੈਮ ਆਰ ਇਨਕਰੀਜ਼, ਇਨਕਾਊਂਟਰਸ ਜਿਹਦੇ ਵਿੱਚ ਉਹ ਸ਼ਾਮਿਲ ਹੈਗੇ ਨੇ ਉਹ ਵੱਧ ਰਹੇ ਨੇ। ਕੀ ਵੱਧ ਰਹੇ ਨੇ, ਜੋ ਚੀਜ਼ ਵੱਧ ਰਹੀ ਹੈ ਨਾ ਆਰ ਲਾਇਆ, ਤੇ ਚੀਜ਼ ਆਰ ਲਾਇਆ ਤੇ ਮਤਲਬ ਚੀਜ਼ਾਂ ਜ਼ਿਆਦਾ ਆਈਆਂ, ਲਾ ਦੋ ਇਸ ਨਾਲ। as on the increase as humans dash into the woodlands, humans dash into, ਇੱਥੇ ਆਂਸਰ ਵੇਖੋ ਗ੍ਰਾਮਰ, ਫਿਰ ਹਿਊਮਨਸ ਜ਼ਿਆਦਾ ਨੇ, ਵਰਬ ਮੰਗ ਰਿਹਾ ਅੱਗੇ, ਇੱਕ ਹੀ ਵਰਬ ਦਿਓ ਉਹਨੂੰ, ਠੀਕ ਹੈ। ਤੇ ਵਰਬ ਨਾਲ ਜਿਹੜਾ ਹੈਗਾ ਉਹਨੇ ਐਸ ਨਹੀਂ ਹੋਣਾ ਚਾਹੀਦਾ, ਇੱਥੇ ਇੱਕੋ ਬਚਦੀ ਹੈ ਇੰਟਰੂਡ, ਇੰਟਰੂਡਿਡ, ਇੰਟਰੂਡਿੰਗ, ਤੇ ਇੰਟਰੂਡ ਇਨਟੂ ਕੋਲੋਕੇਸ਼ਨ ਵੀ ਆ, ਇੰਟਰੂਡ ਇਨਟੂ ਲਿਖ ਲਓ, ਤੇ ਇੰਟਰੂਡ ਦਾ ਮਤਲਬ ਵੀ ਸਮਝਾ ਦੇਣਾ ਤੁਹਾਨੂੰ, ਇਹਦਾ ਥੋੜਾ ਸਮਝ ਲਿਓ। ਇਹ ਕਿਉਂਕਿ ਮੈਂ ਇੱਕ ਪੜਿਆ ਸੀ ਏਪੀ 'ਚ ਵੀ ਇਹਦੇ ਨਾਲ ਦੀ ਆਈ ਸੀ ਇੰਟਰੂਜਨ ਨਾਂ ਦੀ ਵਰਡ, ਇਹਦੀ ਨਾਉਨ ਦੀ ਫਾਰਮ ਹੁੰਦੀ ਇੰਟਰੂਜਨ, ਤੇ ਇਹਦੀ ਵਰਬ ਦੀ ਫਾਰਮ ਹੁੰਦੀ ਇੰਟਰੂਡ। ਇੰਟਰੂਡ ਦਾ ਮਤਲਬ ਹੁੰਦਾ ਇਹ ਇੱਕ ਵਰਬ ਹੈ, ਮਤਲਬ ਇਹ ਕੰਮ ਹੋ ਰਿਹਾ, ਇਹਦਾ ਮਤਲਬ ਹੁੰਦਾ ਕਿਸੇ ਇਲਾਕੇ ਦੇ ਵਿੱਚ ਐਂਟਰ ਕਰਨਾ, ਕਿਸੇ ਦੇ ਇਲਾਕੇ 'ਚ ਜਾਂ ਕਿਸੇ ਜਗ੍ਹਾ 'ਚ ਐਂਟਰ ਕਰਨਾ ਇਲੀਗਲੀ, ਮਤਲਬ ਗਲਤ, ਵਿਦਾਊਟ ਪਰਮਿਸ਼ਨ, ਪਰਮਿਸ਼ਨ ਲੈਣੀ, ਗੈਰ ਕਾਨੂੰਨੀ ਤਰੀਕੇ ਨਾਲ ਐਂਟਰ ਕਰ ਜਾਣਾ, ਠੀਕ ਹੈ। ਜਿਹਨੂੰ ਆਪਾਂ ਪੰਜਾਬੀ 'ਚ ਜਾਂ ਹਿੰਦੀ 'ਚ ਘੁਸਪੈਠ ਕਰਨਾ ਵੀ ਕਹਿੰਦੇ ਆ, ਕਿ ਅੰਦਰ ਅੰਦਰ ਜਾਣ ਕੇ ਵੜਨਾ। ਲਾਈਕ ਜਿਵੇਂ ਪਾਕਿਸਤਾਨ ਆਰਮੀ ਜਾਂ ਜਿਹੜੇ ਟੈਰਰਿਸਟ ਹੈ ਇੰਟਰੂਡ ਕਰਦੇ ਨੇ ਇੰਡੀਆ ਦੇ ਵਿੱਚ, ਮਤਲਬ ਉਹ ਇਲੀਗਲੀ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਨੇ, ਸੋ ਉਹਨੂੰ ਕਹਿੰਦੇ ਆ। ਤੇ ਉਹ ਸਾਰੀ ਐਕਟੀਵਿਟੀ ਨੂੰ ਜੇ ਨਾਮ ਦੇਣਾ ਤੇ ਐਬਸਟਰੈਕਟ ਨਾਊਨ ਦੀ ਫਾਰਮ 'ਚ ਆ ਜਾਏਗਾ ਉਹ ਇੰਟਰੂਜਨ, ਕਿਉਂਕਿ ION ਵਾਲੇ ਸਾਰੇ ਐਬਸਟਰੈਕਟ ਨਾਊਨ ਹੁੰਦੇ ਨੇ, ਸੋ ਇੰਟਰੂਜਨ ਕਰ ਰਹੇ ਨੇ। ਤੇ ਇਹਦੇ ਨਾਲ ਕੀ ਕਹਿੰਦਾ, ਹਿਊਮਨਸ ਇੰਟਰੂਡ ਇਨਟੂ ਦ ਵੁੱਡਲੈਂਡਸ। ਹੁਣ ਇਹ ਜਿਹੜਾ ਵੁੱਡਲੈਂਡ ਹੈ ਨਾ, ਵੁੱਡਲੈਂਡ, ਵੁੱਡਲੈਂਡ ਦਾ ਮਤਲਬ ਹੁੰਦਾ ਜੰਗਲ, ਫੋਰੈਸਟ, ਫੋਰੈਸਟ ਦਾ ਸੋਨਿਮ ਹੁੰਦਾ ਜੇ FORESTS। ਸੋ ਲੋਕੀ ਕਹਿੰਦਾ ਹੁਣ ਹਿਊਮਨਸ ਕੀ ਕਰਦੇ ਪਏ ਨੇ, ਜੰਗਲਾਂ ਦੇ ਵਿੱਚ ਇੰਟਰੂਡ ਕਰਦੇ ਪਏ ਨੇ, ਮਤਲਬ ਘੁਸਪੈਠ ਕਰਦੇ ਪਏ ਨੇ। ਜੰਗਲੀ ਇਲਾਕਾ ਹੈਗਾ ਜਿੱਥੇ ਜਾਨਵਰਾਂ ਦਾ ਰਾਜ ਆ, ਉੱਥੇ ਹਿਊਮਨਸ ਅੰਦਰ ਵੜੀ ਜਾਂਦੇ ਨੇ, ਤਾਂ ਕਰਕੇ ਇਹ ਹੋ ਰਿਹਾ। ਦੈਟ ਆਰ ਦ ਸਕੰਕਸ ਡੈਸ਼ ਹੈਬੀਟੈਟ, ਕਹਿੰਦਾ ਇਹ ਫੋਰੈਸਟ ਦੇ ਫੀਲਡ ਉਹ ਇਲਾਕਾ ਹੈ ਜਿਹੜਾ ਸਕੰਕ ਦਾ ਇਹੋ ਜਿਹਾ ਹੈਬੀਟੈਟ ਹੈਗਾ। ਸਕੰਕ ਦਾ ਹੈਬੀਟੈਟ ਦਾ ਮਤਲਬ ਹੁੰਦਾ ਇਨਵਾਇਰਮੈਂਟ, ਕਿਸੇ ਦਾ ਜਿੱਥੇ ਉਹ ਰਹਿੰਦਾ ਬੰਦਾ, ਕੋਈ ਮਤਲਬ ਕਹਿ ਸਕਦੇ ਆ ਇਲਾਕਾ, ਤੇ ਇਹੋ ਜਿਹਾ ਇਲਾਕਾ ਹੈਗਾ। ਇੱਥੇ ਆਂਸਰ ਆਏਗਾ PRINCIPAL, ਪ੍ਰਿੰਸੀਪਲ ਦਾ ਮਤਲਬ ਹੁੰਦਾ ਮੇਨ,
कि ਉਹਨਾਂ ਦਾ ਮੁੱਖ ਇਲਾਕਾ ਹੈਗਾ, ਮੇਨ ਹੈਬਿਟੈਟ ਹੈਗਾ। ਠੀਕ ਹੈ ਜੀ। ਅਤੇ ਐਡਜੈਕਟਿਵ ਚਾਹੀਦਾ ਸੀ, ਪ੍ਰਿੰਸੀਪਲ ਏਐਲ ਲੱਗਾ, ਐਡਜੈਕਟਿਵ ਵੀ ਹੈ। ਐਂਡ ਲਾਸਟ ਆਏਗਾ ਰੈਦਰ ਡੈਸ਼ ਨੀਡ, ਪ੍ਰੈਸਿੰਗ ਨੀਡ ਅਗੇਨ ਅ ਕੋਲੋਕੇਸ਼ਨ, ਨੋਟ ਡਾਊਨ, ਪ੍ਰੈਸਿੰਗ ਨੀਡ, ਸੀਰੀਅਸ ਨੀਡ, ਪ੍ਰੈਸਿੰਗ ਨੀਡ ਅਤੇ ਸੀਰੀਅਸ ਨੀਡ ਦੋਨੋਂ ਕੋਲੋਕੇਸ਼ਨ ਹੈ। ਇਹਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਅਰਜੈਂਟ, ਵੀ ਇਹਨੂੰ ਅਰਜੈਂਟ ਵੀ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਇੰਨਾ ਡੀਲ ਕਰਨਾ, ਉਹਨੂੰ ਕਹਿੰਦੇ ਆ ਪ੍ਰੈਸਿੰਗ ਨੀਡ ਹੈਗੀ ਇਹਨੂੰ ਡੀਲ ਕਰਨਾ। ਡੀਲ ਵਿਦ ਵੀ ਕੋਲੋਕੇਸ਼ਨ ਅੱਗੇ ਲੱਗੀ ਜੇ। ਡੀਲ ਵਿਦ ਦਾ ਮਤਲਬ ਹੁੰਦਾ ਕਿਸੇ ਦਾ ਸਾਹਮਣਾ ਕਰਨਾ। ਪਿੱਛੇ ਹੋਰ ਕੋਈ ਵਰਡ ਦਾ ਸਿਨੋਨਿਮ ਜਿਵੇਂ ਇਹਦਾ ਆਰਡਰ, ODOR, ਇੱਕ ਹੁੰਦਾ ORDER, ਉਹ ਹੁੰਦਾ ਇਹਨੂੰ ਹੁਕਮ ਦੇਣਾ, ਹੈਗਾ ODOR। ODOR ਦਾ ਮਤਲਬ ਹੁੰਦਾ ਸਮੈਲ, ਸਮੈਲ ਦਾ ਸਿਨੋਨਿਮ ਹੈਗਾ ਕਿ ਇਹਨਾਂ ਦੀ ਇਹੋ ਜਿਹੀ ਸਮੈਲ ਹੁੰਦੀ ਹੈ। ਇੰਡੀਡ ਵਿਗਰਸ ਐਕਟੀਵਿਟੀ 79 ਨੰਬਰ। ਇੰਡੀਡ ਦਾ ਮਤਲਬ ਵੀ ਓਬਵੀਅਸਲੀ ਹੈਗਾ ਜਿਹੜਾ ਮੈਂ ਤੁਹਾਨੂੰ ਪਿੱਛੇ ਦੱਸ ਕੇ ਗਿਆ। ਓਬਵੀਅਸਲੀ ਮੈਂ ਦੱਸਿਆ ਸੀ ਬੇਸ਼ੱਕ। ਇੰਡੀਡ ਦਾ ਮਤਲਬ ਇਹੀ ਹੁੰਦਾ ਬੇਸ਼ੱਕ, ਬਿਨਾਂ ਕਿਸੇ ਸ਼ੱਕ ਦੇ ਜਾਂ ਬਿਨਾਂ ਕਿਸੇ ਡਾਊਟ ਦੇ ਉਹਨੂੰ ਕਹਿੰਦੇ ਆ ਇੰਡੀਡ। ਬੇਸ਼ੱਕ ਜਿਹੜੀ ਵਿਗਰਸ ਐਕਟੀਵਿਟੀ ਹੁੰਦੀ ਹੈ, ਵਿਗਰਸ ਐਕਟੀਵਿਟੀ ਦਾ ਮਤਲਬ ਹੁੰਦਾ ਹੈ ਵਿਗਰਸ ਕਿਹਨੂੰ ਕਹਿੰਦੇ ਆ, VIGORUS, ਸਪੈਲਿੰਗ ਲਰਨ ਕਰ ਲੈਣਾ, ਇੰਪੋਰਟੈਂਟ ਵਰਡ ਹੈ। ਵਿਗਰਸ ਦਾ ਮਤਲਬ ਹੁੰਦਾ ਹੈ ਪਾਵਰਫੁਲ, ਜਿਸ 'ਚ ਆਪਾਂ ਜਾਨ ਬੜੀ ਲਾਉਂਦੇ ਹਾਂ, ਤਾਕਤ ਬੜੀ ਲੱਗਦੀ ਹੈ। ਠੀਕ ਹੈ। ਕਹਿੰਦਾ ਇਹੋ ਜਿਹੀ ਐਕਟੀਵਿਟੀ ਜਿਹੜੀ ਹੁੰਦੀ ਆ ਉਹ ਸਾਡੀ ਬੋਡੀ ਨੂੰ ਹੈਲਪ ਕਰਦੀ ਹੈ ਰਿਡ ਇਟਸੈਲਫ ਆਫ, ਇਹ ਵੀ ਕੋਲੋਕੇਸ਼ਨ ਜੇ, ਰਿਡ ਆਫ, ਇਹ ਵੀ ਇਕੱਠਾ ਆ ਸਕਦਾ ਜੇ। ਕੱਲ ਨੂੰ ਬਲੈਂਕ ਹੈਗੀ ਸੀ, ਇੱਥੇ ਬਲੈਂਕ ਬਣੀ ਹੁੰਦੀ ਹੈ, ਆਫ ਲੱਗਾ, ਰਿਡ ਆਫ। ਰਿਡ ਆਫ ਦਾ ਮਤਲਬ ਹੁੰਦਾ ਛੁਟਕਾਰਾ ਪਾਣਾ, ਲਿਖ ਲੈਣਾ ਪੰਜਾਬੀ 'ਚ, ਕਿਸੇ ਚੀਜ਼ ਤੋਂ ਛੁਟਕਾਰਾ ਪਾਣਾ ਉਹਨੂੰ ਕਹਿੰਦੇ ਆ ਰਿਡ ਆਫ ਜਾਂ ਗੈਟ ਰਿਡ ਆਫ। ਤੇ ਕਹਿੰਦਾ ਬੋਡੀ ਸਾਡੀ ਛੁਟਕਾਰਾ ਪਾਉਂਦੀ ਹੈ, ਆਪਣੇ ਆਪ ਨੂੰ ਛੁਟਕਾਰਾ ਪਾਉਂਦੀ ਹੈ ਡੈਸ਼ ਬਾਏ ਇੰਕਰੀਜ਼ਿੰਗ ਦਾ ਡੈਸ਼ ਆਫ ਲਿੰਫ ਫਲੂਇਡ ਐਂਡ ਬਲੱਡ। ਕਿੱਥੋਂ ਛੁਟਕਾਰਾ ਪਾਉਂਦੀ ਬੋਡੀ? ਟੌਕਸਿਨਸ ਤੋਂ। ਆਂਸਰ ਆਣਾ ਟੌਕਸਿਨਸ। ਟੌਕਸਿਨ ਦਾ ਮਤਲਬ ਹੁੰਦਾ ਸਾਡੀ ਬੋਡੀ ਦੇ ਵਿੱਚ ਜਿਹੜੇ ਗੈਰ ਜ਼ਰੂਰੀ ਪਦਾਰਥ ਹੁੰਦੇ ਨੇ ਜਾਂ ਪੋਇਜ਼ਨਸ, ਜਿਵੇਂ ਸਾਡੇ ਫੈਟ ਆ ਗਈ ਜਾਂ ਫਿਰ ਜ਼ਿਆਦਾ ਹੀ ਤੁਸੀਂ ਕਾਰਬਸ ਖਾ ਲਈਆਂ, ਮਤਲਬ ਜ਼ਹਿਰੀਲੇ ਪਦਾਰਥ ਵੀ ਹੋ ਸਕਦੇ ਆ ਜਾਂ ਗੈਰ ਜ਼ਰੂਰੀ ਪਦਾਰਥ ਜਿਹੜੇ ਸਾਨੂੰ ਨਹੀਂ ਚਾਹੀਦੇ ਬੋਡੀ ਨੂੰ। ਸੋ ਬੋਡੀ ਉੱਥੋਂ ਛੁਟਕਾਰਾ ਪਾਉਂਦੀ ਹੈ ਜਦੋਂ ਆਪਾਂ ਐਕਸਰਸਾਈਜ਼ ਜ਼ਿਆਦਾ ਕਰਦੇ ਹਾਂ, ਜਿਹਨੂੰ ਕਹਿੰਦੇ ਵਿਗਰਸ ਐਕਟੀਵਿਟੀ। ਬਾਈ ਇੰਕਰੀਜ਼ਿੰਗ ਦਾ ਡੈਸ਼ ਆਫ ਬਲੱਡ, ਬਲੱਡ ਤੇ ਫਲੂਇਡ ਦਾ ਕੀ ਵੱਧਦਾ ਸਾਡੇ ਸਰੀਰ ਦੇ ਵਿੱਚ? ਸਰਕੂਲੇਸ਼ਨ। ਇੱਥੇ ਆਂਸਰ ਹੈਗਾ ਸਰਕੂਲੇਸ਼ਨ, ਕਿਉਂਕਿ ਸਾਡੀ ਬੋਡੀ 'ਚ ਬਲੱਡ ਸਰਕੂਲੇਟ ਕਰਦਾ, ਮਤਲਬ ਘੁੰਮਦਾ ਰਹਿੰਦਾ ਬਲੱਡ ਸਾਡੇ ਸਰੀਰ 'ਚ, ਅਲੱਗ-ਅਲੱਗ ਹਿੱਸਿਆਂ 'ਚ ਜਾਂਦਾ, ਉਹਨੂੰ ਕਹਿੰਦੇ ਸਰਕੂਲੇਸ਼ਨ ਕਰਨਾ, ਜਿਹਨੂੰ ਆਪਾਂ ਫਲੋ ਵੀ ਕਹਿੰਦੇ ਆ, ਫਲੋ ਵਧਾਉਣਾ ਜਾਂ ਸਰਕੂਲੇਸ਼ਨ ਵਧਾਉਣਾ। ਵਿਚ ਆਰ ਡੈਸ਼ ਬਾਏ, ਆਰ ਤੋਂ ਬਾਅਦ ਤੇ ਬਾਏ ਤੋਂ ਪਹਿਲਾਂ ਥਰਡ ਫਾਰਮ ਵਰਬ ਆਉਂਦੀ ਹੈ। ਥਰਡ ਫਾਰਮ ਵਰਬ ਕਿਹੜੀ ਹੈਗੀ ਹੈ? ਫਿਲਟਰਡ, FILTERED, ਫਿਲਟਰਡ ਬਾਏ। ਓਕੇ, ਥਰਡ ਫਾਰਮ। The lymph nodes and kidneys dash, kidneys dash, ਇੱਥੇ ਆਏਗਾ ਆਂਸਰ ਐਂਡ ਤੇ। ਵੇਖੋ ਲਾਈਨ ਕਿਵੇਂ ਦਾ ਆਂਸਰ ਲੱਭਣਾ, ਫਿਲਟਰਡ ਬਾਏ, ਇਹਦੇ ਦੁਆਰਾ ਫਿਲਟਰ ਹੁੰਦਾ ਵਾ ਤੇ ਇਸ ਤਰੀਕੇ ਨਾਲ ਹੁੰਦਾ। ਜਿਹੜਾ ਐਂਡਲਾ ਵਰਡ ਹੈਗਾ ਉੱਥੇ LY ਆ ਸਕਦਾ। ਇੱਥੇ ਆਂਸਰ ਨਾਲ ਰਿਸਪੈਕਟਿਵਲੀ। ਰਿਸਪੈਕਟਿਵਲੀ ਦਾ ਨਾਲੇ ਮੀਨਿੰਗ ਹੁੰਦਾ ਜਦੋਂ ਦੋ ਕੰਮ ਜਾਂ ਤਿੰਨ ਕੰਮ ਜਾਂ ਜ਼ਿਆਦਾ ਕੰਮ ਹੁੰਦੇ ਹੋਣ ਤੇ ਇੱਕ ਸੀਰੀਅਲ ਆਰਡਰ 'ਚ ਹੁੰਦੇ ਹੋਣ, ਉਹਨੂੰ ਕਹਿੰਦੇ ਰਿਸਪੈਕਟਿਵਲੀ ਹੋ ਰਿਹਾ, ਇੱਕ ਆਰਡਰ 'ਚ ਹੋ ਰਿਹਾ। The liver also dash out some waste products, ਲੀਵਰ ਇੱਕ ਚੀਜ਼ ਹੈਗਾ ਤੇ ਵਰਬ ਨਾਲ SES ਚਾਹੀਦਾ, ਵਰਬ ਨਾਲ SES ਹੈਗਾ ਸੀ ਫਿਲਟਰਸ, ਤਾਂ ਕਰਕੇ ਤੇ ਫਿਲਟਰਸ ਆਂਸਰ ਆ ਗਿਆ, ਓਬਵੀਅਸਲੀ ਆਂਸਰ ਲੱਭਿਆ ਗਿਆ। ਸੋ ਦੇਖਿਆ ਗ੍ਰਾਮਰ ਦੀ ਹੈਲਪ ਨਾਲ if I can find the answers quickly, you can also do that. ਲਰਨ ਕਰੋ ਕਨਸੈਪਟਸ ਨੂੰ। ਨੰਬਰ 80th, the purpose of sweating is not to purge the body of toxins. ਸਵੈਟਿੰਗ ਦਾ ਮਤਲਬ ਹੁੰਦਾ ਹੈ ਪਸੀਨਾ। ਕਹਿੰਦਾ ਪਸੀਨੇ ਦਾ ਮਕਸਦ ਇਹ ਨਹੀਂ ਹੁੰਦਾ ਕਿ ਬੋਡੀ ਤੋਂ ਟੌਕਸਿਨਸ ਬਾਹਰ ਕੱਢਣਾ, ਬਟ ਇਹ ਵੀ ਹੁੰਦਾ ਹੈ ਟੂ ਕੂਲ ਇਟ ਡੈਸ਼, ਕੂਲ ਡਾਊਨ। ਕੋਲੋਕੇਸ਼ਨ ਹੈ ਜੀ ਕੂਲ ਡਾਊਨ। ਕੂਲ ਡਾਊਨ ਦਾ ਮਤਲਬ ਹੁੰਦਾ ਕਿ ਇਹਦਾ ਟੈਂਪਰੇਚਰ ਘਟਾਉਣਾ, ਉਹਨੂੰ ਕਹਿੰਦੇ ਕੂਲ ਡਾਊਨ ਕਰੋ, ਟੈਂਪਰੇਚਰ ਡਾਊਨ ਕਰੋ। ਥਰੂ ਇਵੈਪੋਰੇਸ਼ਨ, ਸਵੈਟ ਫਰੋਮ ਐਕਰੀਨ ਸਵੈਟ ਗਲੈਂਡਸ, ਦੋਸ ਡੈਸ਼ ਮੋਸਟ ਆਫ ਦਾ ਬੋਡੀ। ਸਵੈਟ ਗਲੈਂਡਸ ਹੁੰਦੇ ਨੇ ਜਿਹੜੇ ਦੋਸ ਡੈਸ਼ ਮੋਸਟ ਆਫ ਦਾ ਬੋਡੀ। ਆਂਸਰ ਆਏਗਾ ਦੋਸ ਕਵਰਿੰਗ ਮੋਸਟ ਆਫ ਦਾ ਬੋਡੀ। ਲਾਈਨ ਸੌਖੀ ਆ, ਕੋਈ ਔਖੀ ਨਹੀਂ ਆ ਕਿ ਆਹ ਸਵੈਟ ਗਲੈਂਡਸ ਹੈਗੇ ਨੇ, ਮਤਲਬ ਸਾਡੇ ਸਰੀਰ 'ਚ ਕੋਈ ਚੀਜ਼ ਹੈਗੀ ਆ ਜਿਹੜੀ ਸਾਡੀ ਬੋਡੀ ਦਾ 99% ਪਾਰਟ ਨੂੰ ਕੀ ਕਰਦੀ ਪਈ ਆ, ਪਾਣੀ ਨਾਲ ਕੀ ਕਰਦੀ ਪਈ, ਕਵਰ ਕਰਦੀ ਪਈ ਆ, ਤਾਂ ਹੀ ਆ ਨਾ ਕਵਰਿੰਗ ਮੋਸਟ ਆਫ ਦਾ ਬੋਡੀ। ਕੰਟੇਨਸ ਵੈਰੀ ਸਮॉल ਡੈਸ਼ ਆਫ ਸਾਲਟ, ਉਹ 'ਚ ਸਾਲਟ ਤੇ ਬੜੇ ਸਮॉल ਡੈਸ਼ ਹੁੰਦੇ ਨੇ। ਸਾਲਟ ਦਾ ਕੀ ਘੱਟ ਹੁੰਦਾ? ਅਮਾਊਂਟ ਆਫ ਸਾਲਟ। ਅਮਾਊਂਟ ਹੁੰਦਾ ਵਾ ਕਿਸੇ ਚੀਜ਼ ਦੀ ਕੁਆਂਟੀਟੀ, ਕਿ ਕਿੰਨੀ ਮਾਤਰਾ ਹੈਗੀ। ਤੇ ਸਾਡੇ ਸਰੀਰ 'ਚ ਸਾਲਟ ਦੀ, ਯੂਰੀਆ ਦੀ ਮਾਤਰਾ ਹੁੰਦੀ ਹੈ, ਠੀਕ ਹੈ। ਆਲ ਆਫ ਵਿਚ ਆਰ ਨੈਚੁਰਲੀ ਡੈਸ਼ ਆਫ ਬੋਡੀ, ਸਾਡੇ ਸਰੀਰ ਦੇ ਨੈਚੁਰਲ ਕੀ ਕਹਿੰਦੇ? ਨੈਚੁਰਲ ਪ੍ਰੋਡਕਟਸ, ਜਿਹਨੂੰ ਬਾਈ ਪ੍ਰੋਡਕਟਸ ਵੀ ਕਹਿੰਦੇ ਆ। ਬਾਈ ਪ੍ਰੋਡਕਟਸ, ਬਾਈ ਪ੍ਰੋਡਕਟ ਜੇ ਆ ਜਾਏ ਪੇਪਰ 'ਚ ਬਲੈਂਕ ਜਾਂ ਕਿਤੇ, ਤੇ ਧਿਆਨ ਦਿੱਤਾ ਜੇ ਕਿ ਹਾਈਫਨ ਆਣਾ ਜੋ 'ਚ, BY ਹਾਈਫਨ ਪਾ ਕੇ ਬਾਈ ਪ੍ਰੋਡਕਟਸ ਲਿਖਿਓ, ਗਲਤ ਨਾ ਕਰ ਆਇਓ।
मैं एक देख ला एक बारी बी आई ना तो नहीं होंदा ना एक BIPROTUCTS इस तरह का कोई वर्ड नहीं गा हाँ BY ना ही आंदा बाय प्रोडक्ट्स ठीक है ਇਹ ਹੈਗਾ ਪਰ ਕਿ ਬਾਈ ਪ੍ਰੋਡਕਟ ਇੰਨਾ ਜ਼ਿਆਦਾ ਨਹੀਂ ਬਾਈ ਪ੍ਰੋਡਕਟਸ ਉਹੀ ਚੱਲਦਾ ਬਾਈ ਪ੍ਰੋਡਕਟ ਦਾ ਮਤਲਬ ਹੈ ਕਿਸੇ ਚੀਜ਼ ਦਾ ਰਿਜ਼ਲਟ ਆਉਣਾ ਜਾਂ ਕਿਸੇ ਚੀਜ਼ ਦਾ परिणाम बाय प्रोडक्ट किसी चीज़ का रिजल्ट भी होंगे ठीक है नैचुरल रिजल्ट है बॉडी प्रोसैस का यूरोपियन 81 वाला यूरोपियन पगान्स viewed eggs as a dash of regeneration ਕਹਿੰਦਾ ਜਿਹੜੇ ਯੂਰਪ ਦੇ ਪਗਾਨਸ ਹੈਗੇ ਨੇ ਪਗਾਨ ਕੌਣ ਹੁੰਦੇ ਪਗਾਨ ਹੈਗੇ ਸੋ ਬੰਦੇ ਹੁੰਦੇ ਨੇ ਜਿਹੜੇ ਨਾ ਭਗਵਾਨ ਨੂੰ ਸ਼ਾਇਦ ਜ਼ਿਆਦਾ ਪੂਜਦੇ ਮੂਰਤੀ ਪੂਜਾ ਕਰਦੇ ਜਿਹੜੇ ਸ਼ਾਇਦ ਹੈ ਨਾ ਉਹਨੂੰ ਕਹਿੰਦੇ ਆ ਪਗਾਨ ਜਿਹੜੇ ਲੋਕੀ ਮੂਰਤੀ ਦੀ ਪੂਜਾ ਕਰਦੇ ਆ ਉਹਨਾਂ ਨੂੰ ਪਗਾਨ ਇਸ ਤਰ੍ਹਾਂ ਦਾ ਕੁਝ ਕਹਿੰਦੇ ਆ ਪਗਾਨ ਹੀ ਕਹਿੰਦੇ ਆ ਉਹ ਕਹਿੰਦੇ ਆ viewed egg as view as ਇਕੋਲੋਕੇਸ਼ਨ ਹੈਗੀ ਜੇ ਦਿਖਾਉਂਦੇ ਆ view as ਕਿਸੇ ਚੀਜ਼ ਨੂੰ ਕਿਸੇ ਤਰੀਕੇ ਨਾਲ ਦੇਖਣਾ ਉਹਨੂੰ ਕਹਿੰਦੇ ਆ view as ਸੋ ਮੂਰਤੀ ਨੂੰ ਪਗਾਨ viewed eggs ਸੋਰੀ ਉਹ ਜਿਹੜੇ ਪਗਾਨਸ ਹੈਗੇ ਨੇ ਉਹ ਜਿਹੜੇ ਆਂਡੇ ਆ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਆ ਕਿ ਉਹ ਇੱਕ ਰੀਜਨਰੇਸ਼ਨ ਦਾ ਡੈਸ਼ ਹੈਗਾ ਇੱਕ ਨਾਉਨ ਚਾਹੀਦਾ ਉਹਨੂੰ ਏ ਤੋਂ ਬਾਅਦ ਇੱਕ ਸਿੰਗਲ ਨਾਉਨ ਇੱਥੇ ਕਿਹੜਾ ਹੈਗਾ ਫੋਲੋਅਰਸ ਜ਼ਿਆਦਾ ਜਾਣੇ ਨੇ ਸਿੰਬਲ ਇੱਕ ਚੀਜ਼ ਹੈਗਾ ਸਿੰਬਲ ਇੱਥੇ ਆਏਗਾ ਸਿੰਬਲ ਨਾਲ ਆਫ ਦੀ ਕੋਲੋਕੇਸ਼ਨ ਵੀ ਹੁੰਦੀ ਸਿੰਬਲ ਆਫ ਠੀਕ ਹੈ ਜੀ ਤੇ ਸਿੰਬਲ ਦਾ ਮਤਲਬ ਹੁੰਦਾ ਨਿਸ਼ਾਨੀ ਕਿ ਉਹ ਐਗਸ ਨੂੰ ਰੀਜਨਰੇਸ਼ਨ ਦੀ ਨਿਸ਼ਾਨੀ ਮੰਨਦੇ ਨੇ ਰਾਈਟ ਤੇ ਰੀਜਨਰੇਸ਼ਨ ਦੈਟ ਡੈਸ਼ ਵਿਦ ਸਪ੍ਰਿੰਗ ਟਾਈਮ ਆ ਦੇਖੋ ਇੱਕ ਚੀਜ਼ ਫਿਰ ਦੁਬਾਰਾ ਵੇਖੋ ਨਾ ਦੈਟ ਆ ਗਿਆ ਦੈਟ ਤੋਂ ਬਾਅਦ ਫਿਰ ਬਲੈਂਕ ਹੈ ਨਾ ਮੈਂ ਕਹੀ ਦੈਟ ਤੋਂ ਬਾਅਦ ਬਲੈਂਕ ਆਵੇ ਤਾਂ ਵਰਬ ਆ ਸਕਦਾ ਤੇ ਡਿਪੈਂਡ ਕਰਦਾ ਕਿ ਮਗਰ ਉਹਦੇ ਨਾਉਨ ਕਿਹੜਾ ਹੈਗਾ ਇੱਕ ਜ਼ਿਆਦਾ ਉਹ ਵੇਖੋ ਰੀਜਨਰੇਸ਼ਨ ਇੱਕ ਚੀਜ਼ ਹੀ ਹੈ ਇੱਕ ਚੀਜ਼ ਹੋਵੇ ਤਾਂ ਵਰਬ ਨਾਲ ਐਸ ਆ ਸਕਦਾ ਸਿੰਪਲ ਪ੍ਰੈਜ਼ੈਂਟ ਟੈਂਸ ਹੈ ਬॉय ਜਿਵੇਂ ਇੱਕ ਹੈ ਤੇ ਨਾ ਪਲੇਸ ਆਂਦਾ ਇਸ ਕਰਕੇ ਥੱਲੇ ਕਿਹੜਾ ਹੈਗਾ ਐਸ ਲਾਈਕ ਫੋਲੋਅਰਸ ਹੁੰਦੇ ਆ ਜ਼ਿਆਦਾ ਲੋਕਾਂ ਨੂੰ ਕਹਿੰਦੇ ਆ ਵਰਬ ਨਹੀਂ ਗਾ ਜੀ ਕਮਸ ਇੱਕ ਵਰਬ ਹੈਗਾ ਤੇ ਹੈ ਨਾ ਕਮਸ again and again a collocation comes with comes from comes with comes at ਸਾਡੀ collocation ਹੁੰਦੀ ਹੈ comes with ਠੀਕ ਹੈ ਸਪ੍ਰਿੰਗ ਟਾਈਮ ਦਾ ਮਤਲਬ ਹੋ ਗਿਆ ਕੋਈ ਇੱਕ ਮੌਸਮ ਹੈ ਉਹਦੇ ਨਾਲ ਆਂਦਾ ਐਵਰੀ ਕ੍ਰਿਸਚੀਅਨਸ ਹਰ ਇੱਕ ਜਿਹੜਾ ਕ੍ਰਿਸਚੀਅਨ ਬੰਦਾ ਹੈਗਾ ਡੈਸ਼ ਦਿਸ ਇਮੇਜ ਡੈਸ਼ ਕਰਦਾ ਵਾ ਇਸ ਇਮੇਜ ਨੂੰ ਅਤੇ ਅਪਲਾਈਡ ਕਰਦਾ ਆ ਦੇਖੋ ਆਨਸਰ ਕਿਵੇਂ ਫਾਈਂਡ ਕਰਨਾ ਈਜ਼ੀ ਹੈ ਲਾਈਨ ਅੱਗੇ ਪੜਿਆ ਹੋਵੇ ਤੇ ਪਤਾ ਹੋਵੇ ਕਿ ਅੱਗੇ ਸੈਕੰਡ ਫਾਰਮ ਲੱਗਦੀ ਹੈ ਤੇ ਮਤਲਬ ਫਿਰ ਸੈਕੰਡ ਫਾਰਮ ਪਿੱਛੇ ਵੀ ਆਣੀ ਚਾਹੀਦੀ ਹੈ ਸੈਕੰਡ ਫਾਰਮ ਇੱਕੋ ਹੀ ਹੈ ਬੋਰੋਡ ਹਰ ਇੱਕ ਬੰਦੇ ਨੇ ਇਹਨੂੰ ਬੋਰੋ ਕੀਤਾ ਇਸ ਇਮੇਜ ਨੂੰ ਮਤਲਬ ਐਕਸਟੈਂਡਡ ਵੀ ਸੋਰੀ ਇੱਥੇ ਆਨਸਰ ਹੈਗਾ ਸੋ ਐਕਸਟੈਂਡਡ ਵੀ ਆ ਸਕਦਾ ਫਿਲਹਾਲ ਮੈਨੂੰ ਨਹੀਂ ਪਤਾ ਦੋਵਾਂ ਚੋਂ ਆਨਸਰ ਹੈਗਾ ਮੈਂ ਲਾ ਕੇ ਚੱਲਿਆ ਐਕਸਟੈਂਡਡ ਵੀ ਆਨਸਰ ਹੋ ਸਕਦਾ ਮੈਂ ਅੱਗੇ ਜਾ ਕੇ ਪੜ੍ਹਦੇ ਹਾਂ ਹੋਰ ਮਤਲਬ ਆਨਸਰ ਦੋਨੋਂ ਚ ਇੱਕ ਹੈਗਾ ਠੀਕ ਹੈ ਤੇ ਬਟ ਰੈਦਰ ਟੂ ਜੀਸਸ ਕ੍ਰਾਈਸਟ ਦਿਸ ਵਾਸ ਆਲਸੋ ਡੈਸ਼ ਟੂ ਦ ਨਿਊ ਲਾਈਫ dash to the new life bring to new life bring brought to new life on the faithful dash of Christ faithful ਇੱਥੇ ਤੇ ਲਾਸਟ ਤੱਕ followers ਆਏਗਾ faithful followers of Christ followers ਕੌਣ ਹੁੰਦੇ ਨੇ ਕ੍ਰਾਈਸਟ ਕੌਣ ਹੈ ਕ੍ਰਾਈਸਟ ਇੱਕ ਜੀਸਸ ਕ੍ਰਾਈਸਟ ਜਿਹੜੇ ਆ ਉਹ ਇੱਕ ਕ੍ਰਿਸਚੀਅਨਸ ਦੇ ਭਗਵਾਨ ਨੇ ਜਾਂ ਗੋਡ ਦਾ ਇੱਕ ਰੂਪ ਹੈ ਠੀਕ ਹੈ ਜੀ ਤੇ ਉਹਨਾਂ ਨੇ ਫੋਲੋਅਰਸ ਹੈ ਜਦੋਂ ਕੋਈ ਭਗਵਾਨ ਦਾ ਕੋਈ ਸ਼ਰਧਾਲੂ ਹੋਵੇ ਤੇ ਉਹਨੂੰ ਆਪਾਂ ਫੋਲੋਅਰ ਕਹਿੰਦੇ ਆ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਸ ਗੁਰੂ ਦੇ ਫੋਲੋਅਰ ਆ ਅਸੀਂ ਇਸ ਭਗਵਾਨ ਦੇ ਫੋਲੋਅਰ ਆ ਠੀਕ ਹੈ ਤੇ ਫੋਲੋਅਰਸ ਨੂੰ ਆਪਾਂ ਇੱਕ ਹੋਰ ਵਰਡ ਕਹਿੰਦੇ ਆ DEVOTEES ਡਿਵੋਟੀਜ਼ ਇਹ ਵੀ ਯਾਦ ਰੱਖਣਾ ਡਿਵੋਟੀਜ਼ ਰਾਈਟ ਡਿਵੋਟੀਜ਼ ਵੀ ਹੁੰਦਾ ਦੋਨਾਂ ਦਾ ਮਤਲਬ ਹੁੰਦਾ ਸ਼ਰਧਾਲੂ ਜਾਂ ਭਗਤ ਦੋਨਾਂ ਨੂੰ ਕਹਿੰਦੇ ਆ ਰਾਈਟ ਡਿਵੋਟੀਜ਼ ਐਂਡ ਫੋਲੋਅਰਸ ਪਿੱਛੇ ਕੀ ਆਊਗਾ early Christians dashed this image and applied it not to the regeneration extended शायद आ सकता है this was also brought this was extended to the new life ਮੈਨੂੰ ਥੋੜਾ ਇੱਥੇ ਡਾਊਟ ਲੱਗ ਰਿਹਾ ਲੈਟਸ ਫਾਈਂਡ ਆਊਟ ਇੱਕ ਵਾਰੀ ਦੇਖ ਲੈਂਦੇ ਆ ਸ਼ੋਰ ਨਹੀਂ ਆ ਮੈਂ ਦੇਖ ਲੈਂਦੇ ਆ क्योंकि bring to new life ਹੁੰਦਾ ਇਸ ਕਰਕੇ borrowed ਲਿਖਿਆ ਮੈਨੂੰ ਲੱਗਦਾ brought ਆਉਣਾ ਚਾਹੀਦਾ ਕਿਤੇ ਮੈਂ ਆਪਸ਼ਨ ਤੇ ਨਹੀਂ ਗਲਤ ਪਾਤੀ 81 ਸੀ ਠੀਕ ਹੈ ਜੀ ਉੱਥੇ borrowed ਠੀਕ ਹੈ ਉੱਪਰ ਉੱਥੇ extended ਹੀ ਆਣਾ ਰਾਈਟ ਠੀਕ ਹੈ ਜੀ ਬਸ ਸਹੀ ਜਾਣਦੇ ਆ borrowed ਹੀ ਆਣਾ ਸਾਰੇ ਕ੍ਰਿਸਚਨ ਨੇ borrow ਕੀਤਾ ਤੇ ਅਪਲਾਈਡ ਕੀਤਾ ਤੇ extended to new life ਇੱਕ ਆਪਾਂ ਵੇਖ ਲਈਏ ਜੇ extend ਇੱਥੇ ਆਇਆ ਨਾ ਕੋਲੋਕੇਸ਼ਨ ਵਿਖੀਏ ਸ਼ਾਇਦ ਹੈਗੀ ਆ ਕੋਲੋਕੇਸ਼ਨ ਸਿੱਖਣ ਨੂੰ ਮਿਲ ਜੇਗੀ ਸ਼ਾਇਦ ਮੈਨੂੰ ਵੀ ਇਹ ਚੀਜ਼ ਦਾ ਡਾਊਟ ਹੈ ਕੋਲੋਕੇਸ਼ਨ ਸਿੱਖੀ ਜਾਏਗੀ ਐਕਸਟੈਂਡ ਟੂ ਕੋਲੋਕੇਸ਼ਨ ਹੁੰਦੀ ਕਿ ਨਹੀਂ ਹੁੰਦੀ ਐਕਸਟੈਂਡ ਟੂ ਹੁੰਦੀ ਹੈ ਤੇ ਐਕਸਟੈਂਡ ਟੂ ਅ ਨਿਊ ਲਾਈਫ ਜੇ ਆਪਾਂ ਲਾਈਏ ਹਾਂਜੀ ਕੋਲੋਕੇਸ਼ਨ ਚ ਜੀ
एक्सटेंड द लाइफ या एक्सटेंड टू द न्यू लाइफ। सो ਤਾਂ ਕਰਕੇ एक्सटेंड द लाइफ ਦਾ ਮਤਲਬ ਹੁੰਦਾ ਹੈ ਕਿ ਮੇਕ ਇਟ ਲਾਸਟ ਲੋਂਗਰ। ਜਦੋਂ ਕਿਸੇ ਚੀਜ਼ ਦੀ ਮਿਆਦ ਵਧਾਉਂਦੇ ਆ, ਜੋ ਕਿਸੇ ਚੀਜ਼ ਦੀ ਉਮਰ ਵਧਾਉਂਦੇ ਆ, ਉਹਨੂੰ ਕਹਿੰਦੇ ਐਕਸਟੈਂਡ ਕੀਤਾ ਗਿਆ। ਤਾਂ ਕਰਕੇ ਇੱਥੇ ਐਕਸਟੈਂਡਡ ਟੂ ਦ ਨਿਊ ਲਾਈਫ ਆਇਆ। ਠੀਕ ਹੈ। 82 ਨੰਬਰ ਦ ਟ੍ਰੈਡੀਸ਼ਨ ਆਫ ਡਾਈਂਗ ਐਂਡ ਡੈਕੋਰੇਟਿੰਗ। ਇਹ ਡਾਈਂਗ ਇੱਕ ਇਹ ਹੁੰਦਾ, ਸਪੈਲਿੰਗ ਦੋ ਹੁੰਦੇ ਜੇ, ਇੱਕ DYEING ਜੇ, ਇੱਕ ਹੁੰਦਾ ਜੇ DYING ਡਾਈਂਗ। ਦੋਵਾਂ 'ਚ ਫਰਕ ਜੇ। ਇਹ ਵਾਲਾ ਜਿਹੜਾ DYING ਕਿੱਥੋਂ ਨਿਕਲਿਆ ਵਰਡ, ਜੇ DIE ਤੋਂ। ਡਾਈ ਦਾ ਮਤਲਬ ਹੁੰਦਾ ਹੈ ਮਰ ਜਾਣਾ, ਮੌਤ ਹੋ ਜਾਣੀ, ਤੇ ਉਹਦੀ ਜੇ ING ਫਾਰਮ ਲਿਖਣੀ ਹੈ ਤਾਂ DYING ਲਿਖਣਾ ਪੈਂਦਾ ਸਾਨੂੰ। ਠੀਕ ਹੈ। ਤੇ ਜਿਹੜਾ ਆਹ ਵਾਲਾ ਡਾਈਂਗ ਸੀ ਉੱਪਰ ਲਿਖਿਆ, ਇਹ ਹੈਗਾ ਜੇ DYE ਦਾ ਵਰਡ। ਇਹ ਹੁੰਦਾ ਜਿਹੜੇ ਕੱਪੜੇ ਡਾਈ ਕਰਾਈ ਦੇ ਨਾ, ਆਪਾਂ ਰੰਗ ਕਰਾਈ ਦੇ, ਉਹਨਾਂ ਨੂੰ ਕਹਿੰਦੇ ਡਾਈ ਕਰਾਈ। ਤੇ ਉਹਦਾ ਜੇ ਆਪਾਂ ਵਰਬ ਬਣਾਉਣਾ ING ਨਾਲ, ਤੇ ਉਹ DYE ਨਾਲ ING ਪਾਉਣਾ ਪੈਣਾ। ਠੀਕ ਹੈ। ਦੋਵਾਂ 'ਚ ਫਰਕ ਜੇ। ਕੱਲ ਨੂੰ ਕਿਤੇ ਵਰਡ ਆਉਂਦਾ ਡਿਕਟੇਸ਼ਨ 'ਚ ਕੀਤਾ, ਤੁਸੀਂ ਦੋਵੇਂ ਚਲੋ ਪਾ ਸਕਦੇ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਦੋ ਵਰਡ ਹੁੰਦੇ ਨੇ। ਠੀਕ ਹੈ। ਸੋ ਡਾਈ ਕਰਨਾ, ਰੰਗ ਮਾਰਨਾ ਤੇ ਡੈਕੋਰੇਟ ਕਰਨਾ ਈਸਟਰ ਐਗਜ਼ ਨੂੰ, ਅੰਡਿਆਂ ਨੂੰ, ਬੜਾ ਪੁਰਾਣਾ ਹੈ ਅਤੇ ਇਹਦਾ ਓਰੀਜਨ ਇਸ ਡੈਸ਼। ਤੇ ਇਹਦੀ ਜਿਹੜੀ ਸ਼ੁਰੂਆਤ ਹੈਗੀ ਹੈ, ਕਿ ਕਦੋਂ ਸ਼ੁਰੂਆਤ ਹੋਈ ਸੀ ਇਹ ਪ੍ਰਥਾ, ਉਹ ਬੜੀ ਡੈਸ਼ ਹੈਗੀ ਹੈ। ਇੱਥੇ ਰਾਈਟ ਆਂਸਰ ਜਿਹੜਾ ਹੈਗਾ ਲੱਭਣਾ ਔਖਾ ਹੈ, ਕਿਉਂਕਿ ਥੋੜਾ ਵੋਕੈਬ ਹੈਗਾ। ਇੱਥੇ ਜਿਹੜਾ ਆਂਸਰ ਹੈਗਾ ਓਬਸਕਿਓਰ ਹੈਗਾ, ਕਿਉਂਕਿ ਮੈਨੂੰ ਉਹਦਾ ਮੀਨਿੰਗ ਥੋੜਾ ਆਉਂਦਾ ਹੈ, ਤਾਂ ਕਰਕੇ ਮੈਂ ਇੱਥੇ ਆਂਸਰ ਲੱਭ ਪਾ ਰਿਹਾ। ਓਬਸਕਿਓਰ। ਓਬਸਕਿਓਰ ਦਾ ਸਪੈਲਿੰਗ ਹੁੰਦੇ ਸਪੈਲਿੰਗ ਸਿੱਖ ਲਓ, OBSCURE, OBSCURE। ਓਬਸ ਲੈ ਕੇ ਕਿਉਰ ਲਿਖ ਦੇਣਾ। ਓਬਸਕਿਓਰ ਦਾ ਮਤਲਬ ਹੁੰਦਾ ਅਨਕਲੀਅਰ। ਇੱਥੇ ਆਂਸਰ ਹੈ ਹਾਂ ਉਹੀ ਹੈ। ਇਹਦਾ ਮਤਲਬ ਹੁੰਦਾ ਜਿਸ ਚੀਜ਼ ਦਾ ਸਾਨੂੰ ਪਤਾ ਨਾ ਹੋਵੇ, ਕਲੈਰਿਟੀ ਨਾ ਹੋਵੇ, ਸਾਨੂੰ ਪਤਾ ਹੀ ਨਹੀਂ ਉਹਦਾ, ਉਹਨੂੰ ਕਹਿ ਰਹੇ ਆ ਆ ਬੜਾ ਓਬਸਕਿਓਰ ਹੈਗਾ, ਦੈਟ ਮੀਨਸ ਬੜਾ ਅਨਕਲੀਅਰ ਹੈਗਾ। ਕਹਿੰਦਾ ਹੈ ਕਿ ਈਸਟਰ ਐਗਸ ਦੀ ਇਹ ਰੰਗਣ ਦੀ ਪ੍ਰਥਾ ਕਦੋਂ ਸ਼ੁਰੂ ਹੋਈ ਹੈ, ਸਾਨੂੰ ਕਲੀਅਰ ਨਹੀਂ। ਠੀਕ ਹੈ। ਬਟ ਇਟ ਹੈਜ਼ ਬੀਨ ਡੈਸ਼ ਇਨ ਬੋਥ ਈਸਟਰਨ ਆਰਥੋਡਾਕਸ। ਬਟ ਇਹਨੂੰ ਡੈਸ਼ ਕੀਤਾ ਗਿਆ ਬੋਥ ਈਸਟਰਨ ਆਰਥੋਡਾਕਸ ਅਤੇ ਵੈਸਟਰਨ ਚਰਚਿਸ ਦੇ ਵਿੱਚ। ਇਟ ਹੈਜ਼ ਬੀਨ ਡੈਸ਼, ਇਹਨੂੰ ਇਹਨਾਂ ਦੋਨਾਂ ਜਗ੍ਹਾ ਤੇ ਡੈਸ਼ ਕੀਤਾ ਗਿਆ। ਹੈਜ਼ ਬੀਨ ਤੋਂ ਬਾਅਦ ਥਰਡ ਫਾਰਮ ਆ ਸਕਦੀ ਹੈ। ਥਰਡ ਫਾਰਮ ਥੱਲੇ ਪ੍ਰੈਕਟਿਸ ਹੈ ਤੇ ਪ੍ਰੋਹਿਬਿਟਡ ਹੈ, ਦੋ ਹੋ ਗਈਆਂ। ਹੁਣ ਦੋਨਾਂ 'ਚ ਇੱਕ ਹੈ। ਪ੍ਰੈਕਟਿਸ ਦਾ ਮਤਲਬ ਹੁੰਦਾ ਵਾ ਕਿ ਕਿਸੇ ਚੀਜ਼ ਨੂੰ ਫੋਲੋ ਕਰਨਾ, ਅਤੇ ਪ੍ਰੋਹਿਬਿਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਰੋਕ ਦੇਣਾ। ਹੁਣ ਦੋਨਾਂ 'ਚ ਇੱਕ ਆਂਸਰ ਹੈਗਾ ਵਾ ਕਿ ਜਾਂ ਤਾਂ ਰੋਕਿਆ ਗਿਆ ਜਾਂ ਉਹਨੂੰ ਫੋਲੋ ਕੀਤਾ ਗਿਆ। ਚਲੋ ਇੰਨਾ ਪਤਾ ਲੱਗ ਗਿਆ ਦੋਨਾਂ 'ਚ ਇੱਕ ਆਂਸਰ ਹੈ, ਆਪਾਂ ਥੋੜਾ ਜਿਹਾ ਰੋਕੇ ਵੇਚ ਦਿੰਦੇ ਹਾਂ। ਪਹਿਲਾਂ ਅੱਗੇ ਵੇਖੀਏ। since the middle ages the church dashed the eggs during the holy week। ਇੱਥੇ ਆਂਸਰ ਆਏਗਾ prohibited, ਕਿ ਚਰਚ ਨੇ ਲੋਕਾਂ ਨੂੰ ਰੋਕਿਆ। ਪ੍ਰੋਹਿਬਿਟ ਵੇਖੋ, ਇਹਦਾ ਜਿਹੜਾ ਪ੍ਰੋਹਿਬਿਟ ਹੈ ਨਾ, PROHIBAT, ਪ੍ਰੋਹਿਬਿਟ ਦਾ ਮਤਲਬ ਹੁੰਦਾ ਬੈਨ ਕਰਨਾ ਜਾਂ ਕਿਸੇ ਨੂੰ ਰੋਕਣਾ, ਪ੍ਰੀਵੈਂਟ ਕਰਨਾ ਜਾਂ ਸਟਾਪ ਕਰਨਾ। ਠੀਕ ਹੈ। ਇਹ ਸਾਰੇ ਦੇ ਸਿਨੋਨਿਮ ਹੈ। ਇਹਨਾਂ ਦਾ ਸਾਰਿਆਂ ਦਾ ਮਤਲਬ ਹੁੰਦਾ ਰੋਕਣਾ। ਸੋ ਲਾਈਨ ਦਾ ਸੈਂਸ ਕੀ ਬਣਨੀ, ਕਿ ਚਰਚ ਨੇ ਰੋਕਿਆ ਸੀ ਕਿਹਨੂੰ, ਲੋਕਾਂ ਨੂੰ ਰੋਕਿਆ ਸੀ ਕਿ ਤੁਸੀਂ ਉਸ ਹੋਲੀ ਵੀਕ ਦਾ ਮਤਲਬ ਹੁੰਦਾ ਹੋਲੀਡੇ ਨਹੀਂ, ਹੋਲੀ ਵੀਕ ਦਾ ਮਤਲਬ ਹੈ ਪਵਿੱਤਰ। ਹੋਲੀ HOLY ਦਾ ਮਤਲਬ ਹੁੰਦਾ ਪਵਿੱਤਰ, ਕਿ ਇਹ ਪਵਿੱਤਰ ਹਫਤਾ ਚੱਲਦਾ ਪਿਆ ਤੇ ਇਦੋਂ ਤੁਸੀਂ ਐਗਸ ਨਹੀਂ ਖਾਣੇ, ਆਂਡੇ ਨਹੀਂ ਖਾਣੇ। ਸੋ ਉਹਨੂੰ ਰੋਕਿਆ ਆਂਡੇ ਖਾਣ ਤੋਂ। ਠੀਕ ਹੈ। ਬਟ ਚਿਕਨਸ ਕੰਟੀਨਿਊ ਟੂ ਡੈਸ਼ ਐਗਸ। ਬਟ ਜਿਹੜੇ ਚਿਕਨਸ ਹੈਗੇ ਸੀ ਉਹ ਆਪਣੇ ਐਗਸ ਦਿੰਦੇ ਰਹੇ। ਠੀਕ ਹੈ। ਤੇ ਐਗਸ ਜਦੋਂ ਚਿਕਨ ਦਿੰਦਾ ਵੈ, ਕੋਈ ਮੁਰਗੀ ਆਂਡੇ ਦਿੰਦੀ ਹੈ ਤਾਂ ਉਹਨੂੰ ਆਪਾਂ ਕਹਿੰਦੇ ਆ ਐਗਸ ਉਹ ਲੇ ਕਰਦੀ ਪਈ ਹੈ, ਲੇ ਐਗਸ। ਕੋਲੋਕੇਸ਼ਨ ਹੈ। ਤੇ ਲੇ ਫਸਟ ਫਾਰਮ ਚ ਵੀ ਟੂ ਤੋਂ ਬਾਅਦ ਫਸਟ ਫਾਰਮ ਵੀ ਆਉਂਦਾ। ਠੀਕ ਹੈ। ਇੱਕ ਇਹ ਵੀ ਕੋਲੋਕੇਸ਼ਨ ਆਈ ਕੰਟੀਨਿਊ ਟੂ। ਠੀਕ ਹੈ। ਇਹ ਵੀ ਕੰਟੀਨਿਊ ਕੋਲੋਕੇਸ਼ਨ ਹੁੰਦੀ ਜੇ। ਡਿਊਰਿੰਗ ਦ ਡੈਸ਼ ਆਫ specifically identifying during the dash of during the notion of specially identifying ਦਾ ਤੋਂ ਬਾਅਦ ਨਾउन ਚਾਹੀਦਾ ਤੇ ਨਾउन ION ਵਾਲੇ ਹੁੰਦੇ ਆ, ਮੈਂ ਲਾਤਾ ਇੱਥੇ। ਠੀਕ ਹੈ। ਹੋਲੀ ਵੀਕ ਐਗਸ brought about, ਇਹ ਕੋਲੋਕੇਸ਼ਨ ਹੈ। bring about, brought about। ਠੀਕ ਹੈ ਜੀ। ਇਹ ਕੋਲੋਕੇਸ਼ਨ ਜੇ ਇੱਕ ਵਾਰੀ ਤੁਹਾਨੂੰ ਦਿਖਾ ਵੀ ਦਿੰਨਾ, ਸ਼ਾਇਦ ਨਿਕਲ ਹੀ ਆਵੇ। bring about ਦੇਖੋ ਆਂਦਾ ਪਿਆ ਨਾ ਇਕੱਠਾ, bring about ਇਕੱਠਾ ਆਂਦਾ ਤੇ bring ਦੀ ਸੈਕੰਡ ਫਾਰਮ ਹੁੰਦੀ brought। bring about ਦਾ ਮਤਲਬ ਹੁੰਦਾ ਹੈ cause something to happen, ਕਿ ਕਿਸੇ ਚੀਜ਼ ਨੂੰ ਘਟਨਾ ਨੂੰ ਵਾਪਰਨ ਵਿੱਚ ਹੈਲਪ ਕਰਨੀ, ਜਾਂ ਘਟਨਾ ਦਾ ਵਾਪਰਨਾ, ਜਾਂ ਕਿਸੇ ਚੀਜ਼ ਨੂੰ ਹਾਸਿਲ ਕਰਨਾ। ਠੀਕ ਹੈ। ਉਹਦਾ ਮਤਲਬ ਆ ਗਿਆ। ਸੋ ਇਸ ਡੈਕੋਰੇਸ਼ਨ ਦੀ ਘਟਨਾ ਵਾਪਰਨ ਦਾ ਕਾਰਨ ਬਣਿਆ ਇਹ ਨੋਸ਼ਨ। ਤੇ NOTI ਨੋਸ਼ਨ ਦਾ ਮਤਲਬ ਕੀ ਹੁੰਦਾ ਵੀ ਲਿਖ ਲਓ। NOTION ਨੋਸ਼ਨ ਦਾ ਮਤਲਬ ਹੁੰਦਾ ਸਾਡੀ ਵਿਚਾਰਧਾਰਾ, ਸਾਡਾ ਵਿਊ ਪੁਆਇੰਟ, VIEWPOINT। ਸਾਡੇ ਵਿਊ ਪੁਆਇੰਟ ਨੂੰ ਨੋਸ਼ਨ ਕਿਹਾ ਜਾ ਸਕਦਾ ਹੈ। ਵਿਚਾਰ, ਸਾਡੇ ਵਿਚਾਰ ਕੀ ਗਏ ਨੇ। ਠੀਕ ਹੈ। ਵਿਊ ਪੁਆਇੰਟ। ਤੇ ਜਿਹੜਾ ਉੱਪਰਲਾ ਸਾਡਾ ਰਹਿ ਗਿਆ ਸੀ, ਉੱਥੇ ਫਿਰ ਕੀ ਆ ਗਿਆ, ਪ੍ਰੈਕਟਿਸ, ਕਿ ਆਹ ਵਾਲੀ ਜਿਹੜੀ ਪ੍ਰਥਾ ਸੀ ਉਹਨੂੰ ਪ੍ਰੈਕਟਿਸ ਕੀਤਾ ਗਿਆ, ਅੱਗੇ ਲੈ ਕੇ ਆਇਆ ਗਿਆ। ਕਿੱਥੇ ਕੀਤਾ ਗਿਆ, ਇਹ ਚਰਚਾਂ ਨੇ ਕੀਤਾ। ਜਿਹੜੀ ਈਸਟ ਤੇ ਵੈਸਟ ਦੀਆਂ ਜਿਹੜੀ ਚਰਚ ਹੈਗੀਆਂ ਸੀ ਉਹਨਾਂ 'ਚ ਪ੍ਰਥਾ ਨੂੰ ਕੰਟੀਨਿਊ ਕੀਤਾ ਗਿਆ, ਪ੍ਰੈਕਟਿਸ ਕੀਤਾ ਗਿਆ। 83 unless you have pain and a very dash type of injury। ਕਹਿੰਦਾ unless ਦਾ ਮਤਲਬ ਹੁੰਦਾ ਜਦ ਤੱਕ ਕਿ ਤੁਹਾਨੂੰ ਪੇਨ ਨਹੀਂ ਹੁੰਦੀ ਜਾਂ ਬੜੀ ਇਸ ਤਰ੍ਹਾਂ ਦੀ ਟਾਈਪ ਆਫ ਇੰਜਰੀ ਨਹੀਂ ਹੁੰਦੀ। ਤੇ ਨੀ ਬ੍ਰੇਸ ਜਿਹੜਾ ਹੈਗਾ often make dash worse, make matter worse। ਇੱਥੇ ਤੇ ਮੈਟਰ ਆਊਗਾ ਤੇ ਲੱਭਣ ਦੀ ਲੋੜ ਹੀ ਨਹੀਂ ਹੈ, ਕੋਲੋਕੇਸ਼ਨ ਹੈਗੀ ਹੈ make matter worse,
ਮੇਕ ਮੈਟਰ ਵਰਸ ਦਾ ਮਤਲਬ ਹੁੰਦਾ ਜੇ ਜਦੋਂ ਕੋਈ ਇੱਕ ਚੀਜ਼ ਖਰਾਬ ਹੋਵੇ ਤੇ ਉਹਨੂੰ ਹੋਰ ਜ਼ਿਆਦਾ ਖਰਾਬ ਕਰ ਦੋ, ਉਹਨੂੰ ਕਹਿੰਦੇ ਆ ਤੁਸੀਂ ਮੈਟਰ ਨੂੰ ਹੋਰ ਜ਼ਿਆਦਾ ਖਰਾਬ ਕਰਤਾ, ਮਤਲਬ ਯੂ ਹੈਵ ਮੇਡ ਦਾ ਮੈਟਰ ਵਰਸ। ਸੋ ਮੇਕ ਮੈਟਰ ਵਰਸ ਕੋਲੋਕੇਸ਼ਨ। ਅਨਲੈਸ ਯੂ ਹੈਵ ਦਾ ਪੇਨ ਅ ਵੈਰੀ, ਕਹਿੰਦਾ ਜੇ ਤੁਹਾਨੂੰ ਪੇਨ ਨਹੀਂ ਗਈ ਜਾਂ ਕੋਈ ਇੰਜਰੀ ਨਹੀਂ ਹੋਈ ਤੇ ਫਿਰ ਵੀ ਤੁਸੀਂ ਆਪਣੇ ਗੋਡਿਆਂ ਤੇ ਬ੍ਰੇਸ ਪਾਉਂਦੇ ਹੋ, ਮਤਲਬ ਕੋਈ ਸ਼ਿਕੰਜਾ ਜਾਂ ਕੁਝ ਤੁਸੀਂ ਕੱਪੜਾ ਜਾਂ ਜੋ ਵੀ ਚੀਜ਼ ਹੈਗੀ ਉਹ ਪਾ ਰਹੇ ਹੋ, ਤੇ ਤੁਹਾਡਾ ਜਿਹੜਾ ਹੋਰ ਖਰਾਬ ਹੋ ਸਕਦਾ ਕੰਮ, ਮਤਲਬ ਤੁਹਾਨੂੰ ਜਿਹੜੀ ਥੋੜੀ ਬਹੁਤੀ ਜਿਹੜੇ ਤੁਹਾਡੇ ਗੋਡੇ ਠੀਕ ਆ ਉਹ ਵੀ ਖਰਾਬ ਹੋ ਸਕਦੇ। ਸੋ ਅ ਵੈਰੀ ਡੈਸ਼ ਟਾਈਪ ਆਫ, ਵੈਰੀ ਪਾਰਟਿਕੂਲਰ ਟਾਈਪ ਆਫ ਹੀ ਆਂਸਰ ਹੋਏਗਾ। ਕੋਲੋਕੇਸ਼ਨ ਹੈ ਨਾ, ਪਾਰਟਿਕੂਲਰ ਟਾਈਪ ਆਫ। ਪਾਰਟਿਕੂਲਰ ਦਾ ਮਤਲਬ ਹੁੰਦਾ ਵਿਸ਼ੇਸ਼, ਵਿਸ਼ੇਸ਼ ਤੌਰ, ਵਿਸ਼ੇਸ਼ ਤਰੀਕੇ ਵਾਲਾ ਚੀਜ਼। ਸੋ ਵਿਸ਼ੇਸ਼ ਤੌਰ ਦੀ ਇੰਜਰੀ, ਵਿਸ਼ੇਸ਼ ਪ੍ਰਕਾਰ ਦੀ ਇੰਜਰੀ, ਠੀਕ ਹੈ। ਪ੍ਰਕਾਰ ਨੂੰ ਆਪਾਂ ਟਾਈਪ ਕਰਨੇ ਆ। ਯੂ ਨੀਡ ਟੂ ਡੈਸ਼ ਯੂਰ ਜੁਆਇੰਟਸ, ਟੂ ਤੋਂ ਬਾਅਦ ਫਸਟ ਫਾਰਮ ਆਉਂਦੀ, ਫਸਟ ਫਾਰਮ ਹੁੰਦਾ ਅਲਾਓ, ਤੇ ਅਲਾਓ ਦੇ ਨਾਲ ਅੱਗੇ ਵਰਡ ਹੁੰਦਾ ਅਲਾਓ ਟੂ, ਤੇ ਟੂ ਅੱਗੇ ਲੱਗਾ ਵੀ ਆ ਦੇਖੋ, ਤੇ ਜਿਹਨੂੰ ਅਲਾਉਡ ਕਰਨਾ ਉਹ ਵਿਚਕਾਰ ਉਹਦਾ ਨਾਮ ਆਉਂਦਾ। ਸੋ ਇਸ ਕਰਕੇ ਆ ਗਿਆ ਯੂ ਨੀਡ ਟੂ ਅਲਾਓ ਯੂਰ ਜੁਆਇੰਟਸ ਟੂ ਮੂਵ, ਆਪਣੇ ਜੁਆਇੰਟਸ ਨੂੰ ਅਲਾਓ ਕਰੋ ਕਿ ਮੂਵ ਕਰੇ, ਠੀਕ ਹੈ। ਮੂਵ ਡੈਸ਼, move dash their full range, move through their full range, move through ਜਿਸਦਾ ਹੀ ਇਹੀ ਹੈ, ਬਾਕੀ ਤਾਂ ਹੋਰ ਸੈਂਸ ਨਹੀਂ ਬੰਦੀ ਵੀ। move through, move through ਕਰਨਾ ਤੇ ਆਪਣੀ ਪੂਰੀ ਰੇਂਜ ਤੇ ਮੂਵ ਕਰੇ, ਤੇ ਲਾਸਟ ਤੇ ਟੂ ਤੋਂ ਫਸਟ ਫਾਰਮ ਚਾਹੀਦੀ ਹੈ, ਟੂ ਤੋਂ ਕਰੈਕਟ ਫਸਟ ਫਾਰਮ ਵੀ ਹੈ ਨਾ, ਇਹੀ ਹੈ ਨਾ। we allow problems to become bigger, ਅਸੀਂ ਵੱਡੀ ਕਰਦੇ ਪਏ ਹਾਂ ਤੇ ਹਾਰਡਰ ਕਰਦੇ ਪਏ ਹਾਂ। ਉਹ ਐਡੀ ਪ੍ਰੋਬਲਮ ਵੱਡੀਆਂ ਹੋ ਜਾਂਦੀਆਂ ਕਿ ਇਹਨੂੰ ਕਰੈਕਟ ਕਰਨਾ ਬੜਾ ਔਖਾ ਹੋ ਜਾਂਦਾ। ਲਾਈਨ ਸਮਝ ਲੱਗੀ? ਪ੍ਰੋਬਲਮਸ ਦੀ ਗੱਲ ਹੋ ਰਹੀ ਹੈ ਕਿ ਉਹ ਪ੍ਰੋਬਲਮਸ ਨੂੰ ਕਰੈਕਟ ਕਰਨਾ ਹਾਰਡਰ ਹੈਗਾ, ਕਰੈਕਟ ਨਹੀਂ ਕੀਤਾ ਜਾ ਸਕਦਾ। 84th, ਇਸ ਵੀਡੀਓ 'ਚ ਆਪਾਂ 85 ਤੱਕ ਕਰਾਂਗੇ। 84th, ਕਲਾਊਡ ਕਲਾਈਮੇਟ ਚੇਂਜ ਹੈਵ ਪਲੇਡ ਏ ਰੋਲ ਇਨ ਦਿਸ ਡੈਸ਼ ਰਿਕਾਰਡ ਰੇਨਫਾਲ। ਕਹਿੰਦਾ ਕਲਾਊਡ ਮੈਂ ਕਲਾਊਡ ਕਹਿ ਗਿਆ। ਕਹਿੰਦਾ ਕੀ ਜਿਹੜਾ ਕਲਾਈਮੇਟ ਚੇਂਜ ਹੈਗਾ ਉਹ ਰੋਲ ਵੱਡਾ ਪਲੇ ਕਰਦਾ ਵਾ ਇਨ ਦਿਸ ਡੈਸ਼ ਰਿਕਾਰਡ ਰੇਨਫਾਲ, ਇਨ ਦਿਸ ਡੈਵਸਟੇਟਿੰਗ ਆਂਸਰ ਹੋਏਗਾ, ਡੈਵਸਟੇਟਿੰਗ। ਡੈਵਸਟੇਟਿੰਗ ਦਾ ਮਤਲਬ ਹੁੰਦਾ ਤਬਾਹੀ ਵਾਲੀ, ਜਿਹਨੂੰ ਆਪਾਂ ਇੰਗਲਿਸ਼ 'ਚ ਡਿਸਟਰਕਟਿਵ ਵੀ ਕਹਿੰਦੇ ਆ, ਕਿ ਐਸੀ ਰੇਨਫਾਲ ਜਿਹੜੀ ਤਬਾਹੀ ਮਚਾ ਰਹੀ ਹੈ ਉਹਨੂੰ ਆਪਾਂ ਡਿਸਟਰਕਟਿਵ ਵੀ ਕਹਿੰਦੇ ਆ। While it is not possible to say a single storm is caused by climate change, it is possible to investigate whether climate change made a storm more dash, more likely, less likely, right? Collocation, more likely, less likely ਇਕੱਠਾ ਆਉਂਦਾ। more likely ਦਾ ਮਤਲਬ ਜ਼ਿਆਦਾ ਸੰਭਾਵਨਾਵਾਂ ਪ੍ਰਗਟ ਕਰਨੀਆਂ। ਮੇਕ ਮੋਰ ਕਹਿੰਦਾ ਉਹਨੇ ਕਲਾਈਮੇਟ ਚੇਂਜ ਜਿਹੜਾ ਹੈਗਾ ਵਾ ਉਸਨੇ ਜਿਹੜੀ ਹਨੇਰੀ ਹੈ, ਸਟਰੋਮ ਹੁੰਦਾ ਹਨੇਰੀ, ਉਹਨੂੰ ਹੋਰ ਲਾਈਕਲੀ ਕਰਤਾ, ਮਤਲਬ ਉਹਦੀ ਸੰਭਾਵਨਾਵਾਂ ਵਧਾ ਦਿੱਤੀਆਂ। ਐਂਡ ਦਿਸ ਇਜ਼ ਐਗਜ਼ੈਕਟਲੀ ਵਟ ਕੀਲਿੰਗਸ ਇਨਵੈਸਟੀਗੇਟਿਡ। he dash how likely Maria storm was, he dash ਉਹਨੇ ਡੈਸ਼ ਕੀਤਾ, ਕੀ ਕੀਤਾ, ਕੈਲਕੂਲੇਟਡ ਕੀਤਾ, ਉਹਨੇ ਅੰਦਾਜ਼ਾ ਲਾਇਆ। ਅੰਦਾਜ਼ਾ ਲਾਉਣ ਨੂੰ ਆਪਾਂ ਕਹਿੰਦੇ ਆ ਜਾਂ ਅਨੁਮਾਨ ਲਗਾਉਣਾ ਜਾਂ ਗਿਣਨਾ, ਉਹਨੂੰ ਕਹਿੰਦੇ ਕੈਲਕੂਲੇਟ ਕੀਤਾ। ਕਿ ਕਿਉਂ ਮਾਰੀਆ ਸਟੋਰਮ ਵਾਸ ਟੂ ਟੇਕ ਪਲੇਸ, ਕੋਲੋਕੇਸ਼ਨ ਟੇਕ ਪਲੇਸ, ਜਦੋਂ ਕਿ ਚੀਜ਼ ਦਾ ਘਟਨਾ ਵਾਪਰਦੀ ਉਹਨੂੰ ਕਹਿੰਦੇ ਆ ਟੇਕ ਪਲੇਸ ਹੋਈ, ਓਕੇ। ਤੇ ਕੋਲੋਕੇਸ਼ਨ ਸੀ today's climate in a world where we had not dashed the global climate as much, ਇੱਥੇ ਆਣਾ altered। ਕਹਿੰਦਾ ਐਸਾ ਦੁਨੀਆ ਜਿੱਥੇ ਅਸੀਂ ਗਲੋਬਲ ਕਲਾਈਮੇਟ ਨੂੰ ਹਜੇ ਤੱਕ ਇੰਨਾ ਆਲਟਰ ਨਹੀਂ ਕੀਤਾ। ਹੈਡ ਤੋਂ ਬਾਅਦ ਥਰਡ ਫਾਰਮ ਆਉਂਦੀ ਹੈ ਤੇ ਆਲਟਰ ਦਾ ਮਤਲਬ ਹੁੰਦਾ ਬਦਲਣਾ, ਚੇਂਜ ਕਰਨਾ। ਸੋ ਚੇਂਜ ਕਰਨਾ, ਕਿਸੇ ਨੂੰ ਪੂਰਾ ਸ਼ੇਪ ਹੀ ਚੇਂਜ ਕਰ ਦੇਣੀ, ਉਹਨੂੰ ਕਹਿੰਦੇ ਆਲਟਰ ਕਰਨਾ। ਲਾਸਟ ਕੁਐਸਚਨ ਆਫ ਦਿਸ ਵੀਡੀਓ, ਮੋਰ ਐਂਡ ਮੋਰ ਰਿਸਰਚ ਇਜ਼ ਫਾਈਂਡਿੰਗ ਡੈਸ਼ ਬਿਟਵੀਨ, ਫਾਈਂਡਿੰਗ ਡੈਸ਼ ਦੋਨਾਂ ਚੀਜ਼ਾਂ 'ਚ ਕੀ ਮਿਲਦਾ ਪਿਆ, ਲਿੰਕ ਮਿਲਦਾ ਪਿਆ। ਸੋ ਵੀ ਫਾਈਂਡ ਲਿੰਕ, ਕੋਲੋਕੇਸ਼ਨ ਹੈਗੀ ਫਾਈਂਡ ਕੀ ਕਰਦੇ ਆ, ਕਨੈਕਸ਼ਨ ਫਾਈਂਡ ਕਰਦੇ ਆ, ਤੇ ਲਿੰਕ ਨਾਲ ਵੀ ਕੋਲੋਕੇਸ਼ਨ ਹੈ ਤੇ ਲਿੰਕ ਦੀ ਬਿਟਵੀਨ ਨਾਲ ਵੀ ਕੋਲੋਕੇਸ਼ਨ ਹੈ, ਠੀਕ ਹੈ। ਲਿੰਕ ਨਾਲ ਟੂ ਵੀ ਆਉਂਦਾ ਤੇ ਬਿਟਵੀਨ ਵੀ ਆਉਂਦਾ। ਡੈਸ਼ ਵੈਦਰ ਇਵੈਂਟਸ ਐਂਡ ਕਲਾਈਮੇਟ ਚੇਂਜ, ਬਿਟਵੀਨ ਡੈਸ਼ ਵੈਦਰ ਇਵੈਂਟਸ ਐਂਡ ਕਲਾਈਮੇਟ ਚੇਂਜ, ਮੇਰੇ ਖਿਆਲ ਨਾਲ ਇੱਥੇ ਇੰਟੈਂਸ ਜਾਂ ਐਕਸਟ੍ਰੀਮ, ਐਕਸਟ੍ਰੀਮ ਆ ਸਕਦਾ। ਐਕਸਟ੍ਰੀਮ ਵੈਦਰ ਇਵੈਂਟ ਸੁਣਿਆ ਹੈ, ਕੋਲੋਕੇਸ਼ਨ ਹੁੰਦੀ ਹੈ। ਐਕਸਟ੍ਰੀਮ ਦਾ ਮਤਲਬ ਹੁੰਦਾ ਬੜੀ ਜ਼ਿਆਦਾ ਤੇਜ਼ੀ ਨਾਲ ਜਾਂ ਬੜੇ ਨਾ ਸੀਰੀਅਸ ਜਿਹੜੇ ਹੈਗੇ ਆ ਵੈਦਰ ਇਵੈਂਟਸ ਹੋ ਰਹੇ ਨੇ। that we are already feeling the dash of global warming, ਆਪਾਂ ਕੀ ਇੱਥੇ ਆ ਨਾ ਇੰਪੈਕਟਸ, ਦੇਖੋ ਕੋਲੋਕੇਸ਼ਨ ਇੰਪੈਕਟ ਨਾ ਆਫ ਦੀ ਕੋਲੋਕੇਸ਼ਨ ਹੈ, ਤੇ ਇੰਪੈਕਟ ਦਾ ਮਤਲਬ ਹੁੰਦਾ ਅਸਰ, ਪ੍ਰਭਾਵ, ਜਿਹਨੂੰ ਆਪਾਂ ਇਫੈਕਟਸ ਵੀ ਕਹਿੰਦੇ ਆ। ਤੇ ਅਸੀਂ ਕਲਾਈਮੇਟ ਚੇਂਜ ਜਿਹੜੀ ਸਾਡੀ ਦੁਨੀਆ ਗਰਮ ਹੋ ਰਹੀ ਹੈ, ਮਤਲਬ ਗਲੋਬਲ ਵਾਰਮਿੰਗ ਹੋ ਰਹੀ ਹੈ, ਦੈਟ ਮੀਨਸ ਜ਼ਿਆਦਾ ਗਰਮੀਆਂ ਪੈ ਰਹੀਆਂ, ਉਹਦੇ ਇਫੈਕਟ ਫੇਸ ਕਰਦੇ ਆ ਆਪਾਂ, ਇਫੈਕਟ ਨੂੰ ਆਪਾਂ ਇੰਪੈਕਟ ਕਹਿੰਦੇ ਆ। ਬਟ ਕੀਲਿੰਗ ਨੇ ਪੁਆਇੰਟ ਆਊਟ ਕੀਤਾ ਕਿ we should not be surprised to find climate change fingerprints on storms. After all, for decades, researchers have dashed that. Have ਤੋਂ ਬਾਅਦ third form ਆਉਂਦੀ ਹੈ ਤੇ third form ਅੱਗੇ predicted। ਇਹ ਨੋਰਮਲ ਰੂਲ ਹੈ ਕਿ third form ਕਿਤੇ ਆਣੀ ਹੈ। have ਤੋਂ ਬਾਅਦ third form ਕਦੋਂ ਆਉਂਦੀ ਹੈ, perfect tense, has have ਤੋਂ ਬਾਅਦ third form ਆਉਂਦੀ, ਕਿ ਉਹਨਾਂ ਨੇ ਅਨੁਮਾਨ ਲਗਾਇਆ ਕਿ by changing the climate we would make hurricanes more dash।
ਅਸੀਂ ਜੇ ਕਲਾਈਮੇਟ ਚੇਂਜ ਕਰਾਂਗੇ ਤੇ ਸਾਡੇ ਜਿਹੜੇ ਹਰੀਕੇਨਸ ਹੈਗੇ, ਹਰੀਕੇਨਸ ਹੁੰਦੇ ਆ ਜਿਹੜੇ ਸਮੁੰਦਰੀ ਤੂਫਾਨ ਜਿਹੜੇ ਹੈਗੇ ਆ, ਜਿਹੜੇ ਜਵਾਰ ਪੱਟ ਜਾਂ ਜਿਹੜੇ ਉਹ ਬੱਦਲਾਂ ਦਾ ਤੂਫਾਨ ਆਉਂਦਾ ਇੱਕ, ਉਹ ਜ਼ਿਆਦਾ ਡੈਸ਼ ਹੋ ਰਿਹਾ, ਉਹ ਕੀ ਹੋ ਰਿਹਾ, ਇੰਟੈਂਸ ਹੋ ਰਿਹਾ। ਜਿਹੜੇ ਤੂਫਾਨ ਆ ਉਹ ਜ਼ਿਆਦਾ ਇੰਟੈਂਸ ਹੋ ਰਿਹਾ, ਮਤਲਬ ਸੀਰੀਅਸ ਹੋ ਰਹੇ ਨੇ। ਇੰਟੈਂਸ ਦਾ ਮਤਲਬ ਹੁੰਦਾ ਹੈ ਜ਼ਿਆਦਾ ਖਤਰਨਾਕ, ਖਤਰਨਾਕ ਹੋ ਰਿਹਾ, ਠੀਕ ਹੈ। ਐਕਸਟ੍ਰੀਮ ਵੈਦਰ ਇਵੈਂਟ ਜਿਹੜਾ ਉੱਪਰ ਆਇਆ ਸੀ, ਤੁਹਾਨੂੰ ਮੈਂ ਦਿਖਾ ਵੀ ਦੇਣਾ ਗੂਗਲ ਤੇ, ਦੇਖੋ ਇਹ ਐਕਸਟ੍ਰੀਮ ਵੈਦਰ ਇਵੈਂਟਸ ਜੇ ਆਪਾਂ ਲਿਖੀਏ ਐਂਡ ਗੂਗਲ ਤੇ ਕਹਿੰਦਾ ਹੈ, ਆ ਦੇਖੋ ਵੈਦਰ ਇਵੈਂਟਸ ਆ ਗਿਆ ਨਾ, ਤਾਂ ਐਕਸਟ੍ਰੀਮ ਵੈਦਰ ਜੇ ਆਪਾਂ ਕਰੀਏ, ਐਕਸਟ੍ਰੀਮ ਵੈਦਰ ਵੇਖੋ ਕੋਲੋਕੇਸ਼ਨ ਵੀ ਹੈ, ਠੀਕ ਹੈ। ਸੋ ਆਂਦਾ ਸੋ ਦਿਸ ਇਜ਼ ਦ ਐਂਡ ਆਫ ਦਿਸ ਵੀਡੀਓ ਐਂਡ ਆਫਟਰਵਰਡਸ 86 ਤੋਂ ਲੈ ਕੇ 100 ਤੱਕ ਦੀ ਵੀਡੀਓ ਤੁਹਾਨੂੰ ਨੈਕਸਟ ਮਿਲੇਗੀ ਪਾਰਟ 3 ਦੇ ਵਿੱਚ। ਸੋ ਸੀ ਯੂ ਸੂਨ ਇਨ ਦ ਨੈਕਸਟ ਵੀਡੀਓ। ਹੋਪਫੁਲੀ ਤੁਹਾਨੂੰ ਸਮਝ ਲੱਗੀ ਹੋਏਗੀ ਐਂਡ ਮੇਕ ਸ਼ੋਰ ਤੁਸੀਂ ਸਾਰੇ ਜਿਹੜੇ ਵਰਡਸ ਆ ਨੋਟ ਡਾਊਨ ਕਰ ਲੈਣਾ, ਸਾਰੇ ਵੋਕੈਬ ਲਰਨ ਕਰਨੀ ਹੈ, ਨੋਟ ਡਾਊਨ ਨਹੀਂ ਕਰਨੀ, ਲਰਨ ਵੀ ਕਰਨੀ ਹੈ, ਰੋਜ਼ ਲਰਨ ਕਰਨਾ, ਹੈਲਪ ਕਰੇਗੀ ਤੁਹਾਨੂੰ ਕਾਫੀ ਜ਼ਿਆਦਾ। ਓਕੇ, ਸੀ ਯੂ ਸੂਨ ਇਨ ਦ ਨੈਕਸਟ ਵੀਡੀਓ, ਆਲ ਦ ਬੈਸਟ।